ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਨਵੇਂ ਐਪੀਸੋਡ ਦੇ ਵਿੱਚ। ਇਹ ਗੈਸਟ ਸੀਰੀਜ਼ ਦਾ ਇੱਕ ਨਵਾਂ ਐਪੀਸੋਡ ਹੋਊਗਾ। ਅੱਜ ਦੇ ਸਾਡੇ ਗੈਸਟ ਨੇ, ਉਹਨਾਂ ਦਾ ਨਾਮ ਹੈ ਪ੍ਰਣੋਏ ਸਿੰਘ, ਅਤੇ ਉਹ ਇੱਕ ਆਪਣੀ ਫਰਮ ਦੇ ਵਿੱਚ ਕੰਮ ਕਰਦੇ ਪਏ ਨੇ। ਤੁਹਾਨੂੰ ਇਹ 'ਚ ਦੋ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਕਿ ਇੱਕ ਵਧੀਆ ਸਟੋਰੀ ਟੈਲਰ ਤੁਸੀਂ ਕਿੱਦਾਂ ਬਣਨਾ, ਕੀ ਚੀਜ਼ਾਂ ਤੁਸੀਂ ਦੇਖੋਗੇ ਕਿ ਇਹ ਸਟੋਰੀ ਟੈਲਿੰਗ ਦੇ ਵਿੱਚ ਕੰਮ ਆਉਂਦੀਆਂ, ਅਤੇ ਤੁਹਾਨੂੰ ਇਹ ਪਤਾ ਲੱਗੂਗਾ ਕਿ ਆਪਣਾ ਕੌਨਫੀਡੈਂਸ ਕਿਵੇਂ ਬੂਸਟ ਕਰਨਾ। ਕਿਉਂਕਿ ਪ੍ਰਣੋਏ ਸਿੰਘ ਦੇ ਵਿੱਚ ਸਾਨੂੰ ਜਿੰਨਾ ਕੌਨਫੀਡੈਂਸ ਦੇਖਣ 'ਚ ਮਿਲਿਆ, ਉਹ ਅੱਜ ਤੱਕ ਜਿੰਨੇ ਵੀ ਸਾਡੇ ਪੋਡਕਾਸਟ ਦੇ ਵਿੱਚ ਗੈਸਟ ਆਏ ਨੇ ਉਹਨਾਂ ਦੇ ਵਿੱਚੋਂ ਬੈਸਟ ਨੇ ਉਹ। ਠੀਕ ਹੈ, ਤੋ ਲੈਟਸ ਸੀ, ਤੁਹਾਨੂੰ ਮਿਲਾਉਣਾ ਮੈਂ ਪ੍ਰਣੋਏ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਤੁਹਾਡਾ ਸਾਡੇ ਨਵੇਂ ਐਪੀਸੋਡ ਦੇ ਵਿੱਚ। ਲਾਸਟ ਵਾਲੇ ਐਪੀਸੋਡ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਤਾਂ ਉਹਦੇ ਲਈ ਸਾਡਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਸਾਡੇ ਨਾਲ ਜੋ ਗੈਸਟ ਆਏ ਨੇ, ਤਾਂ ਜ਼ਿਆਦਾ ਇੰਟਰੋਡਕਸ਼ਨ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹੋ, ਤਾਂ ਸਿੱਧਾ ਚੱਲਦੇ ਹਾਂ। ਹੈਲੋ ਪ੍ਰਣੋਏ ਵੀਰੇ, ਕਿਵੇਂ ਹੋ ਤੁਸੀਂ? ਠੀਕ ਠਾਕ? ਵਧੀਆ ਹਰਪ੍ਰੀਤ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਕਿੱਦਾਂ ਚੱਲ ਰਿਹਾ ਸਭ ਕੁਝ? ਸਭ ਬਹੁਤ ਵਧੀਆ ਚੱਲਦਾ ਪਿਆ। ਤੁਸੀਂ ਦੱਸੋ ਹੈਪੀ ਵੀਰੇ, ਤੁਸੀਂ ਠੀਕ ਠਾਕ ਹੋ? ਵਧੀਆ ਵਧੀਆ ਹਰਪ੍ਰੀਤ। ਤਾਂ ਅੱਜ ਫਿਰ ਆਪਾਂ ਪ੍ਰਣੋਏ ਵੀਰ ਨੂੰ ਲਿਆਂਦਾ। ਬਾਈ ਬਹੁਤ ਔਖੇ ਲੈ ਕੇ ਆਉਂਦੇ ਆ, ਬਾਈ ਕਹਿੰਦੇ ਬਿਜ਼ੀ ਬਹੁਤ ਚੱਲਦੇ ਪਿਆ, ਸਾਡਾ ਸ਼ਡਿਊਲ ਬਹੁਤ ਬਿਜ਼ੀ ਆ, ਅੱਛਾ, ਤਾਂ ਫਿਰ ਅਸੀਂ ਮਨਵਾ ਹੀ ਲਿਆ। ਨਹੀਂ ਇਦਾਂ ਦਾ ਨਹੀਂ ਸੀਗਾ। ਹਾਂਜੀ, ਥੈਂਕ ਯੂ ਸੋ ਮਚ ਫॉर ਚਲੋ द। ਕੋਈ ਨਹੀਂ। ਬਾਕੀ ਵੀਰੇ ਮੈਂ ਤਾਂ ਤੁਹਾਡੇ ਲਈ ਵੀ ਬਹੁਤ ਕੁਝ ਜਾਣਦਾ, ਬਟ ਆਪਣੇ ਜਿਹੜੇ ਵਿਊਅਰਸ ਆ ਕੁਛ ਨਹੀਂ ਜਾਣਦੇ ਹੋਣੇ, ਤਾਂ ਪਲੀਜ਼ ਟੈਲ ਅਸ ਅਬਾਊਟ ਯੂਰ ਬੈਕਗਰਾਊਂਡ। ਤੁਸੀਂ ਕੀ ਕਰਦੇ ਹੋ, ਉਹਦੇ ਬਾਰੇ ਇੰਟਰੋਡਕਸ਼ਨ ਦੇ ਦਿਓ। ਸੋ ਬੇਸਿਕਲੀ ਆਈ ਐਮ ਫਰੋਮ ਹਿਮਾਚਲ ਪ੍ਰਦੇਸ਼, ਸੁੰਦਰਨਗਰ, ਤੇ ਮੈਂ 2018 ਦਸੰਬਰ ਦੇ ਵਿੱਚ ਕੈਨੇਡਾ ਆਇਆ ਸੀਗਾ, ਓਕੇ। ਐਂਡ ਆਫਟਰ +2। ਸੋ ਮੈਂ ਚਾਹੁੰਦਾ ਸੀਗਾ ਕਿ ਮੈਂ ਆਰਮੀ 'ਚ ਜਾਵਾਂ, ਐਂਡ ਆਈ ਵਰਕਡ ਵੈਰੀ ਵੈਰੀ ਹਾਰਡ, ਪਰ ਇਵੈਂਚੁਅਲੀ ਥਿੰਗਸ ਹੈਪਨਡ ਇੱਦਾਂ ਕਿ ਬਸ ਹੋ ਨਹੀਂ ਪਾਇਆ। ਸੋ ਆਈ ਥੋਟ ਚਲੋ ਪਹਿਲਾਂ ਕੈਨੇਡਾ ਜਾ ਜਾਂਦੇ ਹਾਂ, ਬਿਕੋਜ਼ ਆਈ ਵਾਂਟਡ ਟੂ ਸਟੱਡੀ ਬਿਜ਼ਨਸ। ਸੋ ਬਿਜ਼ਨਸ ਇੱਥੇ ਲੈ ਲਿਆ, ਆ ਗਿਆ, ਐਂਡ ਯਾਰਕ ਯੂਨੀਵਰਸਿਟੀ ਸਟੱਡੀ ਕੀਤੀ। ਪਰ ਇੱਥੇ ਆ ਕੇ ਇੱਦਾਂ ਲੱਗਦਾ ਕਿ ਯਾਰ ਪੈਸੇ ਕਿੱਦਾਂ ਇਕੱਠੇ ਕਰਾਂਗੇ, ਇੰਨੀ ਫੀਸ ਕਿੱਦਾਂ ਦੇਣੀ ਹੈ। ਐਂਡ ਦੈਨ ਆਈ ਥਿੰਕ ਵਿੰਟਰਸ ਦੇ ਵਿੱਚ 2018 ਦੇ ਵਿੱਚ ਜੌਬਸ ਬਹੁਤ ਘੱਟ ਸੀਗੀਆਂ, ਹਾਂ। ਤੇ ਆਈ ਸਟਾਰਟਡ ਫਰੋਮ ਸਨੋ ਕਲੀਨਿੰਗ। ਆਈ ਯੂਜ਼ਡ ਟੂ ਗੋ ਡੋਰ ਟੂ ਡੋਰ ਐਂਡ ਆਸਕ ਫॉर $15। ਸੋ ਇੱਥੇ ਨਾ ਇੱਕ ਬੰਦਾ ਆਉਂਦਾ ਹੁੰਦਾ ਸੀ, ਹਾਂ। ਉਹ $20 ਲੈਂਦਾ ਸੀਗਾ, ਤੇ ਮੈਂ ਕਿਹਾ ਵੀ ਇਹ $20 ਕਿਸ ਚੀਜ਼ ਦੇ ਲੈ ਰਿਹਾ। ਤੇ ਘਰ ਮੇਰੇ ਰਿਸ਼ਤੇਦਾਰ ਕਹਿੰਦੇ ਕਿ ਇਹ ਨਾ ਸਨੋ ਸਾਫ਼ ਕਰਦਾ ਆ ਕੇ। ਤੇ ਮੈਂ ਕਿਹਾ ਅੱਛਾ, ਮੈਂ ਕਿਹਾ ਉਹ ਤਾਂ ਫਿਰ ਮੈਂ ਵੀ ਕਰ ਸਕਦਾ ਹੈ ਨਾ, ਮੈਂ ਕਾਹਤੋਂ ਵੇਟ ਕਰ ਰਿਹਾ ਕਿਸੇ ਦੀ ਜੌਬ ਆਫਰ ਆਉਣ ਦੀ। ਤੇ ਮੈਂ ਸ਼ਵਲ ਚੱਕਿਆ, ਤੇ ਉਸ ਰਾਤ ਸਨੋ ਪੈ ਰਹੀ ਸੀ। ਉਹ ਸਵੇਰੇ 4 ਵਜੇ ਆਉਂਦਾ ਸੀਗਾ, ਮੈਂ ਰਾਤੀ 12 ਵਜੇ। ਮੈਂ ਕਿਹਾ ਹਾਲ ਤੁਹਾਡਾ ਰੇਟ ਤੋੜ ਦਿੰਦੇ ਹਾਂ। ਤੇ ਮੈਂ $15 ਤੋਂ ਸ਼ੁਰੂ ਕਰਤਾ, ਪਰ ਕਾਫੀ ਲੋਕਾਂ ਨੇ ਮਨਾ ਕਰਤਾ, ਫਿਰ ਬੁਰਾ ਵੀ ਲੱਗਿਆ। ਦੈਨ ਆਈ ਥਿੰਕ ਦੈਟ ਵਾਜ਼ ਸਮ ਪਿੰਚ ਕਿ ਕਿੱਦਾਂ ਲਾਈਫ ਬਿਲਡ ਹੁੰਦੀ ਹੈ ਜ਼ੀਰੋ ਤੋਂ। ਫਿਰ ਥੋੜੀ ਬਹੁਤ ਹੋਰ ਰਿਸਪੈਕਟ ਵੱਧ ਜਾਂਦੀ ਹੈ ਪੇਰੈਂਟਸ ਦੀ ਕਿ ਯਾਰ ਕਾਫੀ ਮਿਹਨਤ ਕੀਤੀ ਹੋਣੀ ਹੈ ਪੈਸਾ ਕਮਾਉਣ ਲਈ। ਦੈਨ ਹੌਲੀ ਹੌਲੀ ਆਈ ਗॉट ਜੌਬਸ, ਥੋੜਾ ਥੋੜਾ ਇੱਧਰ ਉੱਧਰ, ਕਦੇ ਡਿਲੀਵਰੀਜ਼, ਕਦੇ ਸ਼ੋਰੂਮ ਨੂੰ ਸਾਫ਼ ਕਰਨਾ ਦੋਸਤਾਂ ਦੇ ਥਰੂ। ਫਿਰ ਉਸ ਤੋਂ ਓਕੇ। ਬਾਅਦ ਥਰੂ ਸਮ ਕਨੈਕਸ਼ਨ ਆਈ ਸਟਾਰਟਡ ਵਰਕਿੰਗ ਇਨ ਅਕਾਊਂਟਿੰਗ ਫਰਮ, ਤੇ 3.5 ਸਾਲ ਹੋ ਗਏ ਉੱਥੇ ਕੰਮ ਕਰ ਰਹੇ ਹਾਂ। ਐਂਡ ਇਟਸ ਅ ਗੁੱਡ ਓਪਰਚੁਨਿਟੀ ਟੂ ਲਰਨ ਐਂਡ ਗਰੋ ਅਬਾਊਟ ਬਿਜ਼ਨਸਿਸ। ਕਾਫੀ ਕੁਝ ਸਿੱਖਿਆ ਉੱਥੇ ਜਾ ਕੇ, ਐਂਡ ਦੈਨ ਇਵੈਂਚੁਅਲੀ ਆਈ ਹੈਵ ਮਾਈ ਓਨ ਬਿਜ਼ਨਸ ਇਨ ਮਾਰਕੀਟਿੰਗ ਐਜ਼ ਵੈਲ। ਸੋ ਕਾਫੀ ਬਿਜ਼ਨਸਿਸ ਟਰਾਈ ਕੀਤੇ, 3-4 ਮੈਂ ਫੇਲ ਵੀ ਹੋਇਆ, ਐਂਡ ਦੋਸਤਾਂ ਨਾਲ ਟਰਾਈ ਕੀਤੇ, ਬਟ ਇਵੈਂਚੁਅਲੀ ਆਈ ਫਾਊਂਡ ਸਮ ਪੀਪਲ ਜੋ ਵਧੀਆ ਗਰੋ ਕਰ ਰਹੇ ਸੀਗੇ। ਸੋ ਆਈ ਲਰਨ ਫਰੋਮ ਦੈਮ, ਐਂਡ ਮੈਂ ਆਪਣਾ ਮਾਰਕੀਟਿੰਗ ਬਿਜ਼ਨਸ ਸਟਾਰਟ ਕਰ ਲਿਆ। ਇਟਸ ਬੀਨ 3 ਇਅਰਸ, ਤੇ ਲੁਕਿੰਗ ਫਾਰਵਰਡ ਮੈਂ ਬਿਜ਼ਨਸ 'ਚ ਜ਼ਿਆਦਾ ਕਮਾਉਣਾ ਜੌਬ ਤੋਂ। ਬਾਕੀ ਲੁਕਿੰਗ ਫਾਰਵਰਡ ਕਿ ਅਗਰ ਹੋਰ ਅੱਗੇ ਐਕਸਪੈਂਡ ਕਰੀਏ, ਐਂਡ ਜਿੰਨਾ ਜ਼ਿਆਦਾ ਬੈਟਰ ਕਰ ਸਕਦੇ ਕਮਿਊਨਿਟੀ ਨੂੰ। ਸੋ ਇਹੀ ਮੇਰੀ ਬੈਕਗਰਾਉਂਡ ਐਂਡ ਦਿਸ ਇਜ਼ ਵਾਟ ਆਈ ਐਮ ਲੁਕਿੰਗ ਟੂ ਡੂ। ਵੈਰੀ ਵੈਲ ਇੰਟਰੋਡਕਸ਼ਨ ਵੀਰੇ। ਮਤਲਬ ਮੇਨ ਤੁਸੀਂ ਜਦੋਂ ਉੱਥੇ ਸਨੋ ਸ਼ਾਵਲ ਕਰਦੇ ਸੀ, ਮੈਂ ਉੱਥੇ ਇਹ ਚੀਜ਼ ਨੋਟਿਸ ਕੀਤੀ, ਜਦੋਂ ਤੁਸੀਂ ਕਹੇ ਸੀ ਨਾ ਬਹੁਤ ਜਾਣੇ ਲੋਕਾਂ ਨੇ ਨੋ ਵੀ ਕਿਹਾ, ਤਾਂ ਉੱਥੇ ਆਪਾਂ ਨੂੰ ਕਹਿੰਦੇ ਨਾ ਕਿ ਆਪਾਂ ਡਰਦੇ ਹੁੰਦੇ ਹਾਂ ਕਿ ਅਗਲਾ ਬੰਦਾ ਨਾ ਕਹਿ ਦੇ। ਤੁਹਾਡਾ ਉੱਥੇ ਮੈਨੂੰ ਲੱਗਦਾ ਡਰ ਨਿਕਲ ਗਿਆ। ਉਹ ਸਨੋ ਸ਼ਵਲ ਨੇ ਬਹੁਤ ਵੱਡਾ ਸਬਕ ਸਿਖਾਇਆ ਕਿ ਤੁਸੀਂ ਹੁਣ ਹਾਂ ਐਕਸਪੈਕਟ ਕਰ ਨਹੀਂ ਸਕਦੇ ਕਿ ਹਾਂ ਜੇ ਯੈਸ ਕਹੂਗਾ ਤਾਂ ਕੋਈ ਗੱਲ ਨਹੀਂ, ਵਧੀਆ ਗੱਲ ਆ, ਜੇ ਨੋ ਕਹੂਗਾ ਤਾਂ ਵੀ ਕੋਈ ਚੱਕਰ ਨਹੀਂ। ਹਾਂ, ਉਹ ਰਾਈਟ। ਇੱਕ ਔਖਾ ਸਟੈਪ ਸੀਗਾ ਹਾਂ। ਨਿਕਲਣ ਦਾ, ਪਰ ਜਦੋਂ ਮੈਂ ਹਾਂ। ਵਾਪਸ ਆ ਰਿਹਾ ਸੀਗਾ, ਅੱਖਾਂ 'ਚ ਆਂਸੂ ਜ਼ਰੂਰ ਸੀਗੇ ਕਿਉਂਕਿ ਬੈਕ ਵੀ ਪੇਨ ਹੋ ਰਹੀ ਸੀਗੀ, ਤੇ ਹੱਥ 'ਚ ਉਹ ਜੋ ਤਾਂ $30 ਸੀਗੇ। ਮੈਂ ਕਿਹਾ ਬਸ ਇੰਨੀ ਮਿਹਨਤ ਕਰਕੇ $30। ਤੇ ਉਹ ਚੀਜ਼, ਬਟ ਸਟਿਲ ਇੰਡੀਅਨ ਜਾਂ ਕਰੰਸੀ। ਉਹੀ ਹੁੰਦਾ ਗਾ ਕਿ ਉਹੀ ਟਾਈਮ ਪੀਰੀਅਡ ਹੁੰਦਾ ਗਾ ਕਿ ਉਹ ਬੰਦੇ ਨੇ ਜੇ ਉਹ ਓਵਰਕਮ ਕਰ ਜੇ, ਫੇਰ ਹੀ ਬੰਦਾ ਉਹ ਕੋਈ ਵੀ ਬਿਜ਼ਨਸ ਜੇ ਤੁਸੀਂ ਸ਼ੁਰੂ ਕਰਨ ਲੱਗੇ ਹੋ ਤਾਂ ਰਿਜੈਕਸ਼ਨ ਤਾਂ ਤੁਹਾਨੂੰ ਮਿਲਣੀ। ਬਟ ਤੁਹਾਨੂੰ ਵਧੀਆ ਕਿ ਉਹ ਪਹਿਲਾਂ ਅਰਲੀ ਔਨ ਸਨੋ ਵਾਲੇ ਤੋਂ ਹੀ ਲੈਸਨ ਮਿਲ ਗਿਆ। ਕਈ ਲੋਕਾਂ ਨੂੰ ਲੇਟ ਲੈਸਨ ਮਿਲਦਾ ਹੈਗਾ, ਤਾਂ ਉਹ ਬਿਲਕੁਲ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਸਹੀ ਗੱਲ ਹੈ। ਜਾਂ ਪੈਸੇ ਦੇ ਕੇ ਲੋਕਾਂ ਨੂੰ ਇਹ ਜਿਹਾ ਐਕਸਪੀਰੀਅੰਸ ਨਹੀਂ ਮਿਲਦਾ ਜਿਹੜਾ ਮਤਲਬ ਬਾਈ ਨੇ ਖੁਦ ਸੋਚ ਕੇ ਕੀਤਾ। ਪਰ ਬਾਈ ਮੈਨੂੰ ਇੱਕ ਗੱਲ ਦੇਖੀ ਆ, ਮੈਂ ਜਦੋਂ ਵੀ ਤੁਹਾਨੂੰ ਨਾ ਦੇਖਦਾ, ਚਾਹੇ ਤੁਸੀਂ ਕਿਤੇ ਵੀ ਹੋ, ਤੁਸੀਂ ਹੱਸ ਕੇ ਗੱਲ ਕਰਦੇ ਹੋ। ਦੈਟਸ ਦ ਬੈਸਟ ਥਿੰਗ ਇਨ ਯੂ ਬਾਏ ਦ ਵੇ। ਤਾਂ ਥੈਂਕ ਯੂ। ਇਹਦਾ ਹੱਸੀ ਦਾ ਰੀਜ਼ਨ ਕੀ ਆ? ਤੁਸੀਂ ਕੋਈ ਮਰਜ਼ੀ ਸਿਚੁਏਸ਼ਨ ਹੋਵੇ, ਮੋਸਟਲੀ ਮੈਂ ਤੁਹਾਨੂੰ ਹਮੇਸ਼ਾ ਹੱਸ ਕੇ ਇਲੈਬੋਰੇਟ ਕਰਦੇ ਦੇਖਿਆ। ਸੀਰੀਅਸ ਗੱਲਾਂ ਵੀ ਹੁੰਦੀਆਂ ਤਾਂ ਵੀ ਤੁਸੀਂ ਉਹਨੂੰ ਥੋੜ੍ਹਾ ਜਿਹਾ ਫਨੀ ਦੇ ਵੇ ਦੇ ਵਿੱਚ ਇੱਦਾਂ ਇਲੈਬੋਰੇਟ ਕਰ ਦਿੰਦੇ ਹੋ ਕਿ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਕਿ ਇਹ ਤਾਂ ਸੌਖੀ ਚੀਜ਼ ਹੀ ਆ। ਲਾਈਕ ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ?
ਆਈ ਥਿੰਕ ਕੋਈ ਇਹਦਾ ਸਪੈਸੀਫਿਕ ਮੈਨੂੰ ਐਗਜ਼ੈਕਟਲੀ ਤਾਂ ਨਹੀਂ ਪਤਾ, ਬਟ ਹਾਂ ਆਈ ਥਿੰਕ ਜੋ ਚੀਜ਼ ਮੈਂ ਛੋਟੇ ਹੁੰਦੇ ਇੱਕ ਬੁੱਕ ਪੜ੍ਹਦਾ ਹੁੰਦਾ ਸੀ, ਯੂ ਕੈਨ ਵਿਨ। ਸੋ ਉਹਦੇ ਹੂੰ ਵਿੱਚ ਲਿਖਿਆ ਸੀਗਾ ਜਿੱਦਾਂ ਤੁਹਾਡਾ ਐਟੀਟਿਊਡ ਹੋਊਗਾ ਉਦਾਂ ਦੀ ਚੀਜ਼ਾਂ ਤੁਸੀਂ ਲਾਈਫ ਦੇ ਵਿੱਚ ਅਟਰੈਕਟ ਕਰੋਗੇ। ਹੂੰ ਐਂਡ ਹਰ ਇੱਕ ਚੀਜ਼ ਅਸੀਂ ਕੰਟਰੋਲ ਨਹੀਂ ਕਰ ਸਕਦੇ, ਬਟ ਹਾਊ ਵੀ ਰਿਸਪੌਂਡ ਟੂ ਇਟ ਇਜ਼ ਇਨ ਆਰ ਹੈਂਡਸ। ਸੋ ਅਸੀਂ ਖੁਸ਼ ਹੋ ਸਕਦੇ ਹਾਂ, ਅਸੀਂ ਸਮਾਈਲ ਕਰਕੇ ਚੀਜ਼ਾਂ ਕਾਮ ਡਾਊਨ ਹੋ ਕੇ ਹੈਂਡਲ ਕਰ ਸਕਦੇ ਹਾਂ। ਬਟ ਯੈਸ, ਆਈ ਹੈਡ ਅ ਲੋਟ ਆਫ ਪ੍ਰੋਬਲਮ ਆਫ ਐਂਗਰ। ਮੈਂ ਬਹੁਤ ਗੁੱਸਾ ਕਰਦਾ ਸੀਗਾ, ਹੁਣ ਵੀ ਕਈ ਓਕੇ ਵਾਰ ਕਰਦਾ, ਬਟ ਆਈ ਥਿੰਕ ਅੱਛਾ ਸਟਿਲ ਆਈ ਐਮ ਗੈਟਿੰਗ ਲੋਟ ਬੈਟਰ। ਐਂਡ ਆਈ ਬਿਲੀਵ ਕਿ ਹੱਸ ਕੇ ਸਾਰੀ ਚੀਜ਼ਾਂ ਹੈਂਡਲ ਹੋ ਸਕਦੀਆਂ, ਖੁਸ਼ ਰਹਿ ਕੇ, ਕਾਮਲੀ, ਕਿਉਂਕਿ ਹਰ ਇੱਕ ਚੀਜ਼ ਅਸੀਂ ਕੰਟਰੋਲ ਨਹੀਂ ਕਰ ਸਕਦੇ, ਐਂਡ ਹੂੰ ਨੈਗੇਟਿਵ ਚੀਜ਼ਾਂ ਤਾਂ ਸਾਰਿਆਂ ਦੀ ਲਾਈਫ 'ਚ ਹੁੰਦੀਆਂ ਨੇ। ਦਿਸ ਇਜ਼ ਦ ਰੀਜ਼ਨ ਓਕੇ ਆਈ ਬਲੀਵ। ਬਾਕੀ ਤੁਸੀਂ ਵੀ ਖੁਸ਼ ਹੀ ਰਹਿੰਦੇ ਹੋ ਹਮੇਸ਼ਾ, ਇਦਾਂ ਦਾ ਨਹੀਂ ਹੈਗਾ। ਨਹੀਂ ਮਤਲਬ ਤੁਸੀਂ ਮੇਰੇ ਨਾਲ ਜ਼ਿਆਦਾ ਹੱਸਦੇ ਰਹਿੰਦੇ ਹੋ, ਜਾਂ ਮਤਲਬ ਵਧੀਆ, ਮਤਲਬ ਤੁਹਾਡੇ ਕੋਲ ਨੌਲੇਜ ਜ਼ਿਆਦਾ ਮੇਰੇ ਹਿਸਾਬ ਨਾਲ, ਮੈਨੂੰ ਇਹ ਲੱਗਦਾ ਕਿ ਤਾਂ ਕਰਕੇ ਜੋ ਤੁਸੀਂ ਦੇਖਿਆ ਨਾ ਕਿ ਮੈਂ ਤੁਹਾਡੇ ਨਾਲ ਇੰਸਟਾਗ੍ਰਾਮ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਗੱਲ ਕਰਦੇ ਹਾਂ, ਮੈਂ ਤੁਹਾਡੀਆਂ ਸਟੋਰੀਆਂ ਦੇਖਦਾ, ਮੈਂ ਤੁਹਾਡੀ ਟਿਮ ਹਟਨਾ ਵਾਲੀ ਵੀ ਮੋਟੀਵੇਸ਼ਨਲ ਸਟੋਰੀ ਦੱਸੀ ਸੀ, ਉਹ ਦੱਸੋ ਥੋੜੀ ਜਿਹੀ ਇੱਕ ਵਾਰੀ ਉਹ ਹੋ ਜੇ। ਉਹ ਮੋਟੀਵੇਸ਼ਨ ਜਿਹੜੀ ਸਟੋਰੀ ਦੱਸੀ ਸੀ ਕਿ ਹਾਊ ਟੂ ਸੈਲ, ਤੁਸੀਂ ਡਿਮਾਂਡ ਨੂੰ ਕਿੱਦਾਂ ਉਹ ਐਕਸਲਰੇਟ ਕਰਨਾ ਹੁੰਦਾ, ਤੁਸੀਂ ਦੱਸਿਆ ਅੱਛਾ, ਸੀ ਨਾ, ਜਿਹੜੀ ਉਹ ਮਾਰਕੀਟਿੰਗ ਬੇਗਲ ਵਾਲੀ, ਸਟ੍ਰੈਟਜੀ ਸੀ। ਬੇਗਲ ਵਾਲੀ, ਅੱਛਾ, ਹਾਂ ਯਾਦ ਆ ਗਈ। ਹਾਂ, ਵੇਗਲ ਵਾਲੀ। ਉਹ ਯਾਰ, ਉਹ ਹਾਂ ਨਾ ਇੱਕ ਇਦਾਂ ਹੀ ਆਪਾਂ ਬੈਠੇ ਸੀਗੇ ਟੀਮ ਦੇ ਨਾਲ, ਤਾਂ ਮੈਂ ਸਿਖਾ ਰਿਹਾ ਸੀਗਾ। ਸੋ ਹਾਂਜੀ ਮੋਸਟਲੀ ਲੋਕ ਪਤਾ ਕੀ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਬਿਜ਼ਨਸ ਦੇ ਵਿੱਚ ਨਾ, ਜਿੱਦਾਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕ ਪਿੱਛੇ ਪੈ ਜਾਂਦੇ ਆ, ਯਾਰ ਇਹ ਲੈ ਲਾ, ਇਹ ਕਰ ਲਾ, ਹੂੰ ਐਨੀ ਬਿਜ਼ਨਸ ਦੇ ਸਟਾਰਟ, ਯਾਰ ਇਹ ਦੇਖ ਯਾਰ, ਤੂੰ ਪਲੀਜ਼ ਹੈ ਨਾ ਮੇਰੇ ਪ੍ਰੋਡਕਟ ਬਾਏ ਕਰ ਲੈ, ਸਮਥਿੰਗ ਲਾਈਕ ਦਿਸ। ਬਟ ਬਿਜ਼ਨਸ ਦੇ ਵਿੱਚ ਨਾ ਉਹਨਾਂ ਨੂੰ ਬਿਜ਼ਨਸ ਸੈਂਸ ਨਹੀਂ ਆ ਪਾਉਂਦੀ। ਹੂੰ ਸੋ ਬੇਸਿਕਲੀ ਸਟੋਰੀ ਇਹ ਸੀਗੀ ਕਿ ਸਟੀਵ ਜੌਬਸ ਨੇ ਕਿੱਦਾਂ ਕੀਤਾ ਸੀਗਾ। ਬੇਸਿਕਲੀ ਸਟੀਵ ਹੂੰ ਜੌਬਸ ਵਾਸ ਲਾਈਕ ਕਿ ਯਾਰ ਇਹ ਮੇਰਾ ਫੋਨ ਹੈ, ਐਂਡ ਇਹ ਤੁਹਾਡੀ ਲਾਈਫ ਦੇ ਵਿੱਚ ਇਦਾਂ ਵੈਲਿਊ ਐਡ ਕਰੂਗਾ, ਤੁਸੀਂ ਇਹ ਫੋਨ ਯੂਜ਼ ਕਰਕੇ ਦੇਖੋ। ਹੂੰ ਹੀ ਟੁਕ ਅ ਟੋਟਲੀ ਡਿਫਰੈਂਟ ਸਟ੍ਰੈਟਜੀ। ਹੀ ਸੈਡ ਕਿ ਹੈਵ ਯੂ ਐਵਰ ਇਮੈਜਿਨਡ, ਜੇ ਮੈਂ ਇੱਕ ਫੋਨ 'ਚ 1000 ਸੌਂਗ ਪੁੱਟ ਕਰਦਾ, ਹੂੰ ਜੇ ਮੈਂ ਇੱਕੋ ਡਿਵਾਈਸ ਦੇ ਵਿੱਚ ਇਦਾਂ ਦੀ ਚੀਜ਼ ਪਾ ਦਾਂ, ਤੁਸੀਂ ਕਨੈਕਟ ਵੀ ਹੋ ਸਕਦੇ ਹੋ, ਤੁਸੀਂ ਫੋਨ ਵੀ ਕਰ ਸਕਦੇ ਹੋ, ਮੈਸੇਜਿੰਗ ਵੀ ਕਰ ਸਕਦੇ ਹੋ, ਸਮਥਿੰਗ ਲਾਈਕ ਦਿਸ। ਹੀ ਕ੍ਰੀਏਟਡ ਦੈਟ ਹਾਈਪ, ਐਂਡ ਦੈਨ ਹੀ ਸੈਡ, ਸੋ ਲੈਟ ਮੀ ਰਿਪਰੈਜ਼ੈਂਟ ਦ ਬ੍ਰਾਂਡ ਨਿਊ ਆਈਫੋਨ। ਸੋ ਲੋਕੀ ਕਹਿੰਦੇ ਉਹ ਯਾਰ, ਹੈ ਨਾ, ਐਂਡ ਇਟ ਕ੍ਰੀਏਟਡ ਦੈਟ ਹਾਈਪ। ਐਂਡ ਹੀ ਹਾਂ ਆਲਸੋ ਡਿਡ ਸਮਥਿੰਗ ਲਾਈਕ ਦਿਸ ਕਿ ਹਰ ਇੱਕ ਚੀਜ਼ ਚਾਰ ਡਿਫਰੈਂਟ ਪੁੱਟ ਕੀਤੀਆਂ, 99 ਹੂੰ 99 99, ਕਹਿੰਦਾ ਇਟ ਆਲ ਵੈਂਟ ਅਪ ਟੂ 2000, ਬਟ ਦ ਹੂੰ ਆਈਫੋਨ ਇਜ਼ 999। ਸੋ ਇਦਾਂ ਵੀ ਕੋਈ ਨਾ ਕੁਝ ਕੀਤਾ ਸੀਗਾ, ਆਈ ਡੋਂਟ ਹੂੰ ਰਿਮੈਂਬਰ ਐਗਜ਼ੈਕਟਲੀ। ਸੋ ਬੇਗਲ ਵਾਲੀ ਗੱਲ ਇਹ ਸੀਗੀ, ਇਫ ਆਈ ਐਮ ਇਨ ਬਿਜ਼ਨਸ ਐਂਡ ਆਈ ਐਮ ਆਫਰਿੰਗ ਐਨੀਥਿੰਗ ਟੂ ਯੂ, ਤੇ ਮੈਂ ਇਹੀ ਨਹੀਂ ਕਹੂੰਗਾ ਕਿ ਭਾਜੀ ਮੇਰੇ ਕੋਲ ਬੇਗਲ ਆ, ਤੁਸੀਂ ਲੈ ਕੇ ਦੇਖੋ ਯਾਰ ਬਹੁਤ ਸਵਾਦ ਹੈ। ਰਾਦਰ ਦੈਨ ਦੈਟ ਆਈ ਵੁੱਡ ਸੇ ਲਾਈਕ, ਤੁਹਾਨੂੰ ਭੁੱਖ ਲੱਗੀ ਹੈ ਭਾਜੀ, ਭੁੱਖ, ਹੂੰ ਉਹ ਦੈਟਸ ਨਾਈਸ, ਤੁਹਾਨੂੰ ਜੇ ਭੁੱਖ ਲੱਗੀ ਹੈ, ਹਾਊ ਅਬਾਊਟ ਮੈਂ ਤੁਹਾਨੂੰ ਕੋਈ ਵਧੀਆ ਚੀਜ਼ ਖਿਲਾਵਾਂ। ਬੰਦਾ ਕਹੂਗਾ ਸ਼ੋਰ ਯਾਰ, ਮੈਨੂੰ ਭੁੱਖ ਲੱਗੀ ਹੈ, ਖਿਲਾ ਦੇ, ਹੈ ਨਾ, ਮੇਰੇ ਹਾਂ ਕੋਲ ਬਹੁਤ ਵਧੀਆ ਚੀਜ਼ ਹੈ, ਤੁਹਾਡੀ ਭੁੱਖ ਵੀ ਮਿਟ ਜੂਗੀ, ਐਂਡ ਟਰਸਟ ਮੀ ਪ੍ਰੋਪਰ ਟੇਸਟ ਆਊਗਾ ਆਇਲ ਦਾ, ਮਤਲਬ ਜਿਹਦਾ ਵੀ ਤੁਸੀਂ ਜੋ ਵੀ ਪਸੰਦ ਕਰਦੇ ਹੋ, ਹੈ, ਤੇ ਉਹ ਚੀਜ਼ ਮੈਂ ਤੁਹਾਨੂੰ ਪ੍ਰੈਜ਼ੈਂਟ ਕਰ ਰਿਹਾ, ਆਲੋ ਬੇਗਲ। ਹੂੰ ਬੰਦਾ ਹੂੰ ਕਹੂਗਾ ਅੱਛਾ ਯਾਰ, ਇਹਦੇ ਨਾਲ ਮੈਨੂੰ ਇਹ ਚੀਜ਼ ਮਿਲੂਗੀ, ਰਾਦਰ ਦੈਨ ਥਿੰਕਿੰਗ ਕਿ ਬੰਦਾ ਫੋਰਸ ਕਰ ਰਿਹਾ। ਤੇ ਜੇ ਬੰਦੇ ਯਾ ਨੂੰ ਭੁੱਖ ਨਹੀਂ ਹੈਗੀ, ਵਾਈ ਵੁੱਡ ਆਈ ਆਫਰ ਮਾਈ ਬੇਗਲ। ਬੰਦਾ ਕਹਿੰਦਾ ਨਹੀਂ ਯਾਰ ਹਲੇ ਭੁੱਖ ਨਹੀਂ ਹੈਗੀ, ਮੈਂ ਚਲ ਕੋਈ ਹੂੰ ਨਹੀਂ, ਬਾਅਦ ਚ ਦੱਸੀ, ਵਾਈ ਵੁੱਡ ਆਈ ਵੇਸਟ ਮਾਈ ਬੇਗਲ, ਹੈ ਨਾ। ਸੋ ਉਹ ਚੀਜ਼ ਹੋ ਜਾਂਦੀ ਹੈ, ਫਿਰ ਵੈਲਿਊ ਘਟ ਜਾਂਦੀ ਹੈ ਚੀਜ਼ ਦੀ। ਐਗਜ਼ੈਕਟਲੀ, ਜਿਹਨੂੰ ਕੁਝ ਚਾਹੀਦਾ ਹੁੰਦਾ ਆਪਾਂ ਉਹਨੂੰ ਆਫਰ ਕਰੀਏ, ਹਾਂ, ਤੇ ਸਹੀ ਚੀਜ਼ ਤੇ ਸਹੀ ਤਰੀਕੇ ਨਾਲ ਆਫਰ ਕਰੀਏ, ਹਨਾ, ਤਾਂ ਹੀ ਉਹਦੀ ਵੈਲਿਊ ਪਾਊਗੀ। ਜੇ ਮੈਨੂੰ ਭੁੱਖ ਨਹੀਂ ਲੱਗੀ, ਤੁਸੀਂ ਜਾ ਕੇ ਕਹਿ ਦੋ ਯਾਰ ਆਹ ਖਾ ਲਾ, ਕੀ ਹੈ ਇਹ, ਬੇਗਲ ਆ, ਬਸ ਕੋਈ ਗੱਲ ਬਣੀ। ਤੁਸੀਂ ਕਹੋਗੇ ਭੁੱਖ ਲੱਗੀ ਆ, ਮੈਂ ਕਹਤਾ ਨਹੀਂ, ਜੇ ਨਹੀਂ ਲੱਗੀ ਤਾਂ ਗੱਲ ਖਤਮ ਹੋ ਗਈ, ਰਾਈਟ। ਉਦੋਂ ਅਗਲਾ ਸਟੈਪ ਆਇਆ ਹੀ ਨਹੀਂ, ਅਗਲਾ ਸਟੈਪ ਤਾਂ ਹੀ ਆਊਗਾ, ਪਹਿਲੇ ਤਾਂ ਕੰਫਰਮੇਸ਼ਨ ਆਪਾਂ ਨੂੰ ਮਿਲੂਗੀ। ਹਾਂ, ਇੱਕ ਹੋਰ ਚੀਜ਼ ਹੈਗੀ ਹੈ, ਰਸਮਲਾਈ ਵਾਲੀ ਵੀ ਹੈਗੀ ਹੈ ਸਟੋਰੀ ਇਦਾਂ ਦੀ। ਉਹ ਨਹੀਂ ਸੁਣੀ ਮੈਂ। ਤੇ ਰਸਮਲਾਈ ਸਾਰਿਆਂ ਦੀ ਫੇਵਰੇਟ ਹੁੰਦੀ ਹੈ ਨਾ, ਹਾਂ ਕਾਫੀ ਲੋਕਾਂ ਨੂੰ ਪਸੰਦ ਹੁੰਦੀ ਹੈ, ਪਰ ਕਈ ਹਾਂ ਲੋਕ ਸਵੀਟ ਨਹੀਂ ਖਾਂਦੇ। ਯਾ ਤੇ ਜੇ ਮੈਂ ਕਿਸੇ ਕੋਲ ਜਾਏਗਾ, ਭਾਜੀ ਮੇਰੇ ਕੋਲ ਨਾ ਬਹੁਤ ਵਧੀਆ ਰਸਮਲਾਈ ਹੈ, ਤੁਸੀਂ ਖਾ ਕੇ ਦੇਖੋ ਯਾਰ, ਇਹ ਵਧੀਆ, ਖਾ ਕੇ ਦੇਖੋ ਤੁਸੀਂ, ਮਤਲਬ ਮਜ਼ਾ ਆ ਜਾਊਗਾ। ਬੰਦਾ ਕਹਿੰਦਾ ਹਾਂ ਯਾਰ ਪਿੱਛੇ ਹੋ ਜਾ ਯਾਰ, ਮੈਨੂੰ ਰਸਮਲਾਈ ਤੋਂ ਅਲਰਜੀ ਹੈ ਨਾ। ਤੇ ਸੇਮ ਚੀਜ਼ ਉਹ ਪੁੱਠੀ ਪੈ ਜੂਗੀ ਚੀਜ਼, ਕਿਉਂਕਿ ਉਹਨੂੰ ਡੇਰੀ ਪ੍ਰੋਡਕਟ ਤੋਂ ਸ਼ਾਇਦ ਅਲਰਜੀ ਹੋਊਗੀ, ਉਹ ਹਾਂ ਖਿੱਚ ਜੂਗਾ ਸਾਡੇ ਤੋਂ। ਰਾਦਰ ਹਾਂ ਦੈਨ ਦੈਟ ਅਸੀਂ ਪੁੱਛਣਾ ਲਈਏ, ਭਾਜੀ ਤੁਹਾਨੂੰ ਸਵੀਡਿਸ਼ ਚੀਜ਼ ਪਸੰਦ ਹੈ, ਤੁਸੀਂ ਰਾਈਟ ਰਸਮਲਾਈ ਪਸੰਦ ਕਰਦੇ ਹੋ? ਕਹਿੰਦਾ ਹਾਂ ਯਾਰ ਬਹੁਤ ਪਸੰਦ ਹੈ, ਕਹਿੰਦਾ ਅੱਜ ਹਾਂ ਤੁਹਾਡਾ ਵਧੀਆ ਦਿਨ ਹੈ, ਤੁਹਾਨੂੰ ਅੱਜ ਸਭ ਤੋਂ ਵਧੀਆ ਰਸਮਲਾਈ ਖਿਲਾਊਂਗਾ ਮੈਂ, ਆਹ ਦੇਖੋ। ਉਹ ਚੀਜ਼ ਇਹ ਨਹੀਂ, ਉਹ ਚੀਜ਼ ਗੇਮ ਚੇਂਜ ਹੋ ਜਾਂਦੀ ਹੈ। ਨਹੀਂ ਇਹ ਨਹੀਂ ਮੈਂ ਸੁਣੀ ਸੀਗੀ, ਇਹ ਨਹੀਂ ਸੁਣੀ ਸੀ। ਸੇਮ ਹੀ ਹੈ ਕਾਈਂਡ ਆਫ। ਬਾਕੀ ਤੁਸੀਂ ਸਟੋਰੀ ਟੈਲਿੰਗ ਦੇਖਦੇ ਹੋ? ਜੇ ਤੁਸੀਂ ਸਿੱਖਣਾ ਨਾ ਸਟੋਰੀ ਟੈਲਿੰਗ, ਮੈਂ ਕਹੂੰਗਾ ਬਾਈ ਨੂੰ ਜਾ ਕੇ ਫੋਲੋ ਕਰੋ, ਜੋ ਕਿ ਇੰਸਟਾਗ੍ਰਾਮ ਹੈਂਡਲ ਜਿਹੜਾ ਸਾਰਾ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ। ਤਾਂ ਸਟੋਰੀ ਟੈਲਿੰਗ ਬਾਈ ਤੁਹਾਡੀ ਲਾਜਵਾਬ, ਇੱਕ ਤਾਂ ਸਿੱਖੀ ਆ, ਹੁਣ ਇਹ ਵੀ ਦੱਸ ਦਿਓ। ਇਹ ਤਾਂ ਐਗਜ਼ੈਕਟਲੀ ਮੈਂ ਪ੍ਰੋਪਰ ਸਕਿੱਲ ਤਾਂ ਇਦਾਂ ਨਹੀਂ ਸਿੱਖਿਆ ਸਟੋਰੀ ਟੈਲਿੰਗ ਦਾ, ਪਰ ਜਿਹੜੇ ਹਾਂ ਮੇਰੇ ਹੈਡ ਮਾਸਟਰ ਸੀਗੇ ਨਾ ਸਕੂਲ ਦੇ ਵਿੱਚ, ਹਾਂ ਮੈਂ ਹੂੰ ਬਾਈਗਲੋ ਦੇ ਵਿੱਚ ਪੜ੍ਹਿਆ, ਤੇ ਹੂੰ ਹੈਡ ਮਾਸਟਰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਨਾ ਸਟੋਰੀ ਸੁਣਾਉਂਦੇ ਸੀਗੇ। ਹੂੰ ਐਂਡ ਵੈਨਐਵਰ ਹੀ ਯੂਜ਼ਡ ਟੂ ਸਪੀਕ, ਮੈਂ ਨਾ ਇੱਕ ਬਹੁਤ ਧਿਆਨ ਨਾਲ ਸੁਣਦਾ ਸੀਗਾ, ਬਿਕੋਜ਼ ਮੈਨੂੰ ਹਮੇਸ਼ਾ ਹੁੰਦਾ ਸੀਗਾ ਕਿ ਮੈਂ ਵੀ ਇਦਾਂ ਲੋਕਾਂ ਨੂੰ ਇੰਪੈਕਟ ਕਰਨਾ ਚਾਹੁੰਦਾ ਜਿੱਦਾਂ ਉਹ ਕਰਦੇ ਆ। ਉਹਨਾਂ ਕੋਲ ਨਾ ਇੱਕ ਵਾਰ CM ਆਫ ਪੰਜਾਬ ਆਏ ਸੀਗੇ ਆਫਿਸ ਦੇ ਵਿੱਚ, ਓਕੇ ਐਂਡ ਹੀ ਓਕੇ ਸੈਡ
ਕਿ ਕੈਪਟਨ ਤੁਹਾਡੇ ਕਰਕੇ ਸਾਡਾ ਸੋਸਾਇਟੀ ਦਾ ਯੂਥ ਬੈਟਰ ਹੋ ਰਿਹਾ। ਹਾਂ ਤੋ ਦੈਟ ਥਿੰਗ ਟਚਡ ਮੀ ਕਿ ਯਾਰ ਕੋਈ ਬੰਦਾ ਆ ਕੇ ਕਹੇ ਨਾ ਕਿ ਯਾਰ ਮੈਂ ਲੋਕਾਂ ਨੂੰ ਬੈਟਰ ਕਰ ਰਿਹਾ। That's something which touched me. यार मैं भी इधर बनना चाहना है। And then I started imagining myself speaking like him. So ਉਹ ਚੀਜ਼ ਉੱਥੋਂ I think it came. But again ਜੇ ਤੁਸੀਂ podcast ਸੁਣਦੇ ਹੋ, ਮੈਂ ਵੀ ਕਾਫੀ podcast ਸੁਣੇ ਆ, ਤੇ ਉਹਦੇ ਵਿੱਚ ਹੌਲੀ ਹੌਲੀ ਡਿਵੈਲਪ ਹੋ ਜਾਂਦਾ ਸਕਿੱਲ ਲੋਕਾਂ ਨੂੰ ਸੁਣ ਕੇ ਕਿ ਇਹ ਸਟੋਰੀ ਕਿੱਦਾਂ ਸੁਣਾ ਰਿਹਾ। ਸਾਊਂਡਸ ਗੁੱਡ ਓਕੇ ਤੇ ਪਰ ਨਾ ਵੀਰੇ, ਜਿਵੇਂ ਮੈਂ ਜਿੰਨੀ ਕੁ ਗੱਲਬਾਤ ਸੁਣੀ ਹੈਗੀ, ਕਿਵੇਂ ਤੁਹਾਡਾ ਬਿਜ਼ਨਸ ਮਾਈਂਡਸੈਟ ਹੈਗਾ, ਸਟੋਰੀ ਟੈਲਿੰਗ ਤੁਸੀਂ ਦੱਸਤਾ, ਯੂ ਕੈਨ ਵਿਨ ਤੁਸੀਂ ਪੜ੍ਹੀ ਸੀ, ਤੁਸੀਂ ਆਖਿਆ ਮੈਂ ਨਿੱਕੇ ਹੁੰਦੇ। ਸੋ ਤੁਹਾਡੇ ਫਾਦਰ ਸਾਹਿਬ ਬਿਜ਼ਨਸ ਵਿੱਚ ਸੀਗੇ ਜਾਂ ਕਿਵੇਂ ਫੈਮਿਲੀ ਦਾ ਬੈਕਗ੍ਰਾਉਂਡ ਸੀਗਾ, ਕਿ ਵੈਸੇ ਹੀ ਤੁਹਾਡੇ ਦਿਮਾਗ 'ਚ ਆਈਆਂ ਇਹ ਚੀਜ਼ਾਂ? ਸੋ ਮੇਰੇ ਡੈਡ ਦਾ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਹੈ ਐਂਡ ਓਕੇ ਮੈਂ ਕਦੇ ਉੱਚ ਪਿਆ ਨਹੀਂ ਵੈਸੇ, ਪਰ ਸਟਿਲ ਹੀ ਹੈਜ਼ ਬੀਨ ਇਨ ਬਿਜ਼ਨਸ ਸਿੰਸ ਦ ਬਿਗਨਿੰਗ। ਸੋ ਇੱਕ ਬਿਜ਼ਨਸ ਦਾ ਓਕੇ ਲਾਈਫਸਟਾਈਲ ਐਂਡ ਜੌਬ ਦਾ ਲਾਈਫਸਟਾਈਲ ਆਰ ਟੋਟਲੀ ਡਿਫਰੈਂਟ ਆਈ ਬਿਲੀਵ। ਮਤਲਬ ਇੱਕ ਹਾਂਜੀ ਬਿਜ਼ਨਸ ਐਜ਼ ਇਨ ਇਹ ਨਹੀਂ ਕਿ ਸੈਲਫ ਇੰਪਲੋਇਮੈਂਟ ਬਿਜ਼ਨਸ। ਸੈਲਫ ਇੰਪਲੋਇਮੈਂਟ ਬਿਜ਼ਨਸ ਹੋ ਗਿਆ ਕਿ ਮੈਂ ਕੰਮ ਤੇ ਹੀ ਹਾਂ। ਆਪ ਕੰਮ ਆਰ ਬਿਜ਼ਨਸ ਲਾਈਕ ਇੱਕ ਵਾਰ ਚਲਾਤਾ, ਹੁਣ ਅਸੀਂ ਬਹਿ ਸਕਦੇ ਹਾਂ, ਅਸੀਂ ਛੁੱਟੀ ਜਦੋਂ ਮਰਜ਼ੀ ਲੈ ਸਕਦੇ ਹਾਂ, ਸਾਡੇ ਤੇ ਹੈ ਟੈਨਸ਼ਨ ਹੈਗੀ ਹੈ ਸਟਿਲ। ਸੋ ਉਹ ਚੀਜ਼ਾਂ ਮੇਰੇ 'ਚ ਆਲਰੇਡੀ ਸੀਗੀਆਂ। ਆਈ ਨੈਵਰ ਸੌ ਮਾਈ ਸੈਲਫ ਕਿ ਮੈਂ ਹਰ ਵਕਤ ਹੀ ਕੰਮ ਕਰਦਾ ਰਹਾਂ। ਸੋ ਦੈਟਸ ਵਾਈ ਇਟ ਕੇਮ ਟੂ ਮਾਈ ਮਾਈਂਡ ਡੈਡ ਦਾ ਬਿਜ਼ਨਸ ਹੈਗਾ। ਦੈਟਸ ਟਰੂ। ਯਾ ਕਿਉਂਕਿ ਵੱਡੀ ਚੀਜ਼ ਹੁੰਦੀ ਹੈ ਨਾ, ਇਹ ਬਹੁਤ ਵੱਡਾ ਮਾਈਂਡਸੈਟ ਹੀ ਹੁੰਦਾ ਜੀ। ਆਪਾਂ ਨੂੰ ਫੈਮਿਲੀ ਤੋਂ ਇਹੀ ਬੈਕਗ੍ਰਾਉਂਡ ਤੋਂ ਮਿਲਿਆ ਹੈਗਾ ਕਿ ਆਪਾਂ ਜੌਬ ਕਰਨੀ ਹੈ, ਜੌਬ ਕਰਨੀ ਹੈ, ਜੌਬ ਕਰਨੀ ਹੈ, ਦੈਨ ਤੁਹਾਡਾ ਮਾਈਂਡਸੈਟ ਨਹੀਂ ਬਣ ਪਾਉਂਦਾ ਹੈਗਾ। ਉਹ ਮਾਈਂਡਸੈਟ ਨੂੰ ਸ਼ਿਫਟ ਕਰਨ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ। ਬਟ ਜਿੱਥੋਂ ਤੱਕ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈਗਾ ਕਿ ਤੁਸੀਂ ਬੈਕਗ੍ਰਾਉਂਡ ਹੀ ਤੁਹਾਡਾ ਉਹੀ ਹੈਗਾ। ਯਾ ਟਾਈਮ ਲੱਗਦਾ ਕਾਫੀ। ਈਵਨ ਜੇ ਕੋਈ ਬਿਜ਼ਨਸ Yeah. ਫੈਮਿਲੀ ਤੋਂ ਅਬਰੋਡ ਹੈ ਨਾ, ਉਹਨਾਂ ਦੀ ਲਾਈਫ 'ਚ ਵੀ ਮੋਸਟਲੀ ਲੋਕ ਆਸ-ਪਾਸ ਇੰਪਲੋਈ ਮਾਈਂਡਸੈਟ ਵਾਲੇ ਹੀ ਹੁੰਦੇ ਆ। ਇੱਕ ਅੱਧਾ ਫਰਕ ਜ਼ਰੂਰ ਪੈਂਦਾ, ਬਟ ਮੋਸਟਲੀ ਲੋਕ ਉਦਾਂ ਹੀ ਟ੍ਰੇਨ ਹੁੰਦੇ ਆ। ਈਵਨ ਆਰ ਐਜੂਕੇਸ਼ਨ ਸਿਸਟਮ, ਮੈਂ ਬਹੁਤ ਵਾਰ ਸੋਚਦਾ ਐਜੂਕੇਸ਼ਨ ਸਿਸਟਮ ਇਜ਼ ਟ੍ਰੇਨਡ ਇਨ ਅ ਵੇ ਟੂ ਟੈਲ ਅਸ ਕਿ ਯਾਰ ਐਂਡ ਮੂਮੈਂਟ ਤੇ ਪੜ੍ਹ ਲਿਓ, ਤੇ ਕੋਈ ਨਾ ਐਸ਼ ਕਰੋ, ਐਂਡ ਮੂਮੈਂਟ ਤੇ ਪੜ੍ਹ ਲਿਓ, ਛੁੱਟੀ ਆਊਗੀ ਬਸ ਤੁਸੀਂ ਪੜ੍ਹ ਲਿਆ, ਹੁਣ ਛੁੱਟੀ ਲੈ ਲਓ, ਛੁੱਟੀ ਲੈ ਲਓ, ਬਸ ਅਸਾਈਨਮੈਂਟ ਕਰਕੇ ਅਗਲੀ ਕਲਾਸ ਲਈ ਆ ਜਾਓ। ਤੇ ਦਿਸ ਇਜ਼ ਨਾਟ ਹਾਊ ਬਿਜ਼ਨਸ ਵਰਕਸ। ਬਿਜ਼ਨਸ ਇਜ਼ ਲਾਈਕ ਐਵਰੀ ਡੇ ਯੂ ਆਰ ਔਨ ਇਟ ਐਂਡ ਐਵਰੀ ਡੇ ਅੱਜ ਹੋਰ, ਅੱਜ ਹੋਰ, ਯਾਰ ਅੱਜ ਫਿਰ ਤੋਂ ਹੋਰ, ਚੱਲ ਹੋਰ ਫਿਰ ਤੋਂ ਹੋਰ। ਸੋ ਉਹ ਚੀਜ਼ ਕੰਸਿਸਟੈਂਸੀ ਉੱਥੇ ਦਿਖਾਉਂਦੇ ਨਹੀਂ ਹੈਗੇ। ਸੋ ਉਹ ਚੀਜ਼ ਬਿਜ਼ਨਸ ਦੇ ਵਿੱਚ ਸਿੱਖਣੀ ਬਹੁਤ ਜ਼ਰੂਰੀ ਹੈ। ਰਾਈਟ ਯਾ ਉਹੀ ਹੁੰਦਾ ਕਿ ਬਿਜ਼ਨਸ ਦੇ ਵਿੱਚ ਫਸਟ ਯੂ ਹੈਵ ਟੂ ਪੁੱਟ ਇਨ ਐਫਰਟਸ, ਆਫਟਰ ਦੈਟ ਯੂ ਵਿਲ ਗੈਟ ਰਿਜ਼ਲਟਸ। ਸੋ ਬਟ ਮੋਸਟਲੀ ਲੋਕਾਂ ਨੂੰ ਹੁੰਦਾ ਕਿ ਮੈਂ ਗਿਆ ਕੰਮ ਤੇ ਤਾਂ ਮੈਨੂੰ ਨਾਲ ਦੀ ਨਾਲ ਪੈਸੇ ਮਿਲਣ। ਦੈਟਸ ਨਾਟ ਹਾਊ ਥਿੰਗਸ ਵਰਕ ਇਨ ਬਿਜ਼ਨਸ ਸਾਈਡ। ਬਟ ਜੇ ਤੁਸੀਂ ਜ਼ਿਆਦਾ ਐਫਰਟ ਪਾ ਰਹੇ ਹੋ, ਆਫਟਰ ਦੈਟ ਯੂ ਵਿਲ ਗੈਟ ਬੈਟਰ ਰਿਜ਼ਲਟਸ। ਟਰੂ, ਇਹ ਤਾਂ ਹੈ। Yeah. So, what do you consider your biggest strength? ਕਾਫੀ ਵਧੀਆ ਕੁਐਸਚਨ ਹੈ ਇਹ, ਤੁਸੀਂ ਸਾਰਿਆਂ ਨੂੰ ਪੁੱਛਦੇ ਹੈ ਇਹ? ਵਿੱਚ ਵਿੱਚ ਆਈ ਜਾਂਦੇ ਆ, ਮੈਟਰ ਕਰਦਾ ਕਿ ਬੰਦਾ ਕੌਣ ਆਇਆ। ਅੱਛਾ ਠੀਕ ਹੈ। ਸੋ ਮੈਂ ਇਹ ਇਸ ਗੱਲ ਦੱਸੂਗਾ, ਤੁਸੀਂ ਵੀ ਮੈਨੂੰ ਦੱਸੋਗੇ ਕਿ ਤੁਹਾਡਾ ਬਿਗੇਸਟ ਸਟਰੈਂਥ ਕੀ ਹੈ। ਠੀਕ ਹੈ। ਓਕੇ ਸੋ ਆਈ ਥਿੰਕ ਦਿਸ ਇਜ਼ ਆਲ ਅਬਾਊਟ ਸੈਲਫ ਅਵੇਅਰਨੈਸ। ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ, ਪਰ ਓਕੇ ਮੇਰੇ ਅਕੋਰਡਿੰਗ ਮੇਰੀ ਬਿਗੇਸਟ ਸਟਰੈਂਥ ਹੈਗੀ ਹੈ ਮੇਰਾ ਐਟੀਟਿਊਡ, ਪੋਜ਼ਿਟਿਵ ਐਟੀਟਿਊਡ। ਐਂਡ ਆਈ ਥਿੰਕ ਸੈਕਿੰਡ ਵੁੱਡ ਬੀ ਕਿ ਮੇਰੀ ਲੀਡਰਸ਼ਿਪ, ਮੇ ਬੀ ਕਿ ਮੈਂ ਕਿੱਦਾਂ ਲੀਡ ਕਰ ਸਕਦਾ। ਮੇ ਬੀ ਆਈਵ ਲਰਨਡ ਇਟ, ਸੋ ਮੈਨੂੰ ਇੱਦਾਂ ਲੱਗਦਾ। ਬਾਕੀ ਅਗੇਨ ਵਿਦ ਟਾਈਮ ਇਟ ਮਾਈਟ ਚੇਂਜ। ਵਾਟ ਅਬਾਊਟ ਯੂ? ਓਕੇ ਹੈਪੀ ਵੀਰੇ ਦੱਸ ਦਿਓ, ਹੁਣ ਮੇਰੇ ਤੋਂ ਬਾਅਦ ਚ ਆ ਜਾਊਗਾ ਕੋਈ। ਹੈਪੀ ਵੀਰੇ ਤੁਹਾਡਾ ਦੱਸੋ। Your biggest strength ਦੇਖੀ ਜਾਏਗੀ ਤਾਂ I can say ਕਿ I can make decisions pretty good, ਕਿ ਮੈਂ ਚੀਜ਼ਾਂ ਨੂੰ ਵਧੀਆ ਐਨਾਲਾਈਜ਼ ਕਰਕੇ ਤੇ ਵਧੀਆ ਡਿਸੀਜਨ ਲੈ ਸਕਦਾ ਜਲਦੀ ਵੀ, ਨਾਲੇ ਜ਼ਿਆਦਾ ਟਾਈਮ ਨਹੀਂ ਪਾਉਂਦਾ ਜ਼ਿਆਦਾ। ਤੇ that's I think my biggest strength, ਕਿ ਮੈਂ ਐਨਾਲਾਈਜ਼ ਵਧੀਆ ਤਰੀਕੇ ਨਾਲ ਕਰਕੇ ਜਲਦੀ ਤੋਂ ਜਲਦੀ ਡਿਸੀਜਨ ਲੈ ਸਕਦਾ। That's a huge strength, brother. And the second thing is like work ethic. I can like put in a lot of work. Nice. ਓਕੇ ਨਾਈਸ। ਪਰ ਮੈਨੂੰ ਹਜੇ ਮੇਰਾ ਪਤਾ ਨਹੀਂ, ਪਰ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਜਿਹੜਾ ਮੈਨੂੰ ਲੱਗਦਾ। ਬਟ ਮੇਰਾ ਹੈ ਕਿ ਮੈਂ ਇਮੋਸ਼ਨਸ ਕੰਟਰੋਲ ਕਰ ਸਕਦਾ ਆਪਦੇ। ਜੇ ਮੰਨ ਲਓ ਮੈਨੂੰ ਕਿਸੇ ਤੇ ਗੁੱਸਾ ਆਉਂਦਾ ਤਾਂ ਆਈ ਕੈਨ ਹੈਂਡਲ ਦਾ ਸਿਚੁਏਸ਼ਨ ਵੈਰੀ ਵੈਲ। ਸਾਹਮਣੇ ਪਰਸਨ ਨੂੰ ਗੁੱਸਾ ਆ ਰਿਹਾ ਤਾਂ ਇੱਦਾਂ ਨਹੀਂ ਕਿ ਮੇਰੇ ਨਾਲ ਲੜਿਆ ਤਾਂ ਮੈਂ ਹੋ ਜਾਂਦਾ 99% 'ਚੋਂ ਇੱਕ ਵਾਰੀ ਬਾਅਦ, ਮਤਲਬ 100% 'ਚੋਂ ਇੱਕ ਵਾਰੀ ਹੋ ਜਾਂਦਾ ਗੁੱਸਾ ਆ ਗਿਆ ਹੋਵੇ, ਬਟ 99% ਮੈਂ ਕੰਟਰੋਲ ਕਰ ਸਕਦਾ। ਮੈਨੂੰ ਭੜਕਾਉਣਾ ਈਜ਼ੀ ਨਹੀਂ ਆ, ਬਟ ਪਹਿਲਾਂ ਬਹੁਤ ਈਜ਼ੀ ਹੁੰਦਾ ਸੀ 3-4 ਸਾਲ ਪਹਿਲਾਂ। ਬਟ ਨਾਓ ਆਈ ਹੈਵ ਡਿਵੈਲਪਡ ਸਮ ਸਕਿੱਲਸ ਕਹਿ ਸਕਦੇ ਹਾਂ, ਜਾਂ ਕੰਟਰੋਲ ਕਹਿ ਸਕਦੇ ਹਾਂ। ਬਟ ਆਈ ਕੈਨ ਕੰਟਰੋਲ ਮਾਈ ਇਮੋਸ਼ਨਸ। ਦੈਟਸ ਦ ਆਈ ਥਿੰਕ ਵਨ। ਮੈਨੂੰ ਨਾ ਇੱਕ ਗੱਲ ਯਾਦ ਆਈ ਇਹ ਤੋਂ। ਸੋ ਜਿਵੇਂ 3 ਚੀਜ਼ਾਂ ਹੁੰਦੀਆਂ ਨੇ, IQ, SQ, EQ, ਇੰਟੈਲੀਜੈਂਟ ਓਕੇ ਕੋਸ਼ੈਂਟ, ਸੋਸ਼ਲ ਕੋਸ਼ੈਂਟ ਐਂਡ ਇਮੋਸ਼ਨਲ ਕੋਸ਼ੈਂਟ।
ਐਂਡ ਹਾਂ ਆਈ ਥਿੰਕ ਇੱਕ ਹੋਰ ਹੁੰਦਾ ਮੈਨੂੰ ਯਾਦ ਨਹੀਂ ਆ ਰਿਹਾ, ਪਰ ਇਦਾਂ ਕਿਹਾ ਜਾਂਦਾ ਕਿ IQ ਇਜ਼ ਸਮਥਿੰਗ ਜੋ ਏਜ ਦੇ ਹਿਸਾਬ ਨਾਲ ਚੇਂਜ ਵੀ ਹੋ ਸਕਦਾ ਹੈ ਔਰ ਇਟ ਮਾਈਟ ਡਿਫਰ ਪਰਸਨ ਟੂ ਪਰਸਨ, ਪਰ ਤੁਹਾਡੇ ਮੇਨ ਸਕਸੈਸ ਇਨ ਬਿਜ਼ਨਸ ਸਪੈਸ਼ਲੀ ਡਿਪੈਂਡਸ ਔਨ ਸੋਸ਼ਲ ਕੋਸ਼ੈਂਟ ਐਂਡ ਇਮੋਸ਼ਨਲ ਕੋਸ਼ੈਂਟ। ਸੋ ਕਾਫੀ ਵਧੀਆ ਗੱਲ ਹੈ ਤੁਸੀਂ ਜੋ ਕਹੀ, ਮੈਂ ਹੁਣ ਰਿਅਲਾਈਜ਼ ਕਰ ਰਿਹਾ ਕਿ ਬੰਦਾ ਇਮੋਸ਼ਨਸ ਵੀ ਕੰਟਰੋਲ ਕਰ ਸਕਦਾ ਨੈਕਸਟ ਲੈਵਲ। ਓਕੇ, ਨਹੀਂ ਮੈਨੂੰ ਨਹੀਂ ਪਤਾ ਸੀ, ਮੈਨੂੰ ਲੱਗਾ ਕਿਤੇ ਸਿੰਪਲ ਜਿਹਾ ਆਨਸਰ ਹੋਗਾ ਇਹ, ਮੈਨੂੰ ਇਹੀ ਲੱਗੀ ਆ ਨਾ, ਹੋਰ ਕੋਈ ਚੀਜ਼ ਹੈ ਨਹੀਂ। ਮਤਲਬ ਡਿਸੀਜਨਸ, ਹਾਂ ਮਤਲਬ ਜ਼ਿਆਦਾਤਰ ਹੈਪੀ ਹੋਈ ਨੂੰ ਪਤਾ ਹੀ ਆ, ਅਸੀਂ ਦੋਨੇ ਮਤਲਬ ਆਪਸ 'ਚ ਹੀ ਉਹ ਕਰਦੇ ਰਹਿੰਦੇ ਆ, ਜਾਂ ਮਤਲਬ ਜਿਹੜੇ ਵੀ ਲਾਈਫ 'ਚ ਹੁੰਦੇ ਆ, ਮੈਂ ਦੂਜਿਆਂ ਸੁਜੈਸ਼ਨਸ ਬਹੁਤ ਲੈਣਾ, ਬਟ ਹਾਂ ਵਨ ਥਿੰਗ ਇਜ਼ ਇਮੋਸ਼ਨਸ ਦੈਟ ਕੈਨ ਆਈ ਕੰਟਰੋਲ ਔਨ ਮਾਈ ਸੈਲਫ। ਇਵਨ ਜਿਵੇਂ ਭੁਪਿੰਦਰ ਭਾਜੀ ਨੇ ਕਿਹਾ ਹੈਪੀ ਕਿ ਮੈਂ ਡਿਸੀਜਨ ਛੇਤੀ ਲੈ ਸਕਦਾ, ਦੈਟਸ ਆਲਸੋ ਸਾਈਨ ਆਫ ਇਮੋਸ਼ਨਲ ਕੋਸ਼ੈਂਟ ਕਿ ਬੰਦਾ ਇਮੋਸ਼ਨਸ 'ਚ ਬਹਿ ਨਹੀਂ ਜਾਂਦਾ ਕਿ ਅੱਛਾ ਯਾਰ ਇਹ ਕਰਾਂ, ਨਾਈਸ। ਯਾਰ ਫਿਰ ਲੋਕੀ ਕੀ ਸੋਚਣਗੇ, ਯਾਰ ਇਹ ਕਰਾਂ ਤਾਂ ਯਾਰ ਉਹ ਕੀ ਹੋਊਗਾ, ਯਾਰ ਮੈਂ ਡਿਸੀਜਨ ਨਹੀਂ ਲੈ ਪਾ ਰਿਹਾ, ਯਾਰ ਛੱਡ ਪਰਾਂ ਯਾਰ ਕਰੀਏ ਕੰਮ। ਯਾਰ ਦੈਟਸ ਤੇ ਰਾਈਟ। ਆਪਾਂ ਜ਼ਿਆਦਾ ਤਾਂ ਦੇਖਦੇ ਹੁੰਦੇ ਜੀ, ਮੈਂ ਤੇ ਅਰਪ੍ਰੀਤ ਵੈਸੇ ਹੀ ਪੋਡਕਾਸਟ ਤੇ ਗੱਲਾਂ ਕਰਦੇ ਨੇ ਕਿ ਲੋਕੀ ਆਈ ਪਾਈ ਜਾਂਦੇ ਰਹਿੰਦੇ, ਸੋਚੀ ਜਾਂਦੇ ਰਹਿੰਦੇ, ਸੋਚੀ ਜਾਂਦੇ ਰਹਿੰਦੇ, ਡਿਸੀਜਨ ਨਹੀਂ ਲੈ ਪਾਉਂਦੇ ਗੇ। ਸੋਚਣ ਤੇ ਜ਼ਿਆਦਾ ਟਾਈਮ ਬਹੁਤ ਲੋਕੀ ਖਰਾਬ ਕਰਦੇ ਆ, ਆਪਾਂ ਦੇਖਦੇ ਆਂਗੇ ਉਦੋਂ ਫਿਰ ਕਿਉਂਕਿ ਚਲੋ ਆਪਣੀ ਸਟਰੈਂਥ ਹੈ ਕਿ ਮੰਨ ਲਓ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਡਿਸੀਜਨ ਲੈਂਦੇ ਕਿਉਂ ਨਹੀਂ ਗੇ, ਇਹ ਵੇਟ ਕਿਉਂ ਕਰੀ ਜਾਂਦੇ, ਬਟ ਸਟਿਲ ਯਾਰ ਉਹਨਾਂ ਦੀ ਸੋਚ ਉਸ ਹਿਸਾਬ ਨਾਲ ਬਣੀ ਹੋਈ ਹੈ। ਹਾਂ ਯਾ ਇਹ ਚੀਜ਼ ਹੈ। ਸੋ ਜੋ ਲੋਕ ਡਿਸੀਜਨ ਨਹੀਂ ਬਣਾ ਪਾਉਂਦੇ ਉਹਨਾਂ ਲਈ ਇੱਕ ਲਾਈਨ ਹੈ, ਇਨਡਿਸੀਜਨ ਇਜ਼ ਅ ਡਿਸੀਜਨ ਇਨ ਇਟਸੈਲਫ। ਇਨਡਿਸੀਜ਼ਨ Yeah. ਇਜ਼ ਏ ਡਿਸੀਜ਼ਨ ਇਨ ਇਟਸੈਲਫ। ਕਿ ਜੇ ਤੁਸੀਂ ਨਹੀਂ ਓਕੇ। ਡਿਸਾਈਡ ਕਰ ਰਹੇ, ਤੁਸੀਂ ਆਲਰੇਡੀ ਡਿਸਾਈਡ ਕਰ ਲਿਆ ਆਈ ਐਮ ਨਾਟ ਗੋਇੰਗ ਟੂ ਡੂ ਐਨੀਥਿੰਗ, ਉਹ ਆਲਰੇਡੀ ਤੁਸੀਂ ਇੱਕ ਸਟੈਪ ਲੈ ਚੁੱਕੇ ਹੋ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਿਕੋਜ਼ ਵਿਦ ਦ ਟਾਈਮ ਯੂ ਆਰ ਟੇਕਿੰਗ ਸਮ ਐਕਸ਼ਨਸ। ਦੈਟਸ ਰਾਈਟ, ਪਰਫੈਕਟਲੀ ਰਾਈਟ। ਇੱਕ ਸਹੀ ਇੱਕ ਕੁਐਸਚਨ ਹੋਰ ਆ ਗਿਆ ਮੈਨੂੰ ਤੁਹਾਡੀ ਗੱਲਾਂ 'ਚ ਹੀ, ਮੈਨੂੰ ਕੁਐਸਚਨ ਆਈ ਜਾਂਦੇ ਬਹੁਤ ਸਾਰੇ। ਅੱਛਾ। ਤਾਂ what do you think a true leader is basically? I think a true leader is someone who can influence someone positively. ਕਿ ਉਹ ਉਹਨਾਂ ਨੂੰ so someone a leader is someone who knows the way, shows the way and goes the way. So I think words ਉਲਟੇ ਹੋ ਗਏ, knows the way, goes the way, shows the way. Okay. So I think ਜੇ suppose ਮੈਂ ਲੀਡਰ ਆ ਕਿਸੇ ਨੂੰ, ਉਹਨੂੰ uplift ਕਰਨਾ ਆਉਣਾ ਚਾਹੀਦਾ, ਉਹ ਲੋਕਾਂ ਨੂੰ encourage ਕਰਦਾ ਟੂ ਮੇਕ ਸਮਥਿੰਗ ਬੈਟਰ ਇਨ देयर ਲਾਈਫ, ਐਂਡ ਉਹ ਮੈਨੂੰ ਲੱਗਦਾ ਹੈ ਲੀਡਰ ਦੀ ਲਾਈਫ ਦੇ ਵਿੱਚ ਇੱਕ ਐਲੀਮੈਂਟ ਹੁੰਦਾ ਆਫ ਇੰਸਪੀਰੇਸ਼ਨ। ਫॉर ਮੀ ਰੋਨਾਲਡੋ ਇਜ਼ ਦ ਬਿਗੇਸਟ ਇੰਸਪੀਰੇਸ਼ਨ, ਕ੍ਰਿਸਟੀਆਨੋ ਰੋਨਾਲਡੋ। ਹੀ ਇਜ਼ ਅ ਲੀਡਰ ਜੋ ਲੋਕਾਂ ਨੂੰ ਕਹਿੰਦਾ ਚੱਲ ਯਾਰ ਤੂੰ ਕਰ, ਆਪਾਂ ਜਿੱਤਾਂਗੇ, ਦ ਹੋਲ ਟੀਮ ਇਜ਼ ਲੂਜ਼ਿੰਗ, ਕਰਾਊਡ ਚੱਲ ਯਾਰ ਤੂੰ ਉੱਚੀ ਕਰ, ਆਪਾਂ 3-0 ਨਾਲ ਜਿੱਤਣਾ, ਵੀ ਵਿਲ ਵਿਨ। ਸੋ ਉਹ ਇੱਕ ਲੀਡਰ ਹੁੰਦਾ ਜੋ ਆਪਣੇ ਐਕਸ਼ਨਸ ਨਾਲ ਹੀ ਲੋਕਾਂ ਨੂੰ ਮੋਟੀਵੇਟ ਕਰ ਲੈਂਦਾ। ਬਾਕੀ ਅਗੇਨ ਸਟਿਲ ਲਰਨਿੰਗ, ਸੋ ਥੋੜਾ ਹੋਰ ਬੈਟਰ ਹੋ ਸਕਦਾ ਆਈ ਥਿੰਕ। ਤੁਹਾਨੂੰ ਕੀ ਲੱਗਦਾ ਕੀ ਹੁੰਦਾ ਲੀਡਰ? ਮੇਰੇ ਹਿਸਾਬ ਨਾਲ ਜਿਹੜਾ ਹੋਰ ਲੀਡਰ ਕ੍ਰੀਏਟ ਕਰੇ, ਸੱਚੇ ਲੀਡਰ ਕ੍ਰੀਏਟ ਕਰੇ, ਮੀਨਸ ਨਾਟ ਐਜ਼ ਲਾਈਕ ਸਮਵਨ, ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਇੱਕ ਟੀਮ 'ਚ ਕੰਮ ਕਰਦੇ ਪਏ ਹਾਂ, ਤਾਂ ਇੱਕ ਹੁੰਦਾ ਲੀਡਰ ਕਹਦੇ ਕਿ ਹਾਂ ਤੁਸੀਂ ਜਿਹੜੀ ਗੱਲ ਮੈਂ ਕਹੀ ਉਹ ਤੁਸੀਂ ਕਰਨੀ ਹੈ, ਤਾਂ ਮੈਂ ਉਹਨੂੰ ਕਿਸੇ ਨੂੰ ਲੀਡਰ ਕਿਵੇਂ ਕਹਿ ਸਕਦਾ, ਹੈ ਨਾ? ਉਹ ਤਾਂ ਇੱਕ ਤਰ੍ਹਾਂ ਦਾ ਬੌਸ ਹੋ ਗਿਆ। ਲੀਡਰ ਤੇ ਬੌਸ 'ਚ ਮਤਲਬ ਇੰਪਲੋਇਰ 'ਚ ਬਹੁਤ ਵੱਡਾ ਡਿਫਰੈਂਸ ਆ। ਏ ਟਰੂ ਲੀਡਰ ਇਜ਼ ਹੂ ਮੇਕਸ ਅਦਰ ਪੀਪਲ ਵਰਕ ਐਜ਼ ਦ ਲੀਡਰ ਟੂ। ਉਹਨਾਂ ਨੂੰ ਵੀ ਕਹੇ ਵੀ ਹਾਂ ਤੁਸੀਂ ਵੀ ਆਪਣੇ ਆਪ ਤੇ ਸਹੀ ਡਿਸੀਜ਼ਨ ਲੈ ਸਕੋ, ਕਿੱਦਾਂ ਲੈਣੇ ਆ ਮੈਂ ਤੁਹਾਨੂੰ ਸਿਖਾਊਂਗਾ, ਕਿੱਥੇ ਗਲਤ ਹੋ ਉਹ ਤੁਹਾਨੂੰ ਮੈਂ ਦੱਸੂੰਗਾ, ਇਨ ਮਾਈ ਥਿੰਕਿੰਗ। ਯਾ ਸਹੀ ਹੈ ਤੁਹਾਡਾ ਕਿ ਇਹ ਮੈਂ ਹੁਣੀ ਜੌਨ ਮੈਕਸਵੈਲ ਨੂੰ ਪੜ੍ਹੀ ਜਾਂਦਾ ਸੀਗਾ, ਤੇ ਉਹ ਬਿਗੇਸਟ ਲੀਡਰਸ਼ਿਪ ਟ੍ਰੇਨਿੰਗ ਦੇ ਵਿੱਚ ਹੀ ਪੜ੍ਹਾਉਂਦਾ ਹੈਗਾ। ਉਹਦਾ ਲਿਖਿਆ ਕਿ ਲੀਡਰਸ਼ਿਪ ਇਜ਼ ਜਸਟ ਇਨਫਲੂਐਂਸ, ਕਿ ਤੁਸੀਂ ਜੇ ਲੋਕਾਂ ਨੂੰ ਇਨਫਲੂਐਂਸ ਕਰ ਸਕਦੇ ਹੋ ਦੈਨ ਯੂ ਆਰ ਇਨ ਲੀਡਰਸ਼ਿਪ ਰੋਲ। ਤੇ ਹਰਪ੍ਰੀਤ ਦੀ ਗੱਲ ਵੀ ਸਹੀ ਹੈ ਕਿ ਲੀਡਰਸ਼ਿਪ ਤੇ ਬੌਸ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੈ। ਕਿਹੜੀ ਬੁੱਕ ਪੜ੍ਹ ਲੀਡਰ ਰਹੇ ਟੀਮ ਸੀ? ਨੂੰ ਨਾਲ ਲੈ ਕੇ ਚੱਲਦਾ। ਮੈਂ ਜੌਨ ਮੈਕਸਵੈਲ ਦੀ ਗੁੱਡ ਲੀਡਰਸ ਆਸਕ ਗ੍ਰੇਟ ਕੁਐਸਚਨਸ, ਉਹਦੇ ਵਿੱਚ ਹੀ ਆ ਸਾਰੇ ਥੋੜੇ ਬਹੁਤ ਗਏ। ਨਾਈਸ। ਉਹਦੇ ਵਿੱਚ ਹੀ ਸਾਨੂੰ ਗਏ ਨੇ। ਐਕਚੁਅਲੀ ਉਹਦੇ ਵਿੱਚ ਨਾ ਇੱਕ ਹੋਰ ਜਿੱਦਾਂ ਲੀਡਰਸ਼ਿਪ ਦੀ ਪੋਜੀਸ਼ਨਸ ਹੁੰਦੀਆਂ ਨੇ, ਡਿਫਰੈਂਟ ਲੈਵਲਸ ਹੁੰਦੇ ਆ। ਇਹੀ ਬੁੱਕ ਇਹਦੇ ਵਿੱਚ ਨਹੀਂ ਹੋਗਾ, ਕਿਸੇ ਹੋਰ ਬੁੱਕ 'ਚ ਹੋਗਾ ਜੌਨ ਮੈਕਸਵੈਲ ਦੀ, ਦ 5 ਲੈਵਲਸ ਆਫ ਲੀਡਰਸ਼ਿਪ। ਸੋ ਕਹਿੰਦਾ ਪੋਜੀਸ਼ਨ, ਐਂਡ ਦੈਨ ਉਸ ਤੋਂ ਬਾਅਦ ਆਈ ਥਿੰਕ ਇਟਸ ਰਿਲੇਸ਼ਨਲ, ਕਿ ਪਰਮਿਸ਼ਨਲ, ਕਿ ਜੋ ਲੋਕ ਪਰਮਿਸ਼ਨ ਦਿੰਦੇ ਸਾਨੂੰ ਲੀਡ ਕਰਨ ਦੀ। ਦੈਨ ਯੂ ਹੈਵ ਪ੍ਰੋਡਕਸ਼ਨ, ਕਿ ਤੁਸੀਂ ਲੋਕਾਂ ਨੂੰ ਪ੍ਰੋਡਿਊਸ ਕਰਨਾ ਸਿਖਾਉਂਦੇ ਹੋ, ਐਂਡ ਦੈਨ ਯੂ ਬਿਲਡ ਅਦਰ ਪੀਪਲ, ਜੋ ਹਰਪ੍ਰੀਤ ਨੇ ਕਿਹਾ ਤੁਸੀਂ ਅਦਰ ਲੀਡਰਸ ਨੂੰ ਬਿਲਡ। ਉਹਨੇ ਰੈਫਰੈਂਸ ਦਿੱਤੀ ਹੈ ਇਹ ਚੀਜ਼ ਬਾਰੇ ਇਹ ਬੁੱਕ ਦੇ ਵਿੱਚ, ਕਿ ਮੈਂ ਆਪਦੀ ਉਹ ਬੁੱਕ ਦੇ ਵਿੱਚ ਕਿਹਾ ਸੀਗਾ 5 ਲੈਵਲਸ ਆਫ ਲੀਡਰਸ਼ਿਪ ਬਾਰੇ। ਉਹ ਇਹੀ ਆ, ਪਹਿਲਾਂ ਤੁਹਾਡੇ ਕੋਲ ਪੋਜੀਸ਼ਨ ਮਿਲਦੀ ਹੈ, ਲਾਈਕ ਯੂ ਆਰ ਇਨ ਅ ਬੌਸੀ ਪੋਜੀਸ਼ਨ, ਕਿ ਉੱਥੇ ਤੁਹਾਡੇ ਕੋਲ ਪੋਜੀਸ਼ਨ ਹੁੰਦੀ ਹੈ, ਦੈਨ ਯੂ ਸਟਾਰਟ ਵਰਕਿੰਗ ਔਨ ਦੈਟ ਥਿੰਗ। ਐਂਡ ਈਵਨ ਲੀਡਰਸ਼ਿਪ ਦਾ ਲਾਅ ਹੈ, ਲਾਅ ਆਫ ਐਮਪਾਵਰਮੈਂਟ। ਸੋ ਫੋਰਡ ਕੰਪਨੀ ਸਟਾਰਟਿੰਗ ਦੇ ਵਿੱਚ ਫੇਲ ਪਤਾ ਕਿਉਂ ਹੋਈ ਸੀਗੀ? ਬਿਕੋਜ਼ ਉਹ ਆਪਣੇ ਤੱਕ ਰੱਖਦੇ ਸੀਗੇ ਲੀਡਰਸ਼ਿਪ। ਉਹਨਾਂ ਨੇ ਲੋਕਾਂ ਨੂੰ CEO ਬਣਾਤਾ, ਬਟ ਦੇ ਡਿਡ ਨਾਟ ਗਿਵ ਦ ਪਾਵਰ।
ਕਿ ਯਾਰ ਤੂੰ ਮੇਰੇ ਬਗੈਰ ਇਹ ਚੀਜ਼ ਨਹੀਂ ਕਰੇਗਾ ਬਿਕੋਜ਼ ਆਈ ਵਾਂਟ ਟੂ ਬੀ ਹਾਂ ਆਈ ਐਮ ਦ ਲੀਡਰ। ਐਂਡ ਉਹਨੇ ਉਹਨੂੰ empower ਨਹੀਂ ਕੀਤਾ ਐਜ਼ ਅ ਲੀਡਰ ਕਿ ਤੂੰ ਚੱਲ ਨਹੀਂ ਕੋਈ ਨਾ ਮੈਂ ਖੜਾ ਤੇਰੇ ਪਿੱਛੇ, ਜਿੱਦਾਂ ਹਰਪ੍ਰੀਤ ਨੇ ਕਿਹਾ ਉਹਨੇ ਨਹੀਂ ਕੀਤਾ। ਐਂਡ ਆਈ ਥਿੰਕ ਮਿਨੀਮਾਈਜ਼ ਦ ਕੰਪਨੀ, ਅਦਰਵਾਈਜ਼ ਫੋਰਡ ਕੁਡ ਹੈਵ ਬੀਨ ਦ ਬਿਗੇਸਟ ਬ੍ਰਾਂਡ ਐਵਰ। ਦੈਟਸ ਲਾਈਕ ਰਾਈਟ। ਥੋੜਾ ਆਪਾਂ ਚਲੋ ਲੀਡਰਸ਼ਿਪ ਤੋਂ ਪਾਸੇ ਜਾ ਕੇ ਥੋੜਾ ਜਿਹਾ ਹੋਰ ਸਵਾਲ ਪੁੱਛੀਏ ਤਾਂ ਵਾਟਸ ਯੂਰ ਟੇਕ ਔਨ ਰਿਲੇਸ਼ਨ ਬਿਟਵੀਨ ਮਨੀ ਐਂਡ ਹੈਪੀਨੈਸ? ਨਾਈਸ। ਕਾਫੀ ਡੀਪ ਕੁਐਸਚਨ ਹੈ ਇਹ। ਮਾਈ ਟੇਕ ਇਜ਼ ਜਿਹੜਾ ਬੰਦਾ ਘੱਟ ਪੈਸੇ ਨਾਲ ਖੁਸ਼ ਰਹਿ ਸਕਦਾ ਉਹ ਜ਼ਿਆਦਾ ਨਾਲ ਵੀ ਰਹਿ ਸਕਦਾ, ਪਰ ਅਗੇਨ ਇਫ ਯੂ ਡੋਂਟ ਹੈਵ ਮਨੀ ਇਟਸ ਵੈਰੀ ਡਿਫਿਕਲਟ ਟੂ ਬੀ ਵਿਦਆਊਟ ਸਟ੍ਰੈਸ। ਸੋ ਜੇ ਬੰਦਾ ਸਟ੍ਰੈਸ ਹੈਂਡਲ ਕਰਨਾ ਸਿੱਖ ਜਾਂਦਾ ਹੌਲੀ ਹੌਲੀ ਦੈਨ ਮਨੀ ਵੀ ਆ ਜਾਂਦੀ ਹੈ। ਬਟ ਜਿਵੇਂ ਸਕਸੈਸ ਲੈਡਰ ਬਿਲਡ ਹੁੰਦੀ ਹੈ, ਸਭ ਤੋਂ ਪਹਿਲਾ ਸਟੈਪ ਹੁੰਦਾ ਇਕਨੋਮਿਕਲ ਸਕਸੈਸ। ਇਫ ਯੋਰ ਨੀਡਸ ਆਰ ਨਾਟ ਸੈਟਿਸਫਾਈਡ ਹਾਂ ਇਟਸ ਵੈਰੀ ਡਿਫਿਕਲਟ ਟੂ ਲਿਵ ਇਨ ਅ ਵੈਰੀ ਡੀਸੈਂਟ ਮੈਨਰ। ਮਤਲਬ ਕਹਿ ਲਓ ਤੁਸੀਂ ਇੱਕ ਨਾਰਮਲ ਵਧੀਆ ਲਾਈਫ ਨਹੀਂ ਜੀ ਪਾਓਗੇ। ਹੈਪੀਨੈਸ ਐਵਰੀਵਨ ਡਿਫਾਈਨਸ ਫॉर ਥੈਮਸੈਲਫ। ਕਈ ਲੋਕ ਕਹਿੰਦੇ ਆ ਮੈਨੂੰ ਕੁਝ ਨਹੀਂ ਚਾਹੀਦਾ ਜੀ ਲਾਈਫ 'ਚ, ਮੈਂ ਕਿਉਂ ਗ੍ਰੇਟ ਬਣਾ। ਲਾਈਕ ਆਈ ਪੁੱਟ ਵਨ ਰੀਲ ਵਾਂਸ ਕਿ ਡੋਂਟ ਬੀ ਜੇ ਤੁਸੀਂ ਐਵਰੇਜ ਹੋਣਾ ਅਲੱਗ ਗੱਲ ਹੈ, ਜੇ ਤੁਸੀਂ ਐਕਸਟਰਾਆਰਡਨਰੀ ਹੋਣਾ ਯੂ ਹੈਵ ਟੂ ਬੀ ਐਕਸਟਰਾਆਰਡਨਰੀ ਇਨ ਅ ਲੋਟ ਆਫ ਥਿੰਗਸ। ਬੰਦਾ ਕਹਿੰਦਾ ਵਾਈ ਐਕਸਟਰਾਆਰਡਨਰੀ, ਕੀ ਜਿੱਦ ਪਈ ਹੈ, ਐਵਰੇਜ ਲਾਈਫ ਜੀ ਲਓ। ਤੋ ਦੈਟਸ ਰਾਈਟ। ਉਹਨਾਂ ਦੀ ਫਿਰ ਹੈਪੀਨੈਸ ਡਿਫਰੈਂਟ ਹੈ, ਮੇਰੇ ਲਈ ਹੈਪੀਨੈਸ ਡਿਫਰੈਂਟ ਹੋਊਗੀ। ਪਰ ਇਕਨੋਮਿਕਲ ਸਕਸੈਸ ਦੇ ਬਗੈਰ ਇੱਕ ਡੀਸੈਂਟ ਲਾਈਫ ਜੀਣਾ ਵੁੱਡ ਬੀ ਦ ਰਾਈਟ ਵਰਡਸ ਟੂ ਯੂਜ਼ ਇਜ਼ ਡਿਫਿਕਲਟ। ਐਂਡ ਹੈਪੀਨੈਸ ਬੰਦਾ ਜੇ ਉਹਦੇ ਨਾਲ ਰਿਲੇਟ ਕਰਦਾ ਇਟਸ ਵੈਰੀ ਡਿਫਿਕਲਟ ਟੂ ਬੀ ਹੈਪੀ ਇਫ ਯੂ ਹੈਵ ਸਮ ਰਿਸਪੌਂਸਿਬਿਲਿਟੀਜ਼ ਵਿਦਆਊਟ ਇਕਨੋਮਿਕਲ ਸਕਸੈਸ। ਸੋ ਮੇਰਾ ਦੈਟਸ ਟੇਕ ਇਹ ਹੈ। ਰਾਈਟ। ਆਈ ਥਿੰਕ ਬਾਕੀ ਤੁਸੀਂ ਐਡ ਕਰਨਾ ਚਾਹੋਗੇ ਕਰ ਸਕਦੇ ਹੋ। ਮੈਂ ਇਹਦੇ 'ਚ ਇੱਕ ਆਹ ਚੀਜ਼ ਐਡ ਕਰੂੰਗਾ, ਹੈਪੀ ਵੀਰੇ ਪ੍ਰਣੋਏ ਵੀਰੇ, ਤੁਸੀਂ ਮੈਨੂੰ ਦੱਸਿਓ ਅਗਰ ਮੈਂ ਗਲਤ ਹੋਵਾਂ। ਅਗਰ ਆਪਾਂ ਦੁਨੀਆ 'ਚ ਕਹਿੰਦੇ ਹੋਏ ਆ ਕਿ ਫਾਈਨੈਂਸ਼ੀਅਲ ਫਰੀਡਮ ਚਾਹੀਦੀ ਹੈ ਲੋਕਾਂ ਨੂੰ, ਤਾਂ ਆਈ ਐਮ ਯੂਜ਼ਿੰਗ ਹੇਅਰ ਫਾਈਨੈਂਸ਼ੀਅਲ ਫਰੀਡਮ ਵਰਡ ਨਾਟ ਐਜ਼ ਅ ਬਿਲੀਅਨ ਡਾਲਰ ਔਰ ਮਲਟੀ ਬਿਲੀਅਨ ਡਾਲਰ ਔਰ ਮਿਲੀਅਨਸ ਆਫ ਡਾਲਰਸ। ਦਰਅਸਲ ਬੰਦਾ ਆਪਣੀ ਲਾਈਫ ਦੇ ਵਿੱਚ ਇਹ ਚਾਹੁੰਦਾ ਕਿ ਉਹ ਜਦੋਂ ਵੀ ਕਿਤੇ ਪੈਸਾ ਲਾਉਣਾ ਹੋਵੇ, ਫੋਰ ਐਗਜ਼ਾਮਪਲ ਆਈ ਚੋਜ਼ ਕਿ ਮੈਂ ਦੁਬਈ ਜਾਣਾ ਘੁੰਮਣ, ਤੇ ਮੈਂ ਬੁਰਜ ਅਲ ਅਰਬ 'ਚ ਉੱਥੇ ਜਾ ਕੇ ਵੱਡੇ ਹੋਟਲ 'ਚ ਮਤਲਬ ਟੌਪ ਕਲਾਸ 'ਤੇ ਰਹਿਣਾ, ਮਤਲਬ ਹਾਇਰ ਫਲੋਰ 'ਤੇ ਰਹਿਣਾ ਹੈ ਨਾ। ਅਤੇ ਉੱਥੇ ਮੇਰੇ ਕੋਲ ਮੈਨੂੰ ਐਂ ਨਾ ਸੋਚਣਾ ਪਵੇ ਵੀ ਹਾਂ ਮੇਰੇ ਕੋਲ ਪੈਸੇ ਹੈ ਨਹੀਂ, ਹੈ ਨਾ। ਉਹ ਬਾਊਂਡਰੀ ਤੋਂ ਬੰਦਾ ਕੱਢਣਾ ਚਾਹੁੰਦਾ, ਉਹ ਨਾ ਕਿ ਉਹਦਾ ਏਮ ਹੈ ਅੱਜ ਕੱਲ੍ਹ ਕਿ ਹਾਂ ਉਹਨੇ ਡਿਫਾਈਨ ਕਰ ਲਿਆ ਗੋਲ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਐਗਜ਼ੈਕਟਲੀ। ਬਟ ਵਟ ਹੀ ਵਾਂਟਸ ਕਿ ਜਦੋਂ ਉਹਨੇ ਪੈਸੇ ਖਰਚਣੇ ਕਿਤੇ, ਜਦੋਂ ਉਹਨੇ ਕੋਈ ਚੀਜ਼ ਬਾਏ ਕਰਨੀ ਆ ਜਾਂ ਉਹਨੇ ਕਿਤੇ ਘੁੰਮਣ ਜਾਣਾ, ਬੇਸਿਕ ਨੀਡਸ ਕਹਿ ਲਓ, ਚਾਹੇ ਨਾਟ ਬਾਇੰਗ ਏ ਪ੍ਰਾਈਵੇਟ ਜੈਟ ਔਰ ਬਾਇੰਗ ਏ ਪ੍ਰਾਈਵੇਟ ਵਿਲਾ ਕਾਈਂਡ ਆਫ ਸਟਫ, ਪਰ ਉਹ ਚੀਜ਼ਾਂ ਨੂੰ ਗੇਨ ਕਰਨਾ ਚਾਹੁੰਦੇ ਆ ਮੋਸਟਲੀ ਬੰਦੇ, ਅਗਰ ਆਪਾਂ ਕਹਿੰਦੇ ਹਾਂ ਫਾਈਨੈਂਸ਼ੀਅਲ ਫਰੀਡਮ ਤੋਂ, ਰਾਈਟ। ਤਾਂ ਤੁਹਾਨੂੰ ਲੱਗਦਾ ਇਹ ਸਹੀ ਆ ਕਿ ਗਲਤ ਆ? ਮੈਨੂੰ ਇਹ ਲੱਗਦਾ ਕਿ ਹਾਂ, ਮੈਂ ਅਗਰ ਮੇਰੀ ਗੱਲ ਕਰੋਗੇ, ਮੈਂ ਨਹੀਂ ਚਾਹੁੰਦਾ ਕਿ ਆਈ ਵਾਂਟ ਲਾਈਕ ਟ੍ਰਿਲੀਅਨਸ ਆਫ ਡਾਲਰਸ, ਪਰ ਮੈਂ ਚਾਹੁੰਦਾ ਕਿ ਜਦੋਂ ਮੈਂ ਕਿਸੇ ਦੀ ਹੈਲਪ ਕਰਨੀ ਹੋਵੇ, ਜਦੋਂ ਮੈਂ ਕਿਸੇ ਦੀ ਮਦਦ ਕਰਨੀ ਹੋਵੇ, ਜਾਂ ਮੈਂ ਕਿਤੇ ਘੁੰਮਣ ਜਾਣਾ ਹੋਵੇ, ਮੈਨੂੰ ਕਿਤੋਂ ਪੈਸੇ ਨਾ ਮੰਗਣੇ ਪੈਣ, ਮੇਰੇ ਕੋਲ ਇੰਨੇ ਕੁ ਪੈਸੇ ਹੋਣ, ਰਾਈਟ। ਇਜ਼ ਇਟ ਰਾਈਟ ਮਾਈਂਡਸੈਟ, ਔਰ ਤੁਹਾਨੂੰ ਲੱਗਦਾ ਕਿ ਹਾਂ ਆਪਾਂ ਨਹੀਂ ਚੇਂਜ ਕਰਨਾ ਚਾਹੀਦਾ? ਹੈਪੀ ਤੁਸੀਂ ਬੋਲੋ। ਨਹੀਂ, ਬਿਲਕੁਲ ਸਹੀ ਹੈਗਾ ਕਿ ਇਹੀ ਹੈਗਾ ਕਿ ਜੇ ਤੁਸੀਂ ਲਾਲਚ ਕਰੀ ਚੱਲੋਗੇ ਫਿਰ ਉਹਦੀ ਤਾਂ ਕਿਤੇ ਲਿਮਟ ਨਹੀਂ ਗੀ। ਬਟ ਇਹੀ ਦੋਨਾਂ ਦੇ ਵਿੱਚ ਇਹੀ ਕਿ ਬਿਨਾਂ ਪੈਸੇ ਤੋਂ ਵੀ ਨਹੀਂ ਤੁਸੀਂ ਸਾਧ ਸਕਦੇਗੇ, ਤੇ ਬਟ ਰਾਈਟ। ਪੈਸਾ ਤੁਹਾਨੂੰ ਡਿਫਾਈਨ ਕਰਨਾ ਪੈਣਾ ਹੈਗਾ ਕਿ ਮੈਨੂੰ ਕਿੰਨਾ ਚਾਹੀਦਾ ਹੈਗਾ। ਹਾਂ ਕਿਉਂਕਿ ਜੇ ਤੁਸੀਂ ਕਿਤੇ ਲਿਮਟ ਨਹੀਂ ਨਾ ਰੱਖੀ, ਮੈਂ ਉਹੀ ਜਿਹੜਾ ਮੈਨੂੰ ਲੱਗਦਾ ਤੂੰ ਦੱਸਦਾ ਹੁੰਦਾ ਗਾ, ਮੈਨੂੰ ਪਤਾ ਨਹੀਂ ਜਿਹੜਾ ਹਿੰਦੀ 'ਚ ਮੋਟੀਵੇਸ਼ਨਲ ਸਪੀਕਰ ਹੈ, ਕਦੇ ਤੂੰ ਮੈਨੂੰ ਸੰਦੀਪ ਦੱਸਿਆ ਸੀ ਨਾ, ਮੈਂ ਮਹੇਸ਼ਵਰੀ। ਉਹਦੀ ਵੀਡੀਓ ਸੰਦੀਪ ਮਹੇਸ਼ਵਰੀ। ਨਹੀਂ, ਸੰਦੀਪ ਮਹੇਸ਼ਵਰੀ ਨਹੀਂ, ਇੱਕ ਹੋਰ ਵਿਵੇਕ ਬਿੰਦਰਾ। no, ਹੋਰ ਜਿਹੜਾ ਕੌਣ ਆ? ਅੰਕੁਰ 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 ਵਾਰੀਕੋ। ਅੰਕੁਰ। ਹਾਂ, ਉਹਦੀਆਂ ਮੈਂ 2-4 ਵੀਡੀਓ ਦੇਖੀਆਂ ਤਾਂ ਮੈਨੂੰ ਜ਼ਿਆਦਾ ਪਤਾ ਨਹੀਂ। ਹਾਂ ਉਹ ਹਾਂ ਦੱਸ ਹਾਂ ਰਿਹਾ ਸੀਗਾ ਕਿ ਜੇ ਤੁਹਾਨੂੰ ਕਿ ਤੁਸੀਂ ਲਿਮਟ ਨਹੀਂ ਨਾ ਰੱਖੀ, ਤੁਸੀਂ ਅੱਜ ਡਿਸਾਈਡ ਨਹੀਂ ਕੀਤਾ ਮੈਨੂੰ ਇੰਨਾ ਚਾਹੀਦਾ ਹੈਗਾ, ਫਿਰ ਤੁਸੀਂ ਸਾਰੀ ਉਮਰ ਪੈਸੇ ਪਿੱਛੇ ਤੁਰੇ ਫਿਰੋਗੇ, ਸੋ ਤੁਸੀਂ ਆਪਦੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਓਗੇ। ਬਟ ਜੇ ਤੁਸੀਂ ਰੱਖੀ ਆ ਲਿਮਟ ਕਿ ਹਾਂ ਜਦੋਂ ਮੈਨੂੰ ਇੰਨਾ ਮਿਲ ਗਿਆ ਉਦੋਂ ਮੈਂ ਆਪਦੀ ਲਾਈਫ ਨੂੰ ਇੰਜੋਏ ਕਰਨਾ ਸ਼ੁਰੂ ਕਰ ਦੂੰਗਾ, ਕਿਉਂਕਿ ਉਹ ਤੋਂ ਪਹਿਲਾਂ ਤੁਹਾਨੂੰ ਸੈਕਰੀਫਾਈਸ ਟ੍ਰੇਡ ਆਫ ਕਰਨੇ ਪੈਣਗੇ ਉਹਨਾਂ 'ਚ। ਜੇ ਤੁਸੀਂ ਆਖੋਗੇ ਮੈਂ ਅੱਜ ਹੀ ਲਾਈਫ ਨੂੰ ਇੰਜੋਏ ਕਰੀ ਜਾਂਦਾ ਤੇ ਮੈਂ ਕੰਮ ਕੋਈ ਨਹੀਂ ਬਾਅਦ 'ਚ ਕਰ ਦੂੰਗਾ, ਦੈਨ ਯੂ ਵਾਂਟ ਹੈਵ ਇਨਫ ਮਨੀ। ਬਟ ਜੇ ਤੁਸੀਂ ਅੱਜ ਆਪਦਾ ਹੈਪੀਨੈਸ ਨੂੰ ਪਾਸੇ ਰੱਖ ਕੇ ਕੰਮ ਤੇ ਫੋਕਸ ਕਰ ਰਹੇ ਹੋ ਐਂਡ ਯੂ ਹੈਵ ਅ ਗੋਲ ਕਿ ਮੈਂ ਇੰਨੇ ਪੈਸੇ ਇਕੱਠੇ ਕਰ ਲਏ ਤਾਂ ਇਸ ਤੋਂ ਬਾਅਦ ਮੈਂ ਆਈ ਵਿਲ ਸਟਾਰਟ ਇੰਜੋਇੰਗ, ਤੇ ਉਹ ਗੋਲ ਤੇ ਜਾ ਕੇ ਤੁਸੀਂ ਆਪਦਾ ਇੰਜੋਏ ਸਟਾਰਟ ਉਦੋਂ ਬਾਅਦ ਆਪਾਂ ਆਏ ਨਹੀਂ ਕਿ ਪੈਸੇ ਕਮਾਉਣੇ ਹਟ ਜਾਣੇ, ਯੂ ਸਟਿਲ ਕੀਪ ਵਰਕਿੰਗ ਬਟ ਯੂ ਸਟਾਰਟ ਇੰਜੋਇੰਗ ਆਲਸੋ। ਦੈਟਸ ਵਾਟ ਆਈ ਥਿੰਕ। ਵੈਲਿਡ ਪੁਆਇੰਟ, ਮੈਨੂੰ ਸਹੀ ਲੱਗਿਆ, ਮੈਨੂੰ ਵੀ ਸਹੀ ਲੱਗਿਆ। ਮੇਰਾ ਫਾਈਨੈਂਸ਼ੀਅਲ ਫਰੀਡਮ ਤੇ ਟੇਕ ਇਹ ਹੈ ਕਿ ਅਗੇਨ ਐਵਰੀਵਨ ਹੈਜ਼ देयर ਓਨ ਡੈਫੀਨੇਸ਼ਨ। ਕਿ ਕਈ ਸਪੋਜ਼ ਜਿੱਦਾਂ ਹੁਣ ਹਰਪ੍ਰੀਤ ਨੇ ਕਿਹਾ ਕਿ ਮੈਂ ਬੁਰਜ ਖਲੀਫਾ ਤੇ ਜਾ ਕੇ
ਜਾਂ ਜੋ ਵੀ ਹੋਟਲ ਦਾ ਨਾਮ ਹੈ, ਤੇ ਉੱਥੇ ਜਾ ਕੇ ਮੈਨੂੰ ਪੈਸੇ ਦੀ ਕਮੀ ਨਾ ਪਏ। ਹੁਣ ਹੋ ਹੂੰ ਸਕਦਾ ਕਿਸੇ ਨੂੰ ਇੰਨਾ ਹੋਵੇ ਕਿ ਮੈਂ ਬਸ ਇੱਕ ਪੀਸਫੁਲ ਪਹਾੜਾਂ 'ਚ ਰਹਿਣਾ ਚਾਹੁੰਦਾ, ਕਈ ਹੋ ਸਕਦਾ ਨਾਈਸ ਕਿ ਮੈਨੂੰ ਬਸ ਯਾ ਯਾ $2-3 ਹਜ਼ਾਰ ਯਾ ਚਾਹੀਦੇ ਆ, ਮੈਂ ਗੁੱਡ ਆ। ਉਹਦੇ ਲਈ ਉਹ 3000 ਦੀ ਪੈਸਿਵ ਇਨਕਮ ਇਜ਼ ਫਾਈਨੈਂਸ਼ੀਅਲ ਫਰੀडम। ਯਾ Yep. ਦੈਟਸ ਰਾਈਟ ਸਾਡੇ ਲਈ ਜੇ ਸਪੋਜ਼ ਬੰਦੇ ਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੈ ਤੇ ਵੱਡੇ ਹੂੰ ਸੁਪਨੇ ਹੈਗੇ, ਯਾਰ ਮੈਂ ਐਸ਼ ਕਰਨੀ ਹੈ, ਮੈਂ ਐਰੋਪਲੇਨ ਵੀ ਲੈਣਾ, ਜਾਂ ਫਿਰ ਮੈਂ ਇੱਧਰ ਜਾਣਾ ਉੱਧਰ ਜਾਣਾ, ਤਾਂ ਫਿਰ ਬੰਦੇ ਨੂੰ ਹੂੰ ਜ਼ਿਆਦਾ ਪੈਸਾ ਚਾਹੀਦਾ ਹੋਊਗਾ। Yeah. ਐਂਡ ਆਈ ਥਿੰਕ ਫਾਈਨੈਂਸ਼ੀਅਲ ਫਰੀडम ਇਜ਼ ਆਲਸੋ ਅ ਹਿਊਜ ਮਿਸਕਨਸੈਪਸ਼ਨ ਟੂਡੇ। ਲੋਕਾਂ ਨੂੰ ਹੂੰ ਲੱਗਦਾ ਕਿ ਬੈਠੇ ਬੈਠੇ ਪੈਸਾ ਕਮਾਇਆ ਜਾ ਸਕਦਾ, ਦੈਟ ਇਜ਼ ਨਾਟ ਐਟ ਆਲ ਟਰੂ। ਕਮਸ ਵਿਦ ਅ ਹਿਊਜ ਅਮਾਊਂਟ ਆਫ ਰਿਸਪੌਂਸਿਬਿਲਿਟੀ। ਇਹ ਈਵਨ ਨੇਸ਼ਨ ਦੇ ਥਰੂ ਪ੍ਰੂਵ ਹੁੰਦਾ ਹੈ ਕਿ ਇੰਡੀਆ ਨੂੰ ਜੇ ਫਰੀडम ਚਾਹੀਦੀ ਸੀ, ਦੇ ਹੈਡ ਟੂ ਟੇਕ ਰਿਸਪੌਂਸਿਬਿਲਿਟੀ ਆਫ ਬਿਲਡਿੰਗ देयर ਓਨ ਨੇਸ਼ਨ। ਯਪ ਸੋ ਫਰੀडम ਕਮਸ ਵਿਦ ਅ ਹਿਊਜ ਰਿਸਪੌਂਸਿਬਿਲਿਟੀ। ਜੇ ਮੈਂ ਫ੍ਰੀ ਹੋਣਾ ਚਾਹੁੰਦਾ, ਆਈ ਹੈਵ ਟੂ ਟੇਕ ਰਿਸਪੌਂਸਿਬਿਲਿਟੀ ਆਫ ਮਾਈ ਹੈਬਿਟਸ, ਮਾਈ ਫਿਊਚਰ, ਮਾਈ ਫਾਈਨੈਂਸਿਸ। ਮੈਂ ਜ਼ਿਆਦਾ ਖਰਚੇ ਨਹੀਂ ਕਰ ਸਕਦਾ। ਜੇ ਮੇਰੇ ਕੋਲ 3000 ਆ ਰਿਹਾ, ਆਈ ਕੈਨੋਟ ਬੀ ਲਾਈਕ ਕਿ ਮੈਂ ਚਲੋ ਜੀ ਨਿਊ ਮਰਸਡੀਜ਼ ਕਢਾਵਾਂ ਹੁਣ ਮੈਂ, ਹੈ ਨਾ। ਉਹ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਬੰਦੇ ਨੂੰ। ਅਗੇਨ ਰਿਸਪੌਂਸਿਬਿਲਿਟੀ ਹੈਗੀ ਆ, ਫਰੀडम ਆ ਜਾਂਦਾ। ਨਾਈਸ ਮੇਰਾ ਟੇਕ ਹੈ। ਇਹਦੇ ਵਾਸਤੇ ਡਿਸਪਲਿਨ ਵੀ ਹੋਣਾ ਚਾਹੀਦਾ ਆਪਾਂ ਨੂੰ, ਜੇਕਰ Yes. ਆਪਾਂ ਕੋਈ ਵੀ ਗੋਲ ਨੂੰ ਅਚੀਵ ਕਰਨਾ। ਤਾਂ ਹਾਊ ਡੂ ਯੂ ਡਿਸਪਲਿਨ ਯੋਰਸੈਲਫ ਬਾਏ ਦ ਵੇ? ਵਧੀਆ ਕੁਐਸਚਨ ਪੁੱਛ ਰਹੇ ਹੋ ਤੁਸੀਂ। ਤਾਂ ਤੇ ਤੁਸੀਂ ਦੱਸ ਰਹੇ ਸੀ, ਜਿਵੇਂ ਉਵੇਂ ਕੁਐਸਚਨ ਆਈ ਜਾਂਦੇ ਆ, ਹਾਂ, ਤਾਂ ਆਈ ਥਾਟ ਯਾ ਦ ਵੇ ਆਈ ਕੀਪ ਮਾਈ ਸੈਲਫ ਡਿਸਪਲਿਨ ਇਜ਼ ਅਕਾਊਂਟੇਬਿਲਿਟੀ। ਤੇ ਨਾ ਮੈਂ ਇੱਕ ਵਾਰ ਇੱਕ ਵੀਡੀਓ ਵੀ ਪਾਈ ਸੀਗੀ ਕਿ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ ਕਿ ਮੈਂ ਜੇ ਇਸ ਵੀਕ ਕੁਝ ਕਰਨਾ ਹੈ ਤਾਂ ਕਿੱਦਾਂ ਕਰਨਾ ਹੈ। ਜਿਵੇਂ ਮੈਂ ਐਜ਼ ਅ ਸਟੂਡੈਂਟ ਬਿਜ਼ਨਸ ਸਟਾਰਟ ਕਰਤਾ ਸੀਗਾ, ਹੂੰ ਤੇ ਕਾਫੀ ਲੋਕ ਕਹਿੰਦੇ ਯਾਰ ਐਜ਼ ਅ ਸਟੂਡੈਂਟ ਯਾਰ ਕੰਮ ਬਹੁਤ ਡਿਫਿਕਲਟ ਮੈਨੇਜ ਹੁੰਦਾ ਹੈ, ਯਾਰ ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਆਈ ਥਿੰਕ ਵੈਨ ਯੂ ਪ੍ਰਾਇਰਟਾਈਜ਼ ਇਟ ਵੈਲ ਐਂਡ ਵੈਨ ਯੂ ਡਿਸਾਈਡ ਕਿ ਹਾਂ ਯਾਰ ਇਹ ਚੀਜ਼ ਇਹਦੋਂ ਕਰਨੀ ਹੈ, ਇਹ ਚੀਜ਼ ਇੱਦਾਂ ਕਰਨੀ ਹੈ। ਜਿਵੇਂ ਆਈ ਬੀਨ ਯੂਜ਼ਿੰਗ ਗੂਗਲ ਕੈਲੰਡਰ ਸਿੰਸ 3 years। ਸੋ ਹਰ ਇੱਕ ਮੀਟਿੰਗ ਗੂਗਲ ਕੈਲੰਡਰ ਦੇ ਵਿੱਚ ਪਊਗੀ, ਹਰ ਇੱਕ ਟਾਈਮ। ਜਿਵੇਂ ਸਪੋਜ਼ ਮੈਂ ਬਾਹਰ ਜਾਣਾ, ਔਰ ਫॉर एग्जांपल आई हैव टू गो टू टोरंटो फॉर आउटिंग, आई विल पुट इट देयर कि आउटिंग एट टोरंटो, ਕਿ ਮੈਨੂੰ ਪਤਾ ਹੋਵੇ ਕਿ ਮੈਂ ਕਿੱਦਾਂ ਪ੍ਰਾਇਰਟਾਈਜ਼ ਕਰ ਰਿਹਾ। I have planned my week। so ਇਦਾਂ I think we can have some accountability ਕਿ ਮੈਂ ਇਹ ਕਰਨਾ in the beginning। ਕਿ ਹਾਂ ਮੈਂ ਇਸ ਹਫਤੇ ਸਪੋਜ਼ ਮੈਂ ਬੁੱਕ ਰੀਡ ਕਰਨੀ ਸ਼ੁਰੂ ਕੀਤੀ, ਸੋ ਐਵਰੀ ਡੇ ਸੌਣ ਤੋਂ ਪਹਿਲਾਂ 10 ਪੇਜ ਪੜ੍ਹਨੇ ਆ, ਤੇ ਮੈਂ ਲਿਖ ਕੇ ਸੌਂਗਾ ਆਈ ਹੈਵ ਰੈਡ 10 pages। ਸੋ ਦਿਸ ਇਜ਼ ਹਾਊ ਯੂ ਬਿਲਡ ਕੰਸਿਸਟੈਂਸੀ ਐਂਡ ਦੈਨ ਡਿਸਪਲਿਨ। ਐਂਡ ਜਦੋਂ ਓਕੇ। ਡਿਸਪਲਿਨ ਆ ਜਾਂਦਾ ਹੈ, ਹੌਲੀ ਹੌਲੀ ਫਿਰ ਬਿਲਡ ਅਗਲੀ ਚੀਜ਼ ਆਉਂਦੀ ਰਹਿੰਦੀ ਆ। ਸੋ ਇੱਕ ਤਾਂ ਚੀਜ਼ਾਂ ਨੂੰ ਪ੍ਰਾਇੋਰਟਾਈਜ਼ ਕਰ ਲਓ, ਤੁਸੀਂ ਕੀ ਕਰਨਾ ਉਹਨੂੰ ਤੁਸੀਂ ਆਪਦੇ ਕੈਲੰਡਰ ਦੇ ਵਿੱਚ ਐਡ ਕਰ ਲਓ। ਦੂਜੇ ਨੰਬਰ ਤੇ ਅਗਰ ਕੋਈ ਚੀਜ਼ ਤੁਸੀਂ ਠਾਣਦੇ ਹੋ ਤਾਂ ਉਹਨੂੰ ਕਰੋ, ਤੇ ਉਸ ਤੋਂ ਬਾਅਦ ਲਿਖ ਲਓ ਇੱਕ ਵਾਰੀ ਕਿ ਹਾਂ ਇਹ ਮੈਂ ਅਕਾਊਂਟੇਬਿਲਿਟੀ ਕੀਤੀ ਹੋਣੀ ਹੈ। ਚਾਹੀਦੀ ਹੈ, ਅਕਾਊਂਟੇਬਿਲਿਟੀ ਕਿ ਜਾਂ ਹਾਂ ਮੈਂ ਕਿਸੇ ਇਹ ਹੋਰ ਡਨ ਬੰਦੇ ਨਾਲ ਰੱਖ ਕਰਤੀ। ਸਕਦੇ ਹੋ। ਯੂ ਕੈਨ ਆਲਸੋ ਹੈਵ ਅਕਾਊਂਟੇਬਿਲਿਟੀ ਪਾਰਟਨਰ। ਓਕੇ ਜਿਵੇਂ ਸਪੋਜ਼ ਮੈਂ ਤੁਹਾਨੂੰ ਹਰ ਰਾਤ ਮੈਸੇਜ ਕਰਨਾ ਕਿ ਹਰਪ੍ਰੀਤ ਯਾਰ ਮੈਂ ਪੜ੍ਹ ਲਈ ਬੁੱਕ। ਹਾਂ ਮੋਸਟਲੀ ਉਹ ਹੋਣਾ ਚਾਹੀਦਾ ਜਿਹਦੀ ਤੁਸੀਂ ਰਿਸਪੈਕਟ ਕਰਦੇ ਹੋ, ਤਾਂ ਕਿ ਤੁਸੀਂ ਹੂੰ ਨਾ ਜਿਵੇਂ ਕੋਚ ਹੁੰਦਾ ਹੈ, ਸਵੇਰੇ 6 ਅਕਾਊਂਟੇਬਿਲਿਟੀ ਰਾਊਂਡ ਲਾਣੇ ਆ, ਯਾ ਯਾ ਕੀ ਹੈ ਕਿ ਅਕਾਊਂਟੇਬਿਲਿਟੀ ਜ਼ਿਆਦਾ ਜੇ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ ਤੁਸੀਂ, ਅਕਾਊਂਟੇਬਿਲਿਟੀ ਵਧੀਆ ਤਰੀਕੇ ਨਾਲ ਕਰਨੀ ਚਾਹੁੰਦੇ ਹੋ, ਤਾਂ ਕਿਸੇ ਹੋਰ ਨਾਲ ਹੀ ਰੱਖਣੀ ਪੈਣੀ। ਸੈਲਫ ਅਕਾਊਂਟੇਬਲ ਬਣਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸੈਲਫ ਬਹੁਤ ਅਕਾਊਂਟੇਬਲ ਮੁਸ਼ਕਿਲ ਬੰਦਾ ਹੈ ਨਹੀਂ ਰਹਿੰਦਾ। ਸਟਾਰਟਿੰਗ ਚ ਯਾ ਬਹੁਤ ਮੁਸ਼ਕਿਲ ਹੈ। ਜਿਵੇਂ ਕਹਿ ਦਈਏ ਜਿਮ, ਜਿਵੇਂ ਮੰਨ ਲਓ ਹੈਪੀ ਵੀਰੇ ਨੂੰ ਮੈਂ ਗੱਲ ਛਿੜੀ ਸੀ ਜਾਣ ਬੁੱਝ ਕੇ, ਮੈਂ ਬਾਈ ਨੂੰ ਹੌਲੀ ਹੌਲੀ ਥੋੜੇ ਦਿਨਾਂ ਬਾਅਦ ਯਾਦ ਕਰਾ ਦਿਆ ਕਰੂੰ, ਬਾਈ ਜਿਮ ਕਿੱਦਣ ਸਟਾਰਟ ਕਰਨੀ ਹੈ। ਬਾਈ ਨੂੰ ਜਿਵੇਂ ਨਾ ਪੁੱਛਿਆ ਸੀ, ਬਾਈ ਕਹਿੰਦੇ ਡਿਸਾਈਡ ਕੀਤਾ ਸੀ ਪਰ ਜਾ ਨਹੀਂ ਪਾਏ। ਇੱਕ ਹੋਰ ਬਹੁਤ ਵਧੀਆ ਐਗਜ਼ਾਮਪਲ ਹੈ ਕਿ ਜਦੋਂ ਸਟੂਡੈਂਟਸ ਅਸੀਂ ਸਕੂਲ ਹੁੰਦੇ ਆ ਤੇ ਸਾਰਾ ਹਾਂ ਟਾਈਮ ਸਭ ਕੁਝ ਉੱਠਦੇ ਆ, ਸਭ ਕੁਝ ਕਰਦੇ ਆ, ਡਿਸਪਲਿਨ ਸਾਨੂੰ ਦਿੱਤਾ ਜਾਂਦਾ ਜੌਬ ਤੇ ਹਾਂ ਵੀ। ਪਰ ਉਹੀ ਚੀਜ਼ ਜੇ ਅਸੀਂ ਖੁਦ ਕਰਨੀ ਹੋਵੇ, ਸੈਲਫ ਡਿਸਪਲਿਨ ਟੇਕਸ ਅ ਲੋਟ ਆਫ ਐਫਰਟ। ਯਾਰ ਯਾ 9 ਵਜੇ ਜਾਣਾ, ਇਹ ਕੰਮ ਕਰਨਾ, ਇਹ ਕੰਮ ਇੱਥੇ ਜਾਣਾ, ਉੱਥੇ ਜਾਣਾ। ਬੰਦਾ ਕਹਿੰਦਾ ਯਾਰ ਇੱਕ ਦਿਨ ਛੁੱਟੀ ਲੈ ਲੈਂਦੇ ਆ। ਫਿਰ ਉਹ ਨਹੀਂ ਚੀਜ਼ ਲੈਂਦਾ, ਫਿਰ ਨਹੀਂ ਲੈਂਦਾ ਬੰਦਾ ਛੁੱਟੀ, ਹਾਂ ਛੁੱਟੀ ਨਹੀਂ ਲੈਂਦਾ ਫਿਰ ਵੀ। ਜੇ ਪਤਾ ਵੀ ਕੰਮ ਤੇ ਜਾਣਾ ਤਾਂ ਕੰਮ ਤੇ ਹੀ ਜਾਣਾ। ਹਾਂ, ਪਰ ਜੇ ਸੈਲਫ ਰਾਈਟ ਡਿਸਪਲਿਨ ਕਰਨਾ ਹੋਵੇ ਫਿਰ ਥੋੜਾ ਔਖਾ ਹੋ ਜਾਂਦਾ ਕਿ ਹਨਾ ਕਿ ਨਹੀਂ ਯਾਰ ਮੇਰਾ ਕੰਮ ਹੈ, ਬਸ ਉਹੀ ਕਰਨਾ ਪੈਂਦਾ ਇਸ ਡਿਸਪਲਿਨ ਚ। ਐਗਜ਼ੈਕਟਲੀ। ਹੈਪੀ ਵੀਰੇ ਕੋਈ ਹੋਰ ਕੁਐਸਚਨ ਤੁਸੀਂ ਪੁੱਛਣੇ ਆ? ਨਹੀਂ ਤਾਂ ਫਿਰ ਮੈਂ ਤਾਂ ਪੁੱਛ ਹੀ ਜਾਊਂਗਾ। ਤੁਹਾਡੇ ਕੋਲ ਆ ਜਾਂਦੇ ਥੋੜਾ ਜਿਹਾ, ਤੁਸੀਂ ਕੁਐਸਚਨਸ ਕਰੋ। ਹੈਪੀ ਨੇ ਬਾਬਾ ਲਿਖ ਕੇ ਰੱਖੇ ਹੋਏ ਆ ਕਿ ਬੰਦੇ ਨੂੰ ਕੀ ਪੁੱਛਣਾ ਮੈਂ। ਹਾਂ ਦੇਖ ਉਹਨਾਂ ਨੇ ਲਈ ਲਿਖਿਆ ਹੋਇਆ। ਸੈਂਸ ਲਿਖੇ ਨਹੀਂ ਹੋਏ ਬਣ ਰਹੀ। ਉਹੀ ਫਿਰ ਡਿਪੈਂਡ ਕਰਦਾ। ਲਿਖੇ ਬਹੁਤ ਹੈਗੇ ਬਟ ਉਹ ਸਾਹਮਣੇ ਕਈ ਤਾਂ ਵੈਸੇ ਲਾਈਕ ਨਾਰਮਲ ਜਿਹਾ ਹੁੰਦਾ ਹੈ ਕਿ ਕਿਸੇ ਦੇ। ਹੁਣ ਮੈਨੂੰ ਆਇਆ ਕਿ ਵਧੀਆ ਬੰਦੇ ਦਾ ਬੈਠਿਆ ਤਾਂ ਵਧੀਆ ਵਧੀਆ ਪੁੱਛ ਗਏ, ਜ਼ਿਆਦਾ ਟਾਈਮ ਖਰਾਬ ਨਾ ਕਰੀਏ। ਯਾ ਸੋ what is the best investment one can make if they have only $100? ਓਕੇ ਸੋ ਪਹਿਲਾਂ ਤਾਂ ਫਸਟ ਆਫ ਆਲ ਬਾਈ ਅ ਬੁੱਕ, ਮੇਬੀ $7 thinking courage or the magic of thinking big। the magic of ਨਾਈਸ thinking big is best। then ਉਸ ਤੋਂ ਬਾਅਦ
invest some time, take someone successful to a lunch or breakfast. Best thing to do. For example, ਮੈਨੂੰ ਨਾ ਇੱਕ ਬੰਦੇ ਨੇ ਮੈਂ ਇੱਕ ਬੰਦੇ ਦੀ ਇੰਟਰਵਿਊ ਸੁਣ ਰਿਹਾ ਸੀ, ਕਹਿੰਦਾ ਯੂ ਆਰ ਵੈਰੀ ਸਕਸੈਸਫੁਲ ਮੈਨ, ਇਫ ਯੂ ਵਰ ਟੂ ਸਟਾਰਟ ਐਵਰੀਥਿੰਗ ਫਰਮ ਜ਼ੀਰੋ ਅਗੇਨ, ਵਿਚ ਇੰਡਸਟਰੀ ਵੁੱਡ ਯੂ ਚੂਜ਼? ਕਿਉਂਕਿ ਸਾਰਿਆਂ ਨੂੰ ਹੁੰਦਾ ਨਾ ਵਿਚ ਇਜ਼ ਦ ਹੌਟ ਸ਼ਾਟ ਇੰਡਸਟਰੀ, ਜਿਵੇਂ ਮੈਂ ਬ੍ਰੋਕਰੇਜ 'ਚ ਜਾਵਾਂ, ਰੀਅਲ estate 'ਚ ਜਾਵਾਂ, ਇੱਥੇ ਜਾਵਾਂ, ਉੱਥੇ ਜਾਵਾਂ, ਡਾਕਟਰ ਬਣਾ। ਉਹ ਕਹਿੰਦਾ ਆਈ ਡੋਂਟ ਕੇਅਰ ਅਬਾਊਟ ਦ ਇੰਡਸਟਰੀ, ਗਿਵ ਮੀ ਸਮਵਨ ਹੂਜ਼ ਕੁਕਿੰਗ ਸਟਫ ਇਨ ਹਿਜ਼ ਲਾਈਫ। ਮਤਲਬ ਬੰਦਾ ਕੰਮ ਕਰ ਰਿਹਾ ਵਧੀਆ, ਸਕਸੈਸਫੁਲ ਹੋ ਰਿਹਾ, ਹੀ ਇਜ਼ ਇਨ ਮੋਮੈਂਟਮ, just put me in his team, that's it. I will learn whatever he has to teach and I'll kick the butt of everyone in the industry. ਤੇ ਮੈਨੂੰ ਉਹ ਬੰਦੇ ਨਾਲ ਕੰਮ ਕਰਨਾ। ਸੋ ਸੇਮ, ਟੇਕ ਸਮਵਨ ਸਕਸੈਸਫੁਲ ਟੂ ਅ ਬ੍ਰੇਕਫਾਸਟ ਇਫ ਯੂ ਨੋ ਐਨੀਵਨ, ਐਂਡ ਉਹਨਾਂ ਨੂੰ ਕੁਐਸਚਨਸ ਪੁੱਛੋ, ਇਹ ਹੋਊਗਾ। ਬਾਕੀ ਅਗਲੀ ਚੀਜ਼, ਜੇ $20-30 ਰਹਿ ਜਾਂਦੇ ਆ, ਅਗੇਨ ਡਿਪੈਂਡਸ ਔਨ ਪਰਸਨ ਟੂ ਪਰਸਨ, I would suggest ਕਿ you should go for some expedition of traveling which will teach you about yourself, ਨਾਈਸ, ਅਕੇਲੇ ਵਿੱਚ, ਕਿ ਤੁਸੀਂ ਕਰਨਾ ਕਿਆ ਚਾਹੁੰਦੇ ਹੋ ਲਾਈਫ 'ਚ। ਠੀਕ ਹੈ। ਮੋਸਟ ਇੰਪੋਰਟੈਂਟਲੀ ਇਹਦਾ ਮੇਰਾ ਮੇਨ ਉਹੀ ਮਕਸਦ ਸੀਗਾ ਕਿ ਯੂ ਸ਼ੁੱਡ ਇਨਵੈਸਟ ਦਿਸ ਮਨੀ ਇਨ ਯੂਅਰਸੈਲਫ। ਇਨ ਲੋਕੀ yourself, ਆਪਦੇ ਆਪ 'ਚ ਇਨਵੈਸਟ ਕਰਨ ਤੇ ਬਹੁਤ ਚੱਲਦੇ ਹੈਗੇ ਕਿ ਵੈਸੇ ਖਰਚੇ ਜਿੰਨੇ ਮਰਜ਼ੀ ਕਰਦੇ ਨੇ, ਬਟ ਵੈਨ ਵੀ ਸੇ ਕਿ ਯੂ ਸ਼ੁੱਡ ਇਨਵੈਸਟ ਸਮ ਮਨੀ ਇਨ ਯੂਅਰਸੈਲਫ, ਯੂ ਸ਼ੁੱਡ ਬਾਈ ਅ ਬੁੱਕ, ਯੂ ਸ਼ੁੱਡ go out and have peace of mind or stuff like that, then they say we don't have money. But if we say let's go for a dinner and party, and then they say yeah we have money, no worry. yeah, That's the thing. I remember ਕਿ ਇੱਕ ਵਾਰ ਨਾ ਮੈਂ ਕਿਸੇ ਸਟੂਡੈਂਟ ਨਾਲ ਬੈਠਾ ਸੀਗਾ, ਤੇ ਕਹਿੰਦੇ ਵੀ ਯਾਰ ਪੈਸੇ ਨਹੀਂ ਹੈਗੇ, ਫੀਸ ਵਗੈਰਾ ਪੇ ਕਰਨੀ ਹੈ, ਤੇ ਥੋੜਾ ਹੈਲਪ ਕਰ ਦੋ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਹਾਂ ਜਿੰਨੇ ਹੈਗੇ ਮੈਂ ਦੇ ਦਿੰਦਾ ਥੋੜੇ ਜਿਹੇ, ਤੇ ਮੈਂ ਦੇਤੇ। ਤੇ ਫਰੈਂਡ ਸੀਗੀ, ਹਾਂ, ਤੇ ਉਹ ਵੀ ਮੈਨੂੰ ਨਹੀਂ ਪੁੱਛਿਆ ਸੀਗਾ, ਇਟ ਕੇਮ ਫਰੋਮ ਸਮਵਨ ਐਲਸ। ਮੇਰਾ ਇੱਕ ਫੁੱਟਬਾਲ ਟੀਮਮੇਟ ਸੀਗਾ, ਉਹਦੇ ਥਰੂ ਮੈਨੂੰ ਰਿਕੁਐਸਟ ਆਈ ਸੀ, ਬਿਕੋਜ਼ ਹੁਣ ਟੀਮਮੇਟਸ ਇਦਾਂ ਹੁੰਦਾ ਨਾ ਕਿ ਤੂੰ ਕਹਿਤਾ ਹੋ ਜਾਊਗਾ, ਹੈਨਾ। ਉਹ ਤਾਂ ਮੈਂ ਤਾਂ ਕੁੜੀ ਨੂੰ ਜਾਣਦਾ ਹੀ ਨਹੀਂ ਸੀਗਾ, ਮੇਰੇ ਦੋਸਤ ਨੇ ਕਿਹਾ, ਮੈਂ ਮੰਨ ਲਿਆ। ਉਹ ਕੁੜੀ ਗਾਇਬ ਹੋ ਗਈ ਪੈਸੇ ਲੈ ਕੇ, ਅਗਲੇ ਦਿਨ ਪਾਰਟੀ। ਓ ਬ్రో, ਇੰਸਟਾਗ੍ਰਾਮ ਤੇ ਮੈਂ ਕਿਹਾ ਯਾਰ ਆਹ ਕੀ ਗੱਲ ਹੋਈ, ਤੁਸੀਂ ਏਦਾਂ ਵੀ ਪੈਸੇ ਨੇ ਪਾਰਟੀ ਤਾਂ ਹੈ। ਏਦਾਂ ਵੀ ਹੁੰਦਾ? ਹਾਂ, ਹੋਇਆ ਮੇਰੇ It ਨਾਲ। happens a lot. lot. ਫਿਰ ਮੈਂ ਇਦਾਂ Okay. ਕੀ ਹੈ ਇਹ, ਪੈਸੇ ਦੇ ਸਕਦੇ ਲੋਕੀ ਆਖਣਗੇ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ, ਬਟ ਦੈਨ ਯੂ ਗੋ ਟੂ them, ਆਪਾਂ ਉਹਦੇ ਪੈਸੇ ਖਰਚਦੇ ਨਹੀਂ ਹੁੰਦੇ, ਲੋਕੀ ਵੱਧ ਖਰਚ ਜਾਂਦੇ ਹੁੰਦੇ ਆ। ਉਹ ਜੇ ਕਿ ਇਹ ਪੋਡਕਾਸਟ ਉੱਥੇ ਤੱਕ ਪਹੁੰਚ ਗਿਆ, ਯਾਰ ਪੈਸੇ ਲੁਟਾ ਦੇ, ਮੈਂ ਲੈਪਟਾਪ ਲੈ ਲੂੰਗਾ ਨया। ਓਕੇ। ਮਤਲਬ ਇਦਾਂ ਦੇ ਵੀ ਲੋਕ ਬੈਠੇ ਨੇ ਜਿਹੜੇ, ਪਰ ਇੱਕ ਗੱਲ ਆ ਨਾ, ਜਿਹੜਾ ਆਪਣਾ ਖੁਦ ਦਾ ਕਮਾਇਆ ਪੈਸਾ ਹੁੰਦਾ ਨਾ, ਤਾਂ ਉਹੀ ਰਾਸ ਆਉਂਦਾ। ਦੈਟਸ ਵਾਟ ਆਈ ਹੈਵ ਲਰਨਡ, ਹੈ ਨਾ। ਅਗਰ ਤੁਸੀਂ ਕਹਿ ਦੋ ਕਿ ਆਪਾਂ ਹਾਰਡ ਵਰਕ ਕਰਦੇ ਪਏ ਹਾਂ, ਠੀਕ ਆ, ਆਪਾਂ ਚਾਹੇ $1000 ਕਮਾਉਂਦੇ ਪਏ ਹਾਂ 10 ਦਿਨਾਂ ਦੇ ਵਿੱਚ, ਠੀਕ ਹੈ, ਉਹ ਪੈਸਾ ਹਮੇਸ਼ਾ ਹੀ ਚੰਗੀ ਜਗ੍ਹਾ ਤੇ ਲੱਗਦਾ। ਮੈਂ ਇਹ ਨੋਟਿਸ ਕੀਤਾ ਪਰਸਨਲੀ, ਇਫ ਆਈ ਐਮ ਟੈਲਿੰਗ, ਕਿ ਆਪਾਂ ਉਹਦੇ ਨਾਲ ਚੀਜ਼ਾਂ ਸਿੱਖਦੇ ਹਾਂ, ਉਹ $1000 ਹੀ, ਮਤਲਬ $1000 ਹੀ ਗਾਹਾਂ 10, 20, 30, 40,000, ਮਤਲਬ ਪਤਾ ਨਹੀਂ ਕਿੰਨਾ ਪੈਸਾ ਤੁਹਾਨੂੰ ਬਣਵਾ ਦੂਗਾ, ਜੇ ਸਹੀ ਜਗ੍ਹਾ ਤੇ ਲੱਗ ਜੇ ਤਾਂ, ਰਾਈਟ। ਉਹ ਲੱਗੂ ਕਿਹੜਾ, ਜਿਹੜਾ ਤੁਸੀਂ ਆਪਦੀ ਹੱਕ ਹਲਾਲ ਨਾਲ ਕਮਾਇਆ, ਹਾਰਡ ਵਰਕ ਕਰਕੇ ਕਮਾਇਆ। ਅਗਰ ਆਮ ਨਾਟ ਸੇਇੰਗ ਕਿ ਹਾਂ ਜਿਹੜੀ ਕੁੜੀ ਹੋਵੇ, ਮੁੰਡਾ ਹੋਵੇ, ਐਡ ਉਹਨੂੰ ਜੋ ਵੀ ਆ, ਤੁਹਾਡੀ ਗੱਲ ਕਰਦਾ, ਤਾਂ ਉਹਨੇ ਪੈਸੇ ਲੈ ਕੇ ਪਾਰਟੀ ਕਰ ਲਈ, ਉਹ ਤਾਂ ਗਿਆ, ਕੀ ਮਿਲਿਆ ਉਹਦੇ ਕੋਲ? ਜਿਹੜੇ 2-4 ਫਰੈਂਡ ਉਹਦੇ ਜਿੰਨੇ ਮਰਜ਼ੀ ਆਏ ਹੋਣਗੇ, ਉਹਦੇ ਕੋਲ ਸੀ, ਉਹ ਕਿਉਂ ਸੀ? ਕਿਉਂਕਿ ਉਹਦੇ ਕੋਲ ਪੈਸੇ ਸੀਗੇ। ਪਰ ਜਿਹੜੇ ਬੰਦੇ ਤੁਹਾਡੇ ਨਾਲ ਸੀਗੇ, ਜਿਹੜੇ ਤੁਹਾਡੇ ਬੰਦੇ ਨਾਲ ਹੁਣ ਹੈਗੇ ਆ, ਉਹ ਤੁਹਾਡੇ ਕਰਕੇ ਆ ਕਿ ਤੁਹਾਡਾ ਕਰੈਕਟਰ ਕਿਹੋ ਜਿਹਾ, ਨਾਟ ਬਿਕਾਜ਼ ਆਫ ਯੂਰ ਮਨੀ, ਰਾਈਟ। ਤਾਂ ਦੈਟਸ ਦ ਮੇਨ ਥਿੰਗ ਬ੍ਰਦਰ। 100%। Yeah. John Maxwell ਵੀ ਕਹਿੰਦਾ ਹੈ ਨਾ ਵੀ people don't buy into the vision or the mission, they buy into the leader first. What is the Exactly. can people count on you? And even if someone is in business, ਮੈਂ ਹਮੇਸ਼ਾ ਕਹਿੰਦਾ, if you are not predictable or people cannot count on you ਕਿ ਤੁਸੀਂ ਹੈਗੇ ਹੋ, you're standing up, you are not a leader. Forget about calling yourself anything ਕਿ ਹਾਂ ਮੈਂ ਇਹ ਹਾਂ ਜੀ, ਮੈਂ ਉਹ ਹਾਂ ਜੀ। ਲੀਡਰ ਤਾਂ ਹੁਣ ਤੁਸੀਂ ਮੈਨੂੰ ਇੱਕ ਕੁਐਸਚਨ ਯਾਦ ਕਰਾਤਾ, ਤਾਂ ਯੂ ਗੋਣਾ ਲਾਈਕ ਦਿਸ ਕੁਐਸਚਨ। ਸੋ ਇਹ ਕੁਐਸਚਨ ਆ ਕਿ who is the one leader in the whole industry in the world, like till now, ਮਤਲਬ ਪਾਸਟ ਦੀ ਗੱਲ ਨਹੀਂ ਕਰਦਾ ਪਿਆ, ਲਾਈਕ ਇਹ ਸੈਂਚੁਰੀ ਦੇ ਨੇੜੇ ਤੇੜੇ ਲਗਾ ਲਓ, ਕਿ who is the one leader you admire the most? That's a tough question. ਤੁਸੀਂ ਪਸੰਦ ਕਰਿਆ ਫਿਰ ਵੀ, ਤੁਹਾਨੂੰ ਪਤਾ? I think it's Cristiano Ronaldo. No one stands Cristiano Ronaldo. no one stands close, and I think future ਦੇ ਵਿੱਚ you will see what he will do, because ਉਹਦਾ mindset ਇਦਾਂ ਹੈ ਕਿ ਮੈਂ stages ਤੇ ਜਾ ਕੇ ਲੋਕਾਂ ਨੂੰ inspire ਕਰੂੰਗਾ। He has proved the example, he has given the example, he still jumps higher than a 25-year-old, and
in the times to come I think he will be a part of a lot of big things ਤੇ ਮੇਰੇ ਵੀ ਡ੍ਰੀਮ ਬੋਰਡ ਤੇ ਇੱਕ ਦੋ ਚੀਜ਼ਾਂ ਲਿਖੀਆਂ ਹੋਈਆਂ but still ਓਕੇ that's for future ਵਾਈ ਨਾਟ ਆਈ ਹੋਪ ਕਿ ਉਹ ਸਾਰੇ ਤੁਹਾਡੇ ਜਿਹੜੇ ਡ੍ਰੀਮ ਆ ਪੂਰੇ ਹੋਣ ਐਂਡ ਵੈਲ ਵਿਸ਼ੇਸ ਆ ਮੈਨੂੰ ਉਹਦੇ ਬਾਰੇ ਤਾਂ ਤੁਹਾਡੇ ਪ੍ਰਣੋਏ who do you ਹਾਂਜੀ admire who ਮੀ do you admire ਬੇਸਿਕਲੀ ਮੈਂ ਇਹ ਚੀਜ਼ਾਂ 'ਚ ਨਾ ਥੋੜਾ ਜਿਹਾ ਕਤਰਾਉਣਾ ਪਤਾ ਨਹੀਂ ਕਿਉਂ ਮਤਲਬ ਮੈਂ ਇੱਕ ਬੰਦੇ ਵੱਲ ਹੀ ਜਾ ਨਹੀਂ ਸਕਦਾ देयर आर सो ਮੈਨੀ ਹਰ ਇੱਕ 'ਚ ਅਲੱਗ-ਅਲੱਗ ਆ ਆਈ ਵੁੱਡ ਸੇ ਕਿ ਮੈਨੂੰ ਲੀਡਰਸ਼ਿਪ 'ਚ ਸਟੀਵ ਜੌਬਸ ਸਭ ਤੋਂ ਜ਼ਿਆਦਾ ਮੈਂ ਉਹਨੂੰ ਐਡਮਾਇਰ ਕਰਦਾ ਕਿਉਂਕਿ ਜੋ ਉਹ ਬੰਦਾ ਜੇ ਉਹ ਹੋ ਰਿਹਾ ਜਾਂਦਾ ਨਾ 10 ਸਾਲ ਜੋ 10 ਸਾਲ ਹੋ ਰਿਹਾ ਜਾਂਦਾ ਤੁਸੀਂ ਦੇਖਣਾ ਸੀ ਐਪਲ ਆਪਾਂ ਨੂੰ ਲੱਗਦਾ ਕਿ ਬਈ ਟੌਪ ਤੇ ਪਹੁੰਚ ਗਈ ਐਪਲ ਨੇ ਪਤਾ ਨਹੀਂ ਕਿੱਥੇ ਜਾਣਾ ਸੀ ਹੁਣ ਜੋ ਐਪਲ ਕਰਨ ਲੱਗ ਗਿਆ ਇਹ ਬਹੁਤ ਹੀ ਬੇਤੁਕੀਆਂ ਗਲਤੀਆਂ ਕਰ ਰਿਹਾ ਬਟ ਅਗਰ ਉਹ ਜਿਹੜਾ ਬੰਦਾ ਸੀ ਨਾ ਉਹ ਲੀਡਰ ਸੀਗਾ ਕਿ ਉਹਨੂੰ ਪਤਾ ਸੀ ਉਹਨੇ ਆਪਦੀ ਕੰਪਨੀ ਨੂੰ ਕਿੱਦਾਂ ਖੜਾ ਕਰਨਾ ਕਿੱਦਾਂ ਨਹੀਂ ਕਰਨਾ ਜੇ ਉਹ ਨਾ ਆਉਂਦਾ ਵਾਪਸ ਮੇਰੇ ਕੰਪਨੀ 'ਚ ਤੁਹਾਨੂੰ ਪਤਾ ਸੀ ਪਤਾ ਲੱਗਦਾ ਵੀ ਐਪਲ ਅੱਜ ਤੱਕ ਇੱਥੇ ਪਹੁੰਚਦੀ ਕਦੇ ਵੀ ਨਹੀਂ ਪਹੁੰਚਦੀ ਜੇ ਉਹ ਵਾਪਸ ਆਇਆ ਤਾਂ ਤੁਸੀਂ ਦੇਖੋ ਕਿ ਅੱਜ ਐਪਲ ਕਿੱਥੇ ਪਹੁੰਚ ਗਈ ਹਜੇ ਵੀ ਤੁਹਾਨੂੰ ਪਤਾ ਉਹਦੇ ਹੀ ਟ੍ਰਿਕਸ ਜਿਹੜੇ ਵਿੱਚ ਹੈਗੇ ਯੂਜ਼ ਹੁੰਦੇ ਪਏ ਆ ਮਾਰਕੀਟਿੰਗ ਦੇ ਵਿੱਚ ਜ਼ਿਆਦਾਤਰ ਉਹੀ ਹੈ ਉਹਦੀਆਂ ਹੀ ਮਾਰਕੀਟਿੰਗ ਚੱਲੀ ਜਾਂਦੀਆਂ ਐਪਲ ਮਾਰਕੀਟਿੰਗ ਹੀ ਆ ਹਾਂਜੀ ਮੋਸਟਲੀ ਯਾ ਐਵਰੀ ਆਪਾਂ ਬਿਜ਼ਨਸ ਕਿ ਮੇਰੇ ਕੋਲ ਐਪਲ ਹੋਣਾ ਚਾਹੀਦਾ ਹਾਂ ਉਹ ਬਸ ਪਰ ਬ੍ਰਾਂਡ ਤਾਂ ਉਹੀ ਕ੍ਰੀਏਟ ਕਰਕੇ ਗਿਆ ਨਾ ਸਟੀਵ ਹੀ ਕ੍ਰੀਏਟ ਕਰਕੇ ਗਿਆ ਹਾਂ ਹਾਈਪ ਕਹਿ ਲਓ ਜਾਂ ਇੱਕ ਸੋਸ਼ਲ ਸਟੇਟਸ ਕਹਿ ਲਓ ਉਹ ਉਹਦੇ ਕਰਕੇ ਹੀ ਕ੍ਰੀਏਟ ਹੋਇਆ ਸੀ ਕਿਉਂਕਿ ਜ਼ਿਆਦਾਤਰ ਬੰਦੇ ਸਟੀਵ ਨੂੰ ਪਸੰਦ ਕਰਦੇ ਸੀਗੇ ਨਾ ਕਿ ਪਹਿਲਾਂ ਐਪਲ ਨੂੰ ਪਸੰਦ ਕਰਦੇ ਸੀ the way he explained his things in the marketing ਉਹ ਸੇਮ ਕਾਪੀ ਕਰਦੇ ਪਏ ਆ ਉਹ ਅੱਜ ਕੱਲ ਵੀ ਐਂ ਹੁੰਦਾ ਉਹ ਸੇਮ ਉਹ ਆਉਂਦੀ ਹੈ ਕਿ ਇਹਨੇ ਦਾ ਪਰ ਅਸੀਂ ਛੱਡ ਕੇ ਇਹਨੂੰ ਇਹਨੇ ਦਾ ਕਰਤਾ ਸਾਰਾ ਸੇਮ ਕਾਪੀ ਆ ਉਹ ਜੇ ਮੰਨ ਲਓ ਨਾ ਉਹਨੇ ਪ੍ਰੈਜੈਂਟੇਸ਼ਨ ਦਿੱਤੀ ਹੁੰਦੀ ਦੱਸੋ ਹੁਣ ਕਿਹੜੀ ਪ੍ਰੈਜੈਂਟੇਸ਼ਨ ਹੋਣੀ ਸੀ ਆਈ ਡੋਨਟ ਨੋ ਹੂ ਨੋਜ਼ ਕਹਿੰਦੇ ਜਿਹੜਾ ਮੇਨ ਆਫਿਸ ਹੈ ਨਾ ਐਪਲ ਦਾ ਉਹ ਵੀ ਉਹਨੇ ਹਾਂਜੀ ਡਿਜ਼ਾਈਨ ਕੀਤਾ ਸੀਗਾ ਉਹ ਜੋ ਜਿੱਦਾਂ ਗੋਲ ਜਿਹਾ ਹੈਗਾ ਜਿਹੜਾ ਆਈ ਹਾਂ ਨੋਟ ਹਾਂ ਹਾਂ ਨਾਮ ਕੀ ਉਹਦਾ ਪਤਾ ਨਹੀਂ ਕੁਛ ਹੈਗਾ ਉਹਦਾ ਨਾਮ ਮੈਂ ਨਾਮ ਭੁੱਲ ਗਿਆ ਉਹਦਾ ਹਾਂ ਆਈ ਥਿੰਕ ਉਹਨੇ ਡਿਜ਼ਾਈਨ ਕੀਤੀ ਸੀ ਓਕੇ So ਵਧੀਆ next one is, what is the biggest risk you have taken till now? So coming to biggest Canada risk I've ever taken is I think ਮੈਂ But ਨਾ in home. ਮੈਂ ਸਿਸਟਰ ਦੀ ਮੈਰਿਜ ਲਈ ਇੰਡੀਆ ਗਿਆ ਹੋਇਆ ਸੀ ਤੇ Okay. ਕਾਫੀ ਜ਼ਿਆਦਾ ਆਲਰੇਡੀ ਸਪੈਂਡ ਕਰ ਚੁੱਕਿਆ ਸੀ ਮੈਂ ਰੀਸੈਂਟ ਹਾਂ ਰੀਸੈਂਟ ਨਵੰਬਰ ਦੀ ਗੱਲ ਹੈ ਤੇ ਹਾਂਜੀ ਕਾਫੀ ਜ਼ਿਆਦਾ ਕੁਝ ਸਪੈਂਡ ਕਰ ਚੁੱਕਿਆ ਸੀਗਾ ਕਾਫੀ ਜ਼ਿਆਦਾ ਖਰਚੇ ਹੋ ਗਏ ਸੀ ਸਾਰੀ ਸੇਵਿੰਗਸ ਆਲਮੋਸਟ ਲੱਗ ਗਿਆ ਸੀਗੀਆਂ ਤੇ ਮੇਰੀ ਟਿਕਟ ਵੀ ਸੀਗੀ ਮੇਰਾ ਇੱਕ ਯੂਐਸ ਦੇ ਵਿੱਚ ਨਾ ਇੱਕ ਬਿਜ਼ਨਸ ਦਾ ਸੈਮੀਨਾਰ ਸੀਗਾ ਤੇ ਮੇਰਾ ਬਹੁਤ ਦਿਲ ਸੀਗਾ ਯਾਰ ਮੈਂ ਸਿੱਖਣਾ ਚਾਹੁੰਦਾ ਹੈ ਨਾ ਤੇ ਬਟ ਮੈਰਿਜ ਦੇ ਵਿੱਚ ਪਲੱਸ ਇੰਡੀਆ ਤੋਂ ਯੂਐਸ ਜਾਣਾ ਟਿਕਟ ਲੈ ਕੇ ਫਿਰ ਵਾਪਸ ਇੰਡੀਆ ਜਾਣਾ that expense was around 3000 $4000 extra तो क्योंकि टिकट लेनी उत्थे रहना सब कुछ करना 4-5 दिन ट्रैवल करना खाना पीना मैं कहा चल देखी जाऊगी मैं लाते ਤੁਸੀਂ ਲਗਾਤੇ मैं कहा देखी जाऊगी so I think that was the biggest risk I took financially and the biggest risk I took in life was when I was crossing a river ਮੈਂ ਇੱਕ river cross ਕਰ ਰਿਹਾ ਸੀਗਾ ਮਾਊਂਟੇਨਰਿੰਗ ਤੇ ਗਿਆ ਸੀ I had 30 kgs on my back ਤੇ ਅਸੀਂ ਦੋ ਜਾਣੇ ਸੀਗੇ ਅਸੀਂ ਸਭ ਤੋਂ ਅੱਗੇ ਸੀਗੇ ਸਾਰੀ ਟੀਮ ਨਾ ਇਕੱਠੇ ਕ੍ਰਾਸ ਕਰਦੀ ਹੈ ਰਿਵਰ ਇਹਦਾ ਡਾਇਗਨਲ ਤਾਂ ਕਿ ਕੋਈ ਸਲਿੱਪ ਨਾ ਹੋ ਜਾਏ ਕਿਉਂਕਿ ਪਾਣੀ ਬਹੁਤ ਤੇਜ਼ ਹੁੰਦਾ ਤੇ ਅਸੀਂ ਦੋ ਕਹਿੰਦੇ ਯਾਰ ਕੋਈ ਨਾ ਕਰ ਲੈਂਦੇ ਆ ਤੇ ਹੋਇਆ ਕੀ ਕਿ ਅਸੀਂ ਸੋਚਿਆ ਕਰ ਲਵਾਂਗੇ ਐਂਡ ਈਵਨਿੰਗ ਦੇ ਵਿੱਚ ਨਾ ਫਲੋ ਹਾਈ ਹੋ ਜਾਂਦਾ ਹੈ ਬਿਕੋਜ਼ ਵਾਟਰ ਸਟਾਰਟਸ ਮੈਲਟਿੰਗ ਇਨ ਦੀ ਆਫਟਰਨੂਨ ਥੱਲੇ ਆਂਦੇ ਆਂਦੇ ਉਹ ਹਾਈ ਹੋ ਜਾਂਦੀ ਹੈ ਵਾਟਰ ਤੇ ਤੇਜ਼ ਆਂਦਾ ਉਹ ਤੇਜ਼ ਸੀਗਾ ਕਿਤੇ ਗਲਤੀ ਨਾਲ ਮੈਂ ਸਲਿੱਪ ਹੋ ਗਿਆ ਮੈਂ ਪੂਰਾ ਰਿਗੜਦਾ ਥੱਲੇ ਜਾਂਦਾ ਰਿਹਾ ਐਂਡ ਮੈਂ ਮਤਲਬ ਜਦੋਂ ਵੀ ਸੁਪਨੇ ਜਾਂਦਾ ਨਾ ਇਦਾਂ ਸੀਗਾ ਕਿ ਗਿਆ ਸੀ ਬਸ ਐਂਡ ਬਾਈ ਚਾਂਸ ਮੇਰਾ ਪੈਰ ਕਿਤੇ ਫਸ ਗਿਆ ਜਿਹੜਾ ਨਾਲ ਮੇਰੇ ਮੁੰਡਾ ਸੀ ਮੈਨੂੰ ਕਹਿ ਰਿਹਾ ਛੱਡ ਉਹ ਕਹਿੰਦਾ ਨਹੀਂ ਪ੍ਰਣੋਏ ਆਪਕੋ ਨਹੀਂ ਛੋੜੂਗਾ ਮੈਂ ਕਿਹਾ ਛੱਡ ਉਹਨੂੰ ਸੁਣ ਨਹੀਂ ਰਿਹਾ ਤੇ ਮੈਂ ਵੀ ਇਦਾਂ ਪਾਣੀ ਇਦਾਂ ਆ ਰਿਹਾ ਸੀਗਾ ਨਾ ਇੱਥੇ ਤੱਕ ਤੇ ਸਾਹ ਨਹੀਂ ਲਿਆ ਜਾਂਦਾ ਕਿ ਠੰਡਾ ਪਾਣੀ ਇੱਕਦਮ ਤੋਂ ਸਾਰਾ ਭਰ ਗਿਆ ਮੈਂ ਪਤਾ ਨਹੀਂ ਕੀ ਹੋਇਆ ਮੈਂ ਉੱਠਿਆ ਮੈਂ ਧੱਕਾ ਮਾਰ ਕੇ ਉਹਨੂੰ ਸਾਈਡ ਤੇ ਸੁੱਟਿਆ ਕਿਉਂਕਿ ਛੋਟ ਪਤਲਾ ਜਿਹਾ ਸੀਗਾ ਤੇ ਕਿਤੇ ਜਾ ਕੇ ਜੰਪ ਮਾਰ ਕੇ ਮੈਂ ਬਾਹਰ ਗਿਆ ਬਚ ਗਿਆ ਮੈਂ ਕਿਹਾ ਜੇ ਅੱਜ ਗਏ ਸੀਗੇ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਇੰਨੀ ਖਤਰਨਾਕ ਰੌਂਗਟੇ ਖੜੇ ਕਰਨ ਵਾਲੀ ਸਟੋਰੀ ਹਾਸੇ ਚ ਸੁਣਾਤੀ ਮਤਲਬ ਜ਼ਿੰਦਗੀ ਦਾ ਸਵਾਲ ਸੀ ਉਸ ਟਾਈਮ ਅਸੀਂ ਹੱਸ ਰਹੇ ਸੀਗੇ ਫਿਰ ਜਦੋਂ ਮੇਰੀ ਬੋਡੀ ਠੰਡੀ ਹੋਈ ਨਾਰਮਲ ਹੋਈ ਸੁੰਨ ਹੋ ਗਈ ਸੀ ਨਾਰਮਲ ਹੋਈ ਸਾਰੀ ਲੱਤਾਂ ਤੇ ਔਰ ਪੈਰਾਂ ਤੇ ਕੱਟ ਵੱਜੀ ਹੋਈ ਸੀ ਕੱਟ ਪੂਰਾ ਕਿਉਂਕਿ ਪੱਥਰਾਂ ਤੇ ਰਿਗੜਦਾ ਗਿਆ ਮੈਂ ਥੱਲੇ ਸੋਚੋ ਜੇ ਮੈਂ ਗੋਡਿਆਂ ਤੇ ਨਾ ਹੁੰਦਾ ਮੈਂ ਇਦਾਂ ਲੇਟਣਾ ਸੀਗਾ ਤੇ ਮੈਂ ਰੁੜਦੇ ਜਾਣਾ ਸੀ ਤੇ ਤੇਲ ਸੀਗਾ ਸਾਰਾ ਮੇਰੇ ਬੈਗ 'ਚ ਮੈਂ ਤੇਲ ਦੀ ਆਹੀ ਰੋਟੀ ਨਹੀਂ ਖਾਊਗਾ ਕੋਈ ਹੁਣ ਬਚ ਗਿਆ ਮੈਂ 2-3 ਵਾਰ ਹੋਇਆ ਇਦਾਂ ਕੁਝ ਇੱਕ ਵਾਰ ਆਈਸ ਆਈ ਸੀ ਉੱਤੋਂ ਸਿੱਖਿਆ ਕੀ ਉਦੋਂ ਸਿੱਖਿਆ ਕੀ ਉਦੋਂ ਕੁਝ ਸਿੱਖਿਆ ਉਹਦੇ ਤੋਂ ਇਹ ਸੀਗਾ ਕਿ ਟੀਮ ਵਰਕ ਇਜ਼ ਨੈਸੈਸਰੀ ਪਹਿਲੀ ਗੱਲ ਇਹ ਸੀਗੀ ਦੂਜੀ ਇਹ ਸੀਗੀ ਕਿ ਵੀ ਸ਼ੁਡ ਆਸਕ ਫॉर ਹੈਲਪ ਵੈਨ ਇਟ ਇਜ਼ ਰਿਕੁਆਇਰਡ ਵੈਰੀ ਇੰਪੋਰਟੈਂਟ
ਇਕੱਲੇ ਨਹੀਂ ਤੁਰਦੇ ਰਹਿਣਾ ਚਾਹੀਦਾ ਹਮੇਸ਼ਾ। ਐਂਡ ਥਰਡ ਥਿੰਗ ਇਜ਼ ਕਿ ਹੈਵ ਕਰੇਜ। ਫੋਰਥ ਥਿੰਗ ਇਜ਼ ਜੇ ਫੇਥ ਹੈਗਾ, ਰੱਬ ਇੱਕ ਮੌਕਾ ਤਾਂ ਦਿੰਦਾ ਹੀ ਹੈ। ਐਗਜ਼ੈਕਟਲੀ। ਮੇਰਾ ਪੈਰ ਫਸਿਆ ਸੀ, ਮੈਂ ਬਚ ਗਿਆ। ਜੇ ਮੇਰਾ ਪੈਰ ਨਾ ਫਸਿਆ ਹੁੰਦਾ ਸ਼ਾਇਦ ਇੱਥੇ ਨਾ ਹੁੰਦਾ। ਬਾਕੀ ਫਿਫਥ ਚੀਜ਼ ਮੈਂ ਇਹ ਵੀ ਸਿੱਖੀ ਕਿ ਜੇ ਸਹੀ ਆ ਮੈਂ, that means there's something I'm alive for, so there's some purpose। ਬਾਕੀ everyone thinks differently। ਮੈਨੂੰ ਤਾਂ ਲੱਗਦਾ ਕਿ ਕੁਛ ਨਾ ਕੁਛ ਤਾਂ ਰੋਲ ਪਲੇ ਕਰਨਾ ਹੈ ਮੈਂ ਦੁਨੀਆ 'ਚ, ਤਾਂ ਹੀ ਹਲੇ ਤੱਕ ਹੈਗਾ ਤੇ ਕੁਝ ਵੱਡਾ ਹੀ ਕਰਾਂਗੇ। ਇੱਕ ਚੀਜ਼ ਐਡ ਕਰ ਦਿੰਦੇ ਤੁਹਾਡੇ ਇਹਦੇ 'ਚ ਹੀ। ਤਾਂ ਤੁਸੀਂ ਕਹੋਗੇ ਹਰਪ੍ਰੀਤ ਮਿੰਟ 'ਚ ਕੋਈ ਕੁਐਸਚਨ ਦੇ ਵਿੱਚ ਚੀਜ਼ ਐਡ ਕਰ ਦਿੰਦਾ ਹਨਾ, ਪਰ ਮੈਨੂੰ ਵਧੀਆ ਯਾਦ ਆਈ। ਕਹਿੰਦੇ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਬਾਈ ਤੂੰ ਐਂ ਕਰ ਲਾ, ਤੂੰ ਮੈਂ ਕਰ ਲਾ, ਅਗਲਾ ਬੰਦਾ ਕਹਿੰਦਾ ਛੱਡ ਯਾਰ ਮੈਂ ਨਹੀਂ ਕਰਨਾ। ਠੀਕ ਆ, ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਹੋਵੋਗੇ। ਤਾਂ ਮੈਂ ਸੁਣ ਰਿਹਾ ਸੀ, ਕਹਿੰਦੇ ਤੁਸੀਂ ਕਿਉਂ ਇੱਦਾਂ ਸੋਚਦੇ ਪਏ ਹੋ? ਬਿਕੋਜ਼ ਗੋਡ, ਯੂਨੀਵਰਸ, ਜਿਹੜਾ ਵੀ ਤੁਸੀਂ ਮੰਨਦੇ ਹੋ, ਰੱਬ ਤੁਹਾਡਾ, ਉਹਨੇ ਤੁਹਾਨੂੰ ਇਹ ਡਰੀਮ ਦਿੱਤੇ ਹੋਏ ਆ ਆਲਰੇਡੀ। ਕਿਉਂਕਿ ਤੁਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਲਈ ਬਣੇ ਹੋਏ ਹੋ, ਤਾਂ ਹੀ ਤੁਸੀਂ ਇਹ ਚੀਜ਼ਾਂ ਲਈ ਸੋਚ ਰਹੇ ਹੋ, ਤਾਂ ਹੀ ਤੁਸੀਂ ਇਹ ਚੀਜ਼ਾਂ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ। ਜਿਨ੍ਹਾਂ ਨੂੰ ਇਹ ਡਰੀਮ ਹੀ ਨਹੀਂ ਦਿੱਤੇ ਗਏ, ਜਿਨ੍ਹਾਂ ਨੂੰ ਇਹ ਆਈਡੀਆ ਦਿੱਤੀ ਨਹੀਂ ਗਈ ਉਹਨਾਂ ਦੇ ਦਿਮਾਗ 'ਚ, ਉਹ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ, ਕਿਉਂਕਿ ਇਹਨਾਂ ਲਈ ਨਹੀਂ ਬਣਾਇਆ ਹੋ ਸਕਦਾ। ਪਰ ਤੁਸੀਂ ਬਣੇ ਹੋਏ ਹੋ। ਸੋ ਸਟਾਰਟ ਫੋਕਸਿੰਗ ਔਨ ਯੂਅਰਸੈਲਫ। ਯੂ ਕੈਨ ਟੈਲ ਅਦਰ ਪੀਪਲ ਕਿ ਤੁਸੀਂ ਕੀ ਕਰਦੇ ਪਏ ਹੋ, ਕਿੱਦਾਂ ਪ੍ਰੋਡਕਟਿਵ ਹੋ, ਬਟ ਡੋਂਟ ਫੋਰਸ ਕਿਉਂਕਿ ਨੈਗੇਟਿਵ ਵੀ ਹੋ ਸਕਦੇ ਹੋ ਤੁਸੀਂ, ਹੈ ਨਾ। ਸੋ ਸਟੇ ਪੋਜ਼ਿਟਿਵ, ਬੀ ਔਨ ਯੂਰ ਪਾਰਟ। ਹਾਂ, ਈਵਨ ਇੱਕ ਸਟੋਰੀ ਯਾਦ ਆਈ ਤਾਂ ਇੱਕ ਬੁੱਕ ਹੈਗੀ ਦ ਡਰੀਮ ਗਿਵਰ, ਜੇ ਤੁਸੀਂ ਪੜ੍ਹੀ ਹੋਊਗੀ, ਦ ਡਰੀਮ ਗਿਵਰ। ਆਈ ਥਿੰਕ ਮੈਂ ਸੁਣੀ ਹੈ। ਤੇ ਉਹਦੇ ਵਿੱਚ ਗੋਡ ਡਰੀਮ ਦਿੰਦਾ ਤੇ ਗੋਡ ਕਹਿੰਦਾ ਮੈਂ ਤੈਨੂੰ ਰਸਤਾ ਦਿਖਾਵਾਂ, ਤੂੰ ਚੱਲ। ਤੇ ਉਹ ਨਾ ਡਾਊਟ ਕਰਦਾ ਰਹਿੰਦਾ ਬੰਦਾ ਹਮੇਸ਼ਾ ਗੋਡ ਨੂੰ ਕਿ ਕੀ ਹੈਗਾ ਰਸਤਾ, ਹੈ, ਤੇ ਬਹੁਤ ਜ਼ਿਆਦਾ ਡਿਫਿਕਲਟੀਜ਼ ਦੇ ਗੋ ਥਰੂ ਜਾਂਦਾ। ਕਹਿੰਦਾ ਅੱਗੇ ਜਾ ਕੇ ਤੈਨੂੰ ਹੈਵਨ ਮਿਲ ਜੂਗਾ। ਜੇ ਅੱਗੇ ਜਾਂਦਾ ਤਾਂ ਰੇਗਿਸਤਾਨ ਕਹਿੰਦਾ ਯਾਰ ਖਤਮ ਹੀ ਨਹੀਂ ਹੋ ਰਿਹਾ ਰੇਗਿਸਤਾਨ। ਐਂਡ ਜਦੋਂ ਜਾ ਰਿਹਾ ਹੁੰਦਾ ਕੁਝ ਲੋਕ ਵਾਪਸ ਆ ਰਹੇ ਹੁੰਦੇ ਆ ਕਿ ਅਸੀਂ ਤਾਂ ਫੇਲ ਹੋ ਗਏ, ਕੁਝ ਨਹੀਂ ਹੈਗਾ ਅੱਗੇ, ਵਾਪਸ ਮੁੜ ਜਾ। ਤੇ ਉਹ ਵਾਪਸ ਨਹੀਂ ਮੁੜਦਾ, ਕਹਿੰਦਾ ਯਾਰ ਮੁੜ ਜਾ ਵਾਪਸ। ਫਿਰ ਆਵਾਜ਼ ਆਉਂਦੀ ਹੈ ਡਰੀਮ ਗਿਵਰ ਦੀ, ਚੱਲੀ ਚੱਲ, ਭਰੋਸਾ ਰੱਖ ਮੇਰੇ ਤੇ। ਚੱਲਦਾ, ਫਿਰ ਅੱਗੇ ਚੱਲਦਾ, ਫਿਰ ਅੱਗੇ ਜਾ ਕੇ ਕਹਿੰਦਾ ਹੁਣ ਸ਼ਾਇਦ ਕੁਝ ਪੇੜ ਪੂੜ ਦਿਖ ਰਹੇ, ਸ਼ਾਇਦ ਠੀਕ ਜਗ੍ਹਾ ਆ ਗਿਆ। ਉੱਥੇ ਜਾ ਕੇ ਦੇਖਦਾ ਸਾਰੇ ਰੋ ਰਹੇ ਆ ਬਹਿ ਕੇ। ਕਿਉਂ? ਕਿਉਂਕਿ ਉੱਥੇ ਇੱਕ ਬਹੁਤ ਵੱਡਾ ਗੁਲਾਇਤ ਹੈ ਜੋ ਸਾਰਿਆਂ ਨੂੰ ਮਾਰ ਰਿਹਾ ਤੇ ਵੀ ਸਾਰੇ ਹਾਰੀ ਜਾ ਰਹੇ ਆ। ਤਾਂ ਫਿਰ ਕਹਿੰਦਾ ਹੁਣ ਤਾਂ ਮੈਂ ਪਹੁੰਚ ਕੇ ਗਲਤੀ ਕਰਤੀ, ਇੱਥੇ ਤਾਂ ਮੈਂ ਮਰ ਜਾਊਂਗਾ। ਤੇ ਥੋੜਾ ਜਿਹਾ ਅੱਗੇ ਬੈਠਦਾ ਜਾ ਕੇ, ਫਿਰ ਤੋਂ ਆ ਜਾਂਦੀ ਹੈ ਭਰੋਸਾ ਰੱਖ ਚੱਲ। ਕਹਿੰਦਾ ਚੱਲ ਠੀਕ ਹੈ ਦੇਖ ਲੈਣਾ। ਸਾਰੇ ਵਾਪਸ ਆ ਰਹੇ ਹੁੰਦੇ ਆ, ਕਈ ਲੋਕ ਮਰ ਵੀ ਰਹੇ ਹੁੰਦੇ ਆ। ਜਸਟ ਲਾਈਕ ਐਗਜ਼ਾਮਪਲ, ਕਈ ਲੋਕ ਡਰੀਮ ਦੇ ਥੱਲੇ ਮਰ ਜਾਂਦੇ ਆ ਨਾ, ਡਰੀਮ ਫੋਲੋ ਕਰਦੇ ਕਰਦੇ, ਕਈ ਲੋਕ ਗਿਵ ਅਪ ਕਰ ਦਿੰਦੇ ਆ। ਉਹ ਜਾਂਦਾ ਤੇ ਗੋਲਾਇਥ ਨੂੰ ਅੱਜ ਤੱਕ ਕਿਸੇ ਨੇ ਮਾਰਿਆ ਨਹੀਂ ਹੁੰਦਾ। ਤੇ ਉਹ ਕਹਿੰਦਾ ਮੈਂ ਮਾਰਾਂ ਕਿਵੇਂ, ਇਹਨੂੰ ਵੈਪਨ ਵੀ ਨਹੀਂ ਹੈਗਾ, ਉਹ ਇੰਨਾ ਵੱਡਾ ਬੰਦਾ ਛੋਟਾ ਜਿਹਾ। ਤੇ ਗੋਡ ਦੀ ਆਵਾਜ਼ ਆਉਂਦੀ ਹੈ, ਟੇਕ ਦਿਸ ਫੈਦਰ ਐਂਡ ਸਵਿੰਗ ਇਟ। ਉਹ ਬਸ ਏਦਾਂ ਅੱਖਾਂ ਬੰਦ ਕਰਕੇ ਸਵਿੰਗ ਕਰਦਾ, ਉਹ ਗੋਲਾਇਥ ਦੇ ਵਿੱਚੋਂ ਨਿਕਲਦਾ ਫੈਦਰ, ਇੰਨੀ ਤੇਜ਼, ਏਦਾਂ ਸਵਿੰਗ ਕਰਦਾ। ਐਂਡ ਗੋਲਾਇਥ ਵਨ ਬਲੋ ਡੈਡ। ਸਾਰੇ ਖੁਸ਼ ਹੋ ਜਾਂਦੇ ਉੱਥੇ। ਫਿਰ ਅੱਗੇ ਜਾਂਦਾ, ਫਿਰ ਉਹਨੂੰ ਪਤਾ ਲੱਗਦਾ ਦ ਡਰੀਮ ਵਾਜ਼ ਟੂ ਹੈਲਪ ਪੀਪਲ ਐਂਡ ਮੇਕ ਦੇਅਰ ਲਾਈਫ ਬੈਟਰ। ਹੁਣ ਮੈਂ ਆਪਣੀ ਜ਼ਿੰਦਗੀ ਜੀ ਰਿਹਾ। ਫਿਰ ਜਦੋਂ ਉਹ ਹੌਲੀ ਹੌਲੀ ਸਾਰੇ ਪਿੰਡਾਂ ਨੂੰ ਸੁਖੀ ਦੇ ਦਿੰਦਾ, ਅੱਗੇ ਜਾ ਕੇ ਉਹਨੂੰ ਉਹ ਮਿਲ ਜਾਂਦਾ ਇੱਕ ਬੀਚ ਜਿਹਾ, ਹੈਵਨ, ਜਾ ਕੇ ਐਸ਼ ਕਰਦਾ। ਫਿਰ ਉੱਥੇ ਕਹਿੰਦਾ ਗੋਡ ਪਲੀਜ਼ ਟੇਕ ਮਾਈ ਡਰੀਮ ਅਵੇ, ਆਈ ਡੋਂਟ ਵਾਂਟ ਟੂ ਕੰਟੀਨਿਊ ਫਰਦਰ। ਤੇ ਮੈਂ ਕਿਸੇ ਹੋਰ ਨੂੰ ਹੈਲਪ ਨਹੀਂ ਕਰਾਂ ਨਾ, ਥੱਕ ਗਿਆ ਹੁਣ ਮੈਂ। ਤੇ ਗੋਡ ਆਂਦਾ, ਇਟ ਵਾਜ਼ ਨਾਟ ਯੋਰ ਡਰੀਮ, ਇਟ ਵਾਜ਼ ਮਾਈ ਡਰੀਮ। ਓ ਸ਼ਿਟ। ਮੇਰੇ ਨਾ ਬੋਡੀ ਚ ਸੈਂਸੇਸ਼ਨ ਹੋ ਰਹੀ ਸੀ, ਮੇਰੇ ਬਾਹਾਂ ਦੇ ਵਿੱਚ। ਮੈਂ ਕਿਹਾ ਹੁਣ ਕੀ ਹੋਇਆ ਬਾਈ। ਆਈ ਡੋਨਟ ਨੋ ਯਾਰ। ਬਾਈ ਸਟੋਰੀ ਟੈਲਿੰਗ ਜ਼ਬਰਦਸਤ। ਉਤੋਂ ਸਟੋਰੀ ਇੰਨੀ ਤਕੜੀ। ਬਾਈਬਲ ਚ ਵੀ ਤਾਂ ਹੈਗੀ ਹੈ, ਗੁਲਾਇਥ ਜਦੋਂ ਮਾਰਦਾ ਉਹ ਇੱਕ ਬਲੋ ਨਾਲ, ਇਹ ਉੱਥੋਂ ਹੀ ਇੰਸਪਾਇਰ ਹੈ। ਓਕੇ। ਉਹ ਕਹਿੰਦਾ ਨਹੀਂ ਹੈਗਾ ਕਿ ਬਹੁਤ ਵੱਡਾ ਸੀਗਾ ਤੇ ਮਾਰਾਂ ਕਿਵੇਂ। ਉਹਨੇ ਕਿਹਾ ਕਿ ਬਸ ਮੈਂ ਵਿਦਆਊਟ ਵੈਪਨ ਗਿਆ, ਸਾਰੇ ਜਾ ਰਹੇ ਸੀਗੇ, ਮੈਂ ਵਿਦਆਊਟ ਵੈਪਨ ਇੱਕ ਬਲੋ ਨਾਲ ਉਹਨੂੰ ਮਾਰਤਾ। ਕਿਉਂ? ਬਿਕੋਜ਼ ਆਈ ਨੋ ਗੋਡ ਵਾਜ਼ ਫਾਈਟਿੰਗ ਫॉर ਮੀ। ਬਾਈਬਲ ਚ ਵੀ ਹੈਗਾ ਇਹ। ਸੋ ਤੁਸੀਂ ਇੱਕ ਜਰੀਆ ਹੋ, ਹਨਾ, ਕਿ ਰੱਬ ਦਾ ਵੀ ਕਹਿ ਸਕਦੇ ਹੋ, ਉਹਦੇ ਵੀ ਡਰੀਮ ਹੋਣੇ ਆ। ਤੁਹਾਡੇ ਜਰੀਏ ਪਤਾ ਨਹੀਂ ਕਿੰਨੇ ਕੁ ਜਾਣਿਆਂ ਦੀ ਉਹਨਾਂ ਨੇ ਮਦਦ ਕਰਨੀ ਹੈ, ਰਾਈਟ। ਸੋ ਸਟੇ ਔਨ ਯੂਰ ਪਾਥ ਆਲਵੇਜ਼। ਮਤਲਬ ਡੋਂਟ ਗੈਟ ਡਿਸਟਰੈਕਟਡ। ਉਹਦੇ ਲਈ ਮੋਟੀਵੇਟ ਰਹਿਣਾ ਪੈਣਾ। ਮੋਟੀਵੇਟ ਰਹਿਣ ਲਈ ਤੁਹਾਨੂੰ ਸਾਡੇ ਪੋਡਕਾਸਟ ਸੁਣਨੇ ਪੈਣੇ ਆ। ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹਨੂੰ ਕਹਿੰਦੇ ਪ੍ਰਮੋਸ਼ਨ ਕਰਨੀ। ਸਬਸਕ੍ਰਾਈਬ ਦ ਪੋਡਕਾਸਟ ਐਂਡ ਲਿਸਨ, ਸ਼ੇਅਰ ਕਰੋ ਅੱਗੇ। ਮਤਲਬ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ, ਅਸੀਂ ਫੋਰਸ ਨਹੀਂ ਕਰਨਾ। ਨਹੀਂ, ਚੰਗਾ ਲੱਗਣਾ ਚਾਹੀਦਾ, ਕਿਉਂ ਲੱਗੂਗਾ। ਬਟ ਵੀਰੇ ਮਤਲਬ ਜ਼ਬਰਦਸਤ। ਆਪਾਂ ਕੋਈ ਪਲਾਨ ਨਹੀਂ ਕੀਤਾ, ਬਟ ਆਪਣੇ ਆਪਾਂ ਕਹਿ ਰਹੇ ਸੀ ਨਾ, ਕੱਲ ਗੱਲ ਕਰਦੇ ਪਏ ਸੀ ਵੀ ਤੁਸੀਂ ਸਕ੍ਰਿਪਟ ਵਗੈਰਾ ਕਰੋਗੇ ਜਾਂ ਕਿੱਦਾਂ ਕਰੋਗੇ। ਆਪਾਂ ਕਿਹਾ ਵੀ ਆਪਣੇ ਨੌਨ ਸਕ੍ਰਿਪਟਡ ਹੀ ਹੋਣਗੇ। ਤੁਸੀਂ ਕਿਹਾ ਸੀ ਮੈਨੂੰ ਲੱਗਦਾ। ਹਾਂ, ਮੈਂ ਹੀ ਪੁੱਛਿਆ ਸੀਗਾ ਵੀ ਰਸਤਾ ਦੋ ਕਰਨਾ ਕੀ ਹੈ।
ਹਾਂ ਤੇ ਮੈਂ ਕਿਹਾ ਆਪਣੇ ਨਾਨ ਸਕ੍ਰਿਪਟਡ ਹੋਣਗੇ, ਜਿਹੜਾ ਕੁਐਸਚਨ ਆਊਗਾ ਆਪਾਂ ਉਹ ਕਰਾਂਗੇ। ਹਾਂ ਪਰ ਤੁਹਾਨੂੰ ਲੱਗਦਾ ਜੇ ਆਪਾਂ ਸਕ੍ਰਿਪਟਡ ਚੱਲੇ ਹੁੰਦੇ ਆਪਣਾ ਵੀ ਇੰਨਾ ਅੱਗੇ ਅੱਗੇ ਇਸ ਤਰ੍ਹਾਂ ਬਿਲਡ ਹੋਣਾ ਸੀਗਾ? ਤਾਂ ਉਦਾਂ ਹੀ ਲਾਈਫ ਆ, ਹਾਂ ਪਲਾਨ ਬਣਾਓ ਕਰਨਾ ਕੀ ਆ। ਸਾਡਾ ਪਲਾਨ ਸੀ ਅਸੀਂ ਪੋਡਕਾਸਟ ਕਰਨਾ, ਕਿੱਦਾਂ ਨਹੀਂ ਕਰਨਾ ਸਾਨੂੰ ਕੁਝ ਨਹੀਂ ਪਤਾ ਸੀ, ਬਟ ਆਪਣੇ ਵੀ ਬਿਲਡ ਹੁੰਦੇ ਗਏ। ਯਾ ਗੋਲ ਸੀਗਾ, ਪਲਾਨ ਚੇਂਜ ਹੋ ਜਾਂਦਾ ਨਾ। ਹਾਂ ਪਲਾਨ ਕਹਿ Goal ਹਾਂ ਸੀ। ਗੋਲ Yeah. ਸੀਗਾ, ਸੌਰੀ। ਹਾਂਜੀ ਕਹਿੰਦੇ ਯਾ ਗੋਲ ਇਨ ਕੰਕਰੀਟ, ਪਲਾਨ ਇਨ ਸੈਂਡ। ਯਾ ਹਾਂ ਵੀ ਪਲਾਨ ਚੇਂਜ ਹੋ ਯਾ ਸਕਦਾ, ਗੋਲ ਹਿੱਟ ਕਰੋ ਪਰ, ਦੈਟਸ ਰਾਈਟ। Yeah. ਉਹ ਚੀਜ਼ ਹੈ। ਹੈਪੀ ਵੀਰੇ, ਬਾਈ ਨੇ ਮੈਨੂੰ ਲੱਗਦਾ ਲੇਟ ਨਾ ਹੋ ਜਾਣ। ਬਾਈ ਕੋਲ 5 ਮਿੰਟ ਹੋਰ ਨੇ, ਤੁਸੀਂ ਕੁਐਸਚਨ ਪੁੱਛਣੇ ਜਿਹੜੇ ਪੁੱਛੋ, ਮੈਂ 2 ਮਿੰਟ ਮੈਂ ਪੁੱਛੂੰਗਾ ਐਂਡ ਤੇ। ਬਸ ਮੈਂ ਇਹੀ ਕਿ ਉਹ ਪਹਿਲਾਂ ਸਟੋਰੀ ਵੀ ਵੇਖ ਦੱਸੂਗਾ ਜੋ ਤੁਹਾਨੂੰ, ਹਾਂਜੀ ਮੈਂ ਕਿਹਾ ਐਂਡ ਤੇ ਫਿਰ ਇੱਕ ਸਟੋਰੀ ਦੱਸੂਗਾ ਓਕੇ ਚਲ ਠੀਕ ਆ, ਸਾਰਿਆਂ ਲਈ। ਚਲ ਹਾਂ ਠੀਕ ਆ। ਦੱਸੋ। ਤੇ ਹਾਂ ਉਹੀ ਪੁੱਛ, ਜਿਵੇਂ ਤੁਸੀਂ ਦੱਸ ਰਹੇ ਸੀਗੇ, ਜਿਹੜੇ ਆਪਾਂ ਪੁੱਛਿਆ ਸੀਗਾ ਕਿ ਕੀ ਸਿੱਖਿਆ ਉਹਦੇ ਤੋਂ, ਤੁਸੀਂ ਆਖਿਆ ਕਿ ਮੇਰਾ ਕੋਈ ਪਰਪਸ ਆ ਲਾਈਫ। ਸੋ ਵਾਟ ਇਜ਼ ਦਾ ਪਰਪਸ ਆਫ ਲਾਈਫ? ਜੋ ਹਾਲੇ ਤੱਕ ਮੈਂ ਸਮਝਦਾ, ਹੌਲੀ ਹੌਲੀ ਅਸੀਂ ਸਿੱਖਦੇ ਹਾਂ ਆਪਣੇ ਬਾਰੇ, ਤੇ ਹੌਲੀ ਹੌਲੀ ਸਾਨੂੰ ਥੋੜੀ ਕਲੈਰਿਟੀ ਮਿਲਦੀ ਹੈ। ਮੈਨੂੰ ਤਾਂ ਲੱਗਦਾ ਕਿ ਮੇਰੀ ਲਾਈਫ ਦਾ ਪਰਪਸ ਇਹ ਹੈ ਕਿ ਆਈ ਰੀਅਲੀ ਵਾਂਟ ਟੂ ਸੀ ਸਮਵਨ ਬੈਟਰ ਆਫ ਬਿਕੋਜ਼ ਆਫ ਮੀ, ਕਿ ਮੇਰੇ ਕਰਕੇ ਕਿਸੇ ਦੀ ਲਾਈਫ ਬੈਟਰ ਹੋਈ। ਐਂਡ ਹੋਰ ਇਹ ਪਰਪਸ ਹੈ ਕਿ ਮੈਂ ਲੋਕਾਂ ਨੂੰ ਇੰਸਪਾਇਰ ਕਰਾਂ ਐਂਡ ਓਬਵੀਅਸਲੀ ਡੂ ਸਮਥਿੰਗ ਗੁੱਡ ਫॉर ਮਾਈ ਫੈਮਿਲੀ ਐਂਡ ਮੀ। ਸੋ ਮੈਨੂੰ ਲੱਗਦਾ ਇਹ ਪਰਪਸ ਹੈ। ਬਾਕੀ ਹੌਲੀ ਹੌਲੀ ਦੇਖਦੇ ਆ ਕਿ ਇਹਦੇ ਹੋਰ ਵੀ ਵਿੰਗਸ ਹੋ ਸਕਦੇ ਆ, ਕਾਫੀ ਲੋਕਾਂ ਦੀ ਹੈਲਪ ਕਰਨਾ ਐਂਡ ਹਸਪੀਟਲਸ ਇਹ ਉਹ ਕਾਫੀ ਕੁਝ ਹੋ ਸਕਦਾ। ਬਟ ਉੱਥੇ ਜਦੋਂ ਪਹੁੰਚਾਂਗੇ ਫਿਰ ਉਦੋਂ ਉੱਦਾਂ ਦੀ ਗੱਲਾਂ ਕਰਾਂਗੇ। ਤੇ ਆਈ ਇੱਕ ਐਪਰੀਸ਼ੀਏਟ ਹੋਰ ਕਿ what do you think of obsession? We should be obsessed about something, or we should take everything lightly and just go with the flow? I think obsessed as in you should be highly focused on your goals or on some things in life. ਕੁਝ ਚੀਜ਼ਾਂ ਤੁਸੀਂ ਲਾਈਟਲੀ ਲੈ ਸਕਦੇ ਹੋ, ਜਿਵੇਂ ਫॉर ਐਗਜ਼ਾਮਪਲ ਮੂਵੀ ਜਾਣਾ, ਦੋਸਤਾਂ ਨਾਲ ਫਨ ਕਰਨਾ, ਥੋੜਾ ਬਹੁਤ ਕਈ ਵਾਰ ਹੋ ਸਕਦਾ ਡਿਪੈਂਡਿੰਗ ਅਪਨ ਯਰ ਪਰਸਨੈਲਿਟੀ। ਕਈਆਂ ਨੂੰ ਨਹੀਂ ਪਸੰਦ ਹੁੰਦਾ, ਕਈਆਂ ਲਈ ਜ਼ਰੂਰੀ ਹੁੰਦਾ। ਬਟ ਯੂ ਹੈਵ ਟੂ ਬੀ ਇੰਟੈਂਸਲੀ ਫੋਕਸਡ ਔਨ ਯੋਰ ਗੋਲਸ, ਔਰ ਜੋ ਤੁਸੀਂ ਕਰਨਾ ਚਾਹ ਰਹੇ ਹੋ ਉਹ ਇੱਕ ਅਲੱਗ ਐਂਥੂਜ਼ੀਆਜ਼ਮ ਐਂਡ ਹੈਪੀਨੈਸ ਬ੍ਰਿੰਗ ਕਰਦਾ ਲਾਈਫ 'ਚ। obsession ਕੋਈ ਨੈਗੇਟਿਵ ਵੀ ਲੈ ਸਕਦਾ, ਕੋਈ ਪੋਜ਼ਿਟਿਵ ਵੀ ਲੈ ਸਕਦਾ। if your obsession is making you ignore other important things, ਫਿਰ ਉਹ ਗਲਤ ਹੈ। ਫॉर ਐਗਜ਼ਾਮਪਲ ਜੇ ਮੈਂ ਇੰਨਾ obsess ਹੋ ਗਿਆ ਆਪਣੇ ਬਿਜ਼ਨਸ ਗੋਲਸ ਦੇ ਨਾਲ ਕਿ ਮੈਂ ਹਰ ਇੱਕ ਚੀਜ਼ ਨੂੰ ਇਗਨੋਰ ਕਰਤਾ, ਹੈਲਥ ਨੂੰ ਇਗਨੋਰ ਕਰਤਾ, ਆਪਣੇ ਫੈਮਿਲੀ ਨੂੰ ਇਗਨੋਰ ਕਰਤਾ, ਐਂਡ ਮੈਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਮੇਰੇ ਸਿਸਟਰ ਦੀ ਮੈਰਿਜ ਹੈ ਮੈਂ ਨਹੀਂ ਆਉਂਦਾ ਜੀ, ਮੇਰੇ ਪੇਰੈਂਟਸ ਬਿਮਾਰ ਆ ਮੈਂ ਨਹੀਂ ਆਉਂਦਾ ਜੀ, ਉਹ obsession ਗਲਤ ਹੈ। ਬਟ ਜੇ ਫੋਕਸ ਹੈਗਾ ਸਹੀ ਚੀਜ਼ਾਂ ਤੇ ਐਂਡ ਪ੍ਰਾਇਰਟਾਈਜੇਸ਼ਨ ਸਹੀ ਹੈ, ਦੈਨ ਯੈਸ obsession ਇਜ਼ ਇੰਪੋਰਟੈਂਟ। ਅਦਰਵਾਈਜ਼ ਤਾਂ ਜਣਾ ਖਣਾ ਸਕਸੈਸਫੁਲ ਹੋ ਜਾਏ। ਬੈਸਟ ਆਨਸਰ ਜਿਹੜਾ ਮੈਂ ਐਕਸਪੈਕਟ ਕਰ ਸਕਦਾ ਹਾਂ, ਜਾਂ ਮੇਰੇ ਧਿਆਨ 'ਚ ਵੀ ਨਹੀਂ ਸੀ ਵੈਸੇ ਇਹ ਜਿਹੀਆਂ ਗੱਲਾਂ, ਬਟ ਇਟ ਵਾਸ ਦੀ ਅਮੇਜ਼ਿੰਗ ਆਨਸਰ। ਥੈਂਕ ਯੂ। Yeah. So yeah, that's it from my side. It will take over now. ਮੇਰੇ ਕੁਐਸਚਨ ਥੋੜੇ ਸੌਖੇ ਆਉਣਗੇ, ਔਖੇ ਨਹੀਂ ਥੋੜੇ ਸੌਖੇ ਆਉਣਗੇ। ਤਾਂ ਇਹ ਲਾਸਟ ਕੁਐਸਚਨ ਪੁੱਛਣਾ ਸੀ, ਪਰ ਮੈਂ ਪਹਿਲੇ ਪੁੱਛ ਲੈਣਾ। ਸੋ ਇਟ ਸ਼ੁਡ ਬੀ 3 ਥਿੰਗਸ, ਠੀਕ ਹੈ, ਜੋ ਤੁਸੀਂ ਅੱਜ ਤੱਕ ਆਪਣੀ ਲਾਈਫ 'ਚ ਸਿੱਖੀਆਂ, ਚਾਹੇ ਤੁਸੀਂ ਆਪਦੇ ਚਾਈਲਡਹੁੱਡ ਤੋਂ ਲੈ ਕੇ ਹੁਣ ਤੱਕ ਦੱਸ ਦਿਓ, ਚਾਹੇ ਕੈਨੇਡਾ ਜਦੋਂ ਆਏ ਸੀ ਉਸ ਤੋਂ ਬਾਅਦ ਦੱਸ ਦਿਓ, ਇਹ ਤੁਹਾਡੀ ਮਰਜ਼ੀ ਹੈ। ਇਟ ਸ਼ੁਡ ਬੀ 3 ਥਿੰਗਸ ਕਿ ਜਿਹੜੀਆਂ ਤੁਸੀਂ ਕਿਸੇ ਨੂੰ ਕਨਵੇ ਕਰਨਾ ਚਾਹੋਗੇ ਜਾਂ ਦੱਸਣਾ ਚਾਹੋਗੇ। ਇਟ ਕੁਡ ਬੀ ਯੂਅਰ ਸਟਰੈਂਥਸ, ਜਿਹੜੀਆਂ ਸਭ ਤੋਂ ਬੈਸਟ ਹੋਣਗੀਆਂ, ਅਤੇ ਤੁਹਾਡੀਆਂ ਲਾਈਫ ਲਰਨਿੰਗਸ ਹੋਣਗੀਆਂ, ਅਤੇ ਜਾਂ ਤੁਸੀਂ ਕਿਸੇ ਨੂੰ ਕੁਛ ਦੱਸਣਾ ਚਾਹੁੰਦੇ ਹੋ। ਮੈਂ ਲਾਈਕ ਇਟ ਸ਼ੁਡਨਟ ਬੀ ਐਨੀਥਿੰਗ, ਬਟ ਇਟ ਸ਼ੁਡ ਮੀਨ ਸਮਥਿੰਗ ਟੂ ਯੂ। 3 ਚੀਜ਼ਾਂ ਹੋਣੀਆਂ ਚਾਹੀਦੀਆਂ ਇਹ, ਇਟ ਕੁਡ ਬੀ ਐਨੀਥਿੰਗ। ਸੋ ਸਭ ਤੋਂ ਪਹਿਲਾਂ ਤਾਂ ਦ ਵੇ ਯੂ ਥਿੰਕ ਯੂ ਬਿਕਮ, ਜਿਵੇਂ ਜਿੱਦਾਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਉੱਦਾਂ ਤੁਸੀਂ ਬਣ ਜਾਂਦੇ ਹੋ। ਆਈ ਥਿੰਕ ਯੂ ਗਾਈਜ਼ ਆਰ ਆਲਸੋ ਡਿਸਕਸਿੰਗ ਥਿੰਕ ਐਂਡ ਗਰੋ ਰਿਚ, ਤੁਸੀਂ ਦੱਸ ਰਹੇ ਸੀਗੇ। ਸੋ ਦੈਟਸ ਅ ਹਾਂਜੀ ਗੁੱਡ ਵੇ ਟੂ ਲਰਨ ਜੋ ਮੈਂ ਕਹਿ ਰਿਹਾ। ਸੋ ਯੂ ਗਾਈਜ਼ ਯੂ ਸ਼ੁਡ ਲਿਸਨ ਟੂ ਦ ਪੋਡਕਾਸਟ ਅਬਾਊਟ ਥਿੰਕ ਐਂਡ ਗਰੋ ਰਿਚ, ਜਾਂ ਜਿੱਦਾਂ ਵੀ ਤੁਸੀਂ ਪਾ ਰਹੇ ਹੋ, ਆਈ ਐਮ ਨਾਟ ਸ਼ੋਰ ਕਿੱਦਾਂ ਪਾ ਰਹੇ ਹੋ, ਪਰ ਐਵਰੀਵਨ ਸ਼ੁਡ ਲਿਸਨ ਕਿ ਕਿੱਦਾਂ ਅਸੀਂ ਸੋਚ ਬਦਲ ਕੇ ਆਪਣੀ ਲਾਈਫ ਬਦਲ ਸਕਦੇ ਹਾਂ, ਐਂਡ ਕਿੱਦਾਂ ਸਹੀ ਰਾਹ ਤੇ ਪੈ ਸਕਦੇ। ਆਈ ਐਮ ਨਾਟ ਸੇਇੰਗ ਕਿ ਇੱਕ ਵਾਰ ਸੋਚ ਕੇ ਤੁਸੀਂ ਮਿਲੀਅਨਰ ਬਣ ਜਾਓਗੇ, ਬਟ ਤੁਸੀਂ ਸਿੱਖਦੇ ਹੋ। ਸੈਕਿੰਡ ਥਿੰਗ ਇਜ਼ ਨੈਵਰ ਸਟਾਪ ਲਰਨਿੰਗ, ਆਲਵੇਜ਼ ਕੀਪ ਗਰੋਇੰਗ। ਜਿੱਥੇ ਗਰੋਥ ਹੈ ਉੱਥੇ ਹੈਪੀਨੈਸ ਹੈ। ਜੇ ਬਾਹਰ ਖਾਲੀ ਛੱਡ ਦਈਏ ਗਰਾਊਂਡ ਨੂੰ, ਉੱਥੇ ਵੀਡ ਆਟੋਮੈਟਿਕ ਹੈ, ਪਰ ਜੇ ਟੇਕ ਕੇਅਰ ਕਰੀਏ ਗ੍ਰੀਨ ਗ੍ਰਾਸ ਕੈਨ ਕਮ, ਹੈ ਨਾ, ਤੇ ਨੈਗੇਟਿਵ ਇਜ਼ ਆਟੋਮੈਟਿਕ। ਸੋ ਜੇ ਗਰੋਥ ਹੁੰਦੀ ਰਹੂਗੀ, ਲਾਈਫ ਹੈਪੀ ਰਹੂਗੀ, ਐਂਡ ਕੀਪ ਗਰੋਇੰਗ। ਥਰਡ ਚੀਜ਼ ਮੈਂ ਕਹਿ ਸਕਦਾ ਕਿ ਆਲਵੇਜ਼ ਹੈਵ ਇੱਦਾਂ ਦੇ ਪੀਪਲ ਅਰਾਊਂਡ ਯੂ ਜੋ ਗਰੋ ਕਰਨਾ ਚਾਹ ਰਹੇ ਆ, ਤੁਹਾਡੇ 'ਚ ਬਿਲੀਵ ਕਰਦੇ ਆ, and are really wanting to do something good in life rather than just waste.
ਬਾਕੀ ਅਗੇਨ ਸਭ ਦਾ ਆਪਣਾ ਆਪਣਾ ਸਰਕਲ ਹੋਊਗਾ, ਜਿਹੜਾ ਬੰਦਾ ਪਾਰਟੀ ਕਰਨਾ ਚਾਹੁੰਦਾ ਉਹ ਸਿਰਫ ਪਾਰਟੀ ਵਾਲੇ ਲੋਕ ਆਪਣੇ ਆਸ-ਪਾਸ ਰੱਖੂਗਾ, ਪਰ ਮੇਰੇ ਹਿਸਾਬ ਨਾਲ ਯੂ ਸ਼ੁਡ ਆਲਵੇਜ਼ ਹੈਵ ਪੀਪਲ ਹੂ ਮੇਕ ਯੂ ਬੈਟਰ ਔਰ ਹੂ ਮੇਕ ਯੂ ਇੰਸਪਾਇਰਡ। ਇਹ ਚੀਜ਼ਾਂ ਤਿੰਨ ਆਈ ਵੁੱਡ ਸੇ। ਓਕੇ, ਠੀਕ ਹੈ। ਇੰਸਪਾਇਰ ਕਰਨਾ ਤੇ ਆਪਣਾ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਲਰਨ ਕਰਨਾ, ਠੀਕ ਹੈ। ਥਿੰਕ ਐਂਡ ਜਿੱਦਾਂ ਤੁਸੀਂ ਸੋਚੋਗੇ ਉੱਦਾਂ ਬਣ ਜਾਓਗੇ। ਜਿੱਦਾਂ ਤੁਸੀਂ ਸੋਚੋਗੇ ਤੁਸੀਂ ਉੱਦਾਂ ਬਣ ਜਾਓਗੇ। ਸੈਕਿੰਡ ਕਿਹੜਾ ਸੀਗਾ? ਕਿ ਸੈਕਿੰਡ Keep ਸੀਗਾ learning. ਕਿ ਕੀਪ ਲਰਨਿੰਗ, ਕੀਪ ਗਰੋਇੰਗ, ਕੀਪ ਲਰਨਿੰਗ। ਹਾਂ, happiness। ਉਹੀ ਹੋ ਗਿਆ। ਉਹ ਸੁਣਨਾ ਤੇ ਫਿਰ ਕੀਪ ਲਰਨਿੰਗ ਤੇ ਫਿਰ ਇੰਸਪਾਇਰ ਹੋਣਾ, ਠੀਕ ਹੈ। ਕੀਪ ਮਤਲਬ ਕਿ ਇੰਸਪਾਇਰਿੰਗ ਆਪਣੇ ਆਸ-ਪਾਸ ਵਧੀਆ ਲੋਕ ਰੱਖੋ। ਸੋ ਰਾਈਟ। ਜਿਵੇਂ ਫॉर ਐਗਜ਼ਾਮਪਲ ਦਾ ਕੰਟੈਂਟ ਯੂ ਕੰਜ਼ਿਊਮ ਇਜ਼ ਆਲਸੋ ਯੋਰ अराउंड कि की हैगा ਤੁਹਾਡੇ अराउंड। तो Yeah, जो लोग association पॉडकास्ट सुन रहे हैं, के अगेन गाइस ये पॉडकास्ट सुने ये पॉडकास्ट सुने और हम लोगों को सुने ऐसे लोगों को आसपास रखेंगे तो लाइफ बेटर होगा। ਐਗਜ਼ੈਕਟਲੀ ਤਾਂ ਮੈਂ ਉਹੀ ਸੋਚਦਾ ਪਿਆ ਸੀਗਾ ਕਿ ਮੈਂ ਇੱਕ ਗੱਲ ਪਹਿਲਾਂ ਮੈਂ ਬੋਲਣੀ ਚਾਹੁੰਦਾ ਸੀ, ਫਿਰ ਮੈਂ ਤੁਹਾਨੂੰ ਬੋਲੀ ਨਹੀਂ। ਯੂ ਸੈਡ ਕਿ ਜਦੋਂ ਤੁਸੀਂ ਇੰਡੀਆ ਤੋਂ ਇੱਥੇ ਆਏ, ਠੀਕ ਹੈ, ਤੁਸੀਂ ਆ ਕੇ ਸ਼ਨੋਸ਼ਵਲ ਕੀਤਾ ਵਗੈਰਾ ਵਗੈਰਾ, ਜਿਹੜਾ ਵੀ ਕੰਮ ਕੀਤਾ ਤੁਸੀਂ ਉਹ ਕੀਤਾ। ਫਿਰ ਤੁਸੀਂ ਇੱਕ ਸਟੋਰੀ ਦੱਸੀ ਸੀਗੀ ਕਿ ਮੇਕ ਯੂਰਸੈਲਫ ਸਰਾਊਂਡ ਵਿਦ ਦੋਜ਼ ਪੀਪਲ ਹੂ ਇੰਸਪਾਇਰ ਯੂ, ਹੂ ਮੋਟੀਵੇਟਸ ਯੂ ਐਂਡ ਹੂ ਗਿਵਸ ਯੂ ਪੋਜ਼ਿਟਿਵ ਵਾਈਬ੍ਰੇਸ਼ਨਸ, ਠੀਕ ਆ। ਤੁਸੀਂ ਦੱਸਿਆ, ਤੁਸੀਂ ਆਪ ਹੀ ਦੱਸਿਆ ਹੁਣ। ਤੇ ਹੁਣ ਮੈਂ ਅਗਰ ਤੁਹਾਨੂੰ ਦੇਖਾਂ ਤਾਂ ਯੂ ਹੈਵ ਦੋਜ਼ ਪੀਪਲ ਐਟ ਦਿਸ ਮੋਮੈਂਟ, ਕਿਉਂਕਿ ਮਤਲਬ ਕੁਛ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਹੁੰਦਾ, ਕੁਛ ਦੂਜਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਬੰਦਾ ਕੀ ਗਰੋ ਕਰ ਚੁੱਕਿਆ। ਤਾਂ ਦ ਸਕਿੱਲਸ ਦੈਟ ਆਈ ਹੈਵ ਸੀਨ ਇਨ ਯੂ ਅੰਟਿਲ ਨਾਓ, ਅਸੀਂ ਮਤਲਬ ਬਹੁਤ ਘੱਟ ਦੇਖੀਆਂ, ਸਾਡੇ ਜਿੰਨੇ ਮਤਲਬ ਫਰੈਂਡਸ ਨੇ, ਜਿੰਨਾ ਵੀ ਨੇ। ਤਾਂ ਯੂ ਆਰ ਵਨ ਆਫ ਦੀ ਬੈਸਟ ਪੀਪਲ ਦੈਟ ਆਈ ਹੈਵ ਇਨ ਮਾਈ ਲਾਈਫ, ਐਜ਼ ਏ ਸਕਿੱਲ ਵਾਈਜ਼ ਕਹਿ ਸਕਦਾ ਤਾਂ ਐਜ਼ ਏ ਨੌਲੇਜ ਵਾਈਜ਼ ਕਹਿ ਸਕਦਾ ਬ੍ਰਦਰ। ਤਾਂ ਬਹੁਤ ਵਧੀਆ ਲੱਗਿਆ। ਹੁਣ ਲਾਸਟ ਕੁਐਸਚਨ। ਸੋ ਇਟ ਕੁਡ ਬੀ ਈਜ਼ੀ, ਇਟ ਕੁਡ ਬੀ ਡਿਫੀਕਲਟ, ਇਟਸ ਅਪ ਟੂ ਯੂ। ਅੱਜ ਤੁਸੀਂ ਪੋਡਕਾਸਟ 'ਤੇ ਕੋਈ ਕਮਿਟਮੈਂਟ ਕਰਨੀ ਆ ਆਪਣੇ ਆਪ ਦੇ ਨਾਲ, ਨਾਟ ਵਿਦ ਅਸ ਬਟ ਆਪਣੇ ਆਪ ਦੇ ਨਾਲ। ਮੈਂ ਤੁਹਾਨੂੰ ਕੁਐਸਚਨ ਨਹੀਂ ਕਰਿਆ ਕਰੂੰਗਾ ਵੀਰੇ ਤੁਸੀਂ ਕਿੱਥੋਂ ਕੁ ਤੱਕ ਪਹੁੰਚ ਗਏ, ਕਿੱਥੋਂ ਕੁ ਤੱਕ ਨਹੀਂ, ਬਟ ਕੋਈ ਕਮਿਟਮੈਂਟ ਤੁਸੀਂ ਆਪਣੇ ਆਪ ਨਾਲ ਕਰਨੀ ਹੋਵੇ ਕਿ ਤੁਸੀਂ ਆਉਣ ਵਾਲੇ 5 ਸਾਲਾਂ 'ਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਜਾਂ ਕੀ ਅਚੀਵ ਕਰਨਾ ਚਾਹੁੰਦੇ ਹੋ। ਇਟ ਕੁਡ ਬੀ ਐਨੀਥਿੰਗ ਇਟ ਕੁਡ ਬੀ ਵਨ ਫਰੋਮ ਯੂਰ ਡਰੀਮਸ, ਬਟ ਅਪ ਲਾਈਕ 5 years ਦੇ ਵਿੱਚ। ਅੱਜ ਆਪਣੀ ਤਰੀਕ ਹੋ ਗਈ ਹੈ Feb 18th 2023, ਨੋਟ ਕਿ ਪੋਡਕਾਸਟ ਜਿੱਦਾਂ ਲਾਈਵ ਜਾਊਗਾ ਉਦੋਂ ਨਹੀਂ, ਪਰ 2023 ਹੋ ਗਿਆ, Feb 18 ਆ। ਤਾਂ ਤੁਸੀਂ ਦੇਖ ਲਓ 5 ਸਾਲ 2028 Feb 18th। ਮੈਂ ਡੇਟ ਨੋਟ ਕਰੂੰਗਾ, ਤੁਹਾਨੂੰ ਰਿਮਾਈਂਡਰ ਵੀ ਆਊਗਾ ਉਸ ਦਿਨ। ਤੁਸੀਂ ਕਿੱਥੇ ਦੇਖਣਾ ਚਾਹੋਗੇ ਆਪਣੇ ਆਪ ਨੂੰ? ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿਸ ਤਰੀਕੇ ਨਾਲ ਆਨਸਰ ਕਰਨਾ ਚਾਹੀਦਾ ਇਸ ਚੀਜ਼ ਦਾ ਕਿ ਕੀ ਦੇਖ ਰਹੇ ਹੋ, ਬਟ ਡੈਫੀਨਿਟਲੀ ਆਈ ਹੈਵ ਸਮ ਗੋਲਸ ਐਂਡ ਉਸ ਤੋਂ ਪਹਿਲਾਂ ਦੇ ਵੀ ਹੈਗੇ, ਉਸ ਤੋਂ ਬਾਅਦ ਦੇ ਵੀ ਹੈਗੇ, ਬਟ ਆਈ ਵੁੱਡ ਲਾਈਕ ਟੂ ਸੀ ਮਾਈ ਸੈਲਫ ਫਾਈਨੈਂਸ਼ੀਅਲੀ ਫ੍ਰੀ ਫॉर श्योर। I will be financially free, that's for sure. No chance. And I'll have a lot of assets and I will be happy for sure. And 2028 commitment ਇਹ ਹੈ ਕਿ ਜੇ ਅਗਲੀ ਵਾਰ ਤੁਸੀਂ ਪੋਡਕਾਸਟ ਸੁਣੋਗੇ 2028 ਦੇ ਵਿੱਚ, ਜੇ ਮੈਨੂੰ ਹਰਪ੍ਰੀਤ ਨੇ ਬੁਲਾਇਆ ਤੇ it will be 100 times better because I know 5 years ਦੇ ਵਿੱਚ 100 times better ਤਾਂ ਹੋਇਆ ਜਾ ਸਕਦਾ। So commitment ਇਹ ਹੈ I'll be 100 times better, 5 years I'll be consistent, that's for sure। ਇਹ ਕਮਿਟਮੈਂਟ ਹੈ। ਗੋਲ ਉਹ ਤਾਂ ਹੋ ਹੀ ਜਾਣੇ ਆ, ਪਰ ਐਵਰੀ ਡੇ ਯੂ ਵਿਲ ਸੀ ਮੀ ਹਸਲਿੰਗ। ਐਵਰੀ ਡੇ ਮੀਨਸ ਐਵਰੀ ਡੇ। ਇੱਕ ਅੱਧੀ ਛੁੱਟੀ ਹੋ ਸਕਦੀ ਹੈ, ਘਰੇ ਗਿਆ ਹੋਵਾਂ, ਬਟ ਨਹੀਂ, ਅਦਰਵਾਈਜ਼ ਆਈ ਐਮ ਔਨ ਇਟ। ਤੇ ਇਹ ਰੋਨਾਲਡੋ ਟਾਈਪ, I'm in the field, man. I lost the World Cup, no worries. Next day I'm in the gym. Okay, I sounds lost my good. dream, no worries. I'm in ਹੁਣ the gym. ਮੇਰਾ ਮੈਸੇਜ ਕੀ ਆਇਆ ਕਰੂਗਾ? ਮੇਰਾ ਮੈਸੇਜ ਆਇਆ ਕਰੂਗਾ ਆਰ ਯੂ ਕੰਸਿਸਟੈਂਟ, ਆਰ ਯੂ ਕੰਸਿਸਟੈਂਟ, ਆਰ ਯੂ ਕੰਸਿਸਟੈਂਟ। ਇਹ ਤਾਂ ਕੁਐਸਚਨ ਹੀ ਹੈ ਠੀਕ ਨਹੀਂ ਹੈ, 3 ਸਾਲ ਤੋਂ ਮਤਲਬ ਅੰਤ ਉਹ ਹੋਇਆ ਕਰੂਗਾ ਕਿ ਇਹ ਤੁਹਾਨੂੰ ਪੁੱਛਿਆ ਕਰੂਗਾ ਮੈਂ ਕਿ ਤੁਹਾਡੀ ਕਿੱਦਾਂ ਚੱਲ ਰਹੀ ਹੈ ਤੁਹਾਡੀ ਕੰਸਿਸਟੈਂਸੀ। ਤੁਸੀਂ ਕੰਸਿਸਟੈਂਸੀ ਕਿਹਾ ਨਾ ਕਿ ਮੈਂ ਕੰਸਿਸਟੈਂਟ ਰਹੂੰਗਾ, ਮੇਨ ਗੱਲ। ਤੁਹਾਡੀ ਤੁਹਾਨੂੰ ਤਾਂ ਡ੍ਰੀਮ ਪਤਾ ਤੁਹਾਡੇ ਹੀ ਹੈ ਕੋਲ ਬਿਜ਼ਨਸ ਦੇ ਵਿੱਚ ਤਾਂ ਕੰਸਿਸਟੈਂਟ ਰਹਿਣਾ ਹੀ ਪੈਂਦਾ, ਅਦਰਵਾਈਜ਼ ਕਿੱਦਾਂ। ਬਿਲਕੁਲ ਬਿਲਕੁਲ, ਉਹ ਤਾਂ ਗੱਲ ਸਹੀ ਹੈ। ਤਾਂ ਇਹ ਚੀਜ਼ ਇੱਕ ਮੈਨੂੰ ਕੁਐਸਚਨ ਯਾਦ ਆਇਆ ਸੀ, ਮੈਂ ਭੁੱਲ ਗਿਆ। ਤੁਸੀਂ ਕਹਾਣੀ ਸੁਣਾਓ, ਜੇ ਯਾਦ ਆ ਗਿਆ ਪੁੱਛ ਲਾਂਗੇ, ਨਹੀਂ ਤਾਂ ਠੀਕ ਕੋਈ ਹੈ। ਗੱਲ ਨਹੀਂ। ਸੋ ਮੈਂ ਨਾ ਇਹ ਚੀਜ਼ ਸਾਰਿਆਂ ਨੂੰ ਲਾਸਟ ਮੈਸੇਜ ਹੈ। ਮੈਂ ਬਹੁਤ ਤਗੜੀ ਸਟੋਰੀ ਸੁਣਾਉਣ ਲੱਗਾ, ਮੇਰੇ ਦਿਲ ਦੇ ਬਹੁਤ ਕਰੀਬ ਹੈ ਇਹ। ਤੇ ਇਟਸ ਵਨ ਥਿੰਗ ਵਿਚ ਕੈਨ ਇੰਸਪਾਇਰ ਯੂ ਆਲ ਯੋਰ ਲਾਈਫ। ਤੁਸੀਂ ਜਿਹੜੇ ਵੀ ਗੋਲਸ ਦੇ ਥਰੂ ਜਾ ਰਹੇ ਹੋ ਐਂਡ ਵਿਚ ਐਵਰ ਯੂ ਆਰ ਗੋਇੰਗ ਫਾਰਵਰਡ ਟੂ। ਤੇ ਇੱਕ ਬੰਦਾ ਹੁੰਦਾ ਹੈ, ਉਹ ਹਾਰਸ ਵੇਚਦਾ ਹੁੰਦਾ ਹੈ, ਜਿਵੇਂ ਹਾਰਸ ਰੇਸ ਕਰਦੇ ਆ ਨਾ। ਸੋ ਹਾਰਸਿਸ ਸੈਲ ਕਰਦਾ ਹੁੰਦਾ ਐਂਡ ਆਲਸੋ ਬੈਟ ਲਾਉਂਦਾ ਹੁੰਦਾ ਹਾਰਸ ਤੇ। ਸੋ ਹਾਰਸਿਸ ਦੀ ਜਦੋਂ ਪਹਿਚਾਨ ਹੁੰਦੀ ਹੈ ਉਹ ਕਿੱਦਾਂ ਹੁੰਦੀ ਹੈ, ਜਿਵੇਂ ਸਾਡੇ ਨੀਟ ਦੇ ਐਗਜ਼ਾਮ ਹੁੰਦੇ ਆ, ਪਰਸੈਂਟਾਈਲ ਨਿਕਲਦੀ ਹੈ ਕੁਝ, ਜਿਵੇਂ ਇਫ ਆਮ 90% ਦੈਟ ਮੀਨਸ 90% ਬੱਚਿਆਂ ਤੋਂ ਉੱਤੇ ਆ ਮੈਂ। ਸੇਮ ਹਾਰਸਿਸ ਦੇ ਵਿੱਚ ਕਿੱਦਾਂ ਪਰਸੈਂਟਾਈਲ ਨਿਕਲਦੀ ਹੈ, ਉਹਨਾਂ ਦੀ ਹਾਈਟ ਕਿੰਨੀ ਹੈ, ਉਹਨਾਂ ਦੀ ਲੈਂਥ ਕਿੰਨੀ ਹੈ, weight ਕਿੰਨਾ ਹੈ। weight ਘੱਟ ਹੋਊਗਾ ਤਾਂ ਜ਼ਿਆਦਾ ਸਕਸੈਸਫੁਲ ਹਾਰਸ ਹੋਊਗਾ ਰੇਸ 'ਚ,
ਐਂਡ ਪੈਡੀਗਰੀ ਕਿੰਨੀ ਦੀ ਹੈ, ਮਤਲਬ ਪੈਡੀਗਰੀ ਐਜ਼ ਇਨ ਹੈਲਥ ਐਂਡ ਈਟੇਬਲ ਸਭ ਕੁਝ ਕਿੰਨਾ ਕੁ ਵਧੀਆ ਹੈਗਾ। ਤੇ ਉਹ ਇੱਕ ਹਾਰਸ ਉਹਦੇ ਕੋਲ ਹੁੰਦਾ ਹੈ, ਬੰਦੇ ਕੋਲ, ਸਪੋਜ਼ ਕਰੋ ਮੈਂ ਆ ਉਹ ਬੰਦਾ, ਹਾਂ, ਤੇ ਆਈ ਐਮ ਸੈਲਿੰਗ ਮਾਈ ਹਾਰਸ ਬਿਕੋਜ਼ ਉਹ ਹਾਰਸ ਪਰਸੈਂਟਾਈਲ ਵਾਈਜ਼ 56 ਪਰਸੈਂਟਾਈਲ ਚ ਆਉਂਦਾ ਹੈ ਹਰ ਇੱਕ ਚੀਜ਼ ਚ, 56 55 60 ਇਦਾਂ ਦਾ ਪਰਸੈਂਟਾਈਲ ਹੈ ਹਰ ਇੱਕ ਚੀਜ਼ ਤੇ, ਠੀਕ ਠੀਕ ਹੈ। ਐਂਡ ਮੈਂ ਉਹਨੂੰ ਸੈਲ ਕਰਨਾ ਚਾਹਨਾ, ਮੈਂ ਨया ਬਾਈ ਕੀਤਾ ਸੀਗਾ, ਥੋੜੀ ਹਾਈ ਪ੍ਰਾਈਸ ਤੇ ਸੈਲ ਕਰਨਾ ਚਾਹਨਾ, ਬਟ ਆਈ ਹਾਇਰ ਅ ਸਪੈਸ਼ਲਿਸਟ, ਸਪੋਜ਼ ਹਰਪ੍ਰੀਤ ਇਜ਼ ਦ ਸਪੈਸ਼ਲਿਸਟ, ਕਿ ਮੈਨੂੰ ਦੱਸ ਮੈਂ ਬੈਟ ਕਿਹਦੇ ਤੇ ਲਾਵਾਂ ਰੇਸ ਚ, ਆਈ ਵਾਂਟ ਟੂ ਮੇਕ ਮਨੀ, ਆਈ ਵਾਂਟ ਟੂ ਵਿਨ, ਮੇਰਾ ਹਾਰਸ ਜਿੱਤਣਾ ਚਾਹੀਦਾ, ਮੇਜਰ ਰੇਸ ਹੋਣ ਵਾਲੀ ਹੈ, ਰੀਅਲ ਸਟੋਰੀ ਹੈ ਇਹ, ਫੇਕ ਸਟੋਰੀ ਨਹੀਂ ਹੈਗੀ। ਤੇ ਹਰਪ੍ਰੀਤ ਕਹਿੰਦਾ ਠੀਕ ਹੈ ਮੈਂ ਐਕਸਪਰਟ ਹਾਂ, ਮੈਂ ਦੱਸਦਾ, ਐਂਡ ਮੈਂ ਨਾਲ ਦੀ ਨਾਲ ਆਪਣੀ ਟੀਮ ਹੋਰ ਹਾਇਰ ਕੀਤੀ ਹੋਈ ਹੈ ਕਿ ਸਾਰੇ ਬੰਦੇ ਦੱਸੋ। ਸੋ ਹੁੰਦਾ ਕੀ ਹੈ ਕਿ ਜੋ ਸਾਰੀ ਟੀਮ ਹੁੰਦੀ ਹੈ ਉਹ ਆ ਕੇ ਇੱਕ ਹਾਰਸ ਦਾ ਨਾਮ ਲੈਂਦੀ ਹੈ, ਤੇ ਉਹ ਹਾਰਸ ਕਿਉਂ ਲੈਂਦੇ, ਬਿਕੋਜ਼ ਦੈਟ ਇਜ਼ ਦ ਹਾਈਐਸਟ amount paid to a horse till now, $16 million USD, ਅੱਜ ਤੱਕ ਦਾ ਸਭ ਤੋਂ ਮਹਿੰਗਾ ਹਾਰਸ ਵਿਕਿਆ, ਕਿਉਂਕਿ ਉਹਦੀ ਲੈਂਥ ਐਂਡ ਐਵਰੀਥਿੰਗ ਵਾਸ ਅਬਵ 80 ਪਰਸੈਂਟਾਈਲ। ਤੇ ਕਹਿੰਦੇ ਯਾਰ ਇਹ ਹਾਰਸ ਜਿੱਤੂਗਾ, ਇਹ ਤੇ ਬੈਟ ਲਾਓ, ਸਾਰੇ ਕਹਿੰਦੇ। ਤੇ ਹਰਪ੍ਰੀਤ ਆਂਦਾ ਕਹਿੰਦਾ ਕਿ ਨਹੀਂ, ਜਿਹੜਾ ਹਾਰਸ ਤੁਸੀਂ ਵੇਚਣ ਲੱਗੇ ਹੋ ਇਹਦੇ ਤੇ ਬੈਟ ਕਰੋ। ਸਾਰੇ ਹੈਰਾਨ, ਕਹਿੰਦੇ ਕਿੱਥੇ 80 ਪਰਸੈਂਟਾਈਲ, ਕਿੱਥੇ 55 ਪਰਸੈਂਟਾਈਲ, ਇਹ ਤੇਰਾ ਦਿਮਾਗ ਖਰਾਬ ਹੈ ਕਿ ਬੰਦੇ, ਪੀਪਲ ਥਿੰਕ ਯਾਰ ਇਹਦੇ ਕੋਲ ਸਕਿੱਲਸ ਹੈਗੇ ਆ, ਇਹਦੇ ਕੋਲ ਨੌਲੇਜ ਹੈਗੀ ਆ, ਇਹ ਤੇ ਬੈਟ ਲਾਓ। ਇਹ ਬੰਦਾ ਬਹੁਤ ਵਧੀਆ ਬੋਲਦਾ, એનર્ਜੀ ਵਧੀਆ ਦਿਖਦੀ ਹੈ, ਵੈਰੀ ਗੁੱਡ ਸਕਿੱਲਸ, ਇਹ ਉਹ, ਕਿ ਇਹ ਤੇ ਬੈਟ ਲਾਓ ਯਾਰ, ਇਹ ਜਿੱਤੂਗਾ, ਇਹ ਤਾਂ ਪੱਕੀ ਗੱਲ ਹੈ, ਸਭ ਤੋਂ ਜ਼ਿਆਦਾ ਬੈਟ ਇਹਦੇ ਤੇ ਲੱਗੀ ਹੈ। ਪਰ ਉਹ ਐਕਸਪਰਟ, ਮੈਂ ਹਰਪ੍ਰੀਤ ਦੀ ਗੱਲ ਮੰਨਦਾ, ਐਂਡ ਇਸ ਹਾਰਸ ਨੂੰ ਵੇਚਦਾ ਨਹੀਂ, ਇਹ ਤੇ ਬੈਟ ਕਰਦਾ ਇਸ ਰੇਸ ਚ ਪਾ ਕੇ, ਐਂਡ ਗੈਸ ਵਾਟ, that horse became the second record winner, ਮਤਲਬ second highest time in the world, and ਉਹਨੂੰ ਪੈਸੇ ਦੇ ਕੇ ਰਿਟਾਇਰ ਕੀਤਾ ਗਿਆ ਸੀਗਾ, because that horse was not losing a single race. Why? The only reason was, ਜੋ ਆਪਣਾ ਹਾਰਟ ਹੁੰਦਾ ਨਾ, ਹਾਰਸ ਦੇ ਲੈਫਟ ਵੈਂਟ੍ਰੀਕਲ ਹੁੰਦਾ ਇੱਕ ਹਾਰਟ ਚ, ਉਹਦਾ ਲੈਫਟ ਵੈਂਟ੍ਰੀਕਲ was 99.6 percentile, 99.6, ਹਰ ਇੱਕ ਹਾਰਸ ਚੋਂ ਉਹਦਾ ਸਭ ਤੋਂ ਵੱਡਾ ਹਾਰਟ ਸੀ। That means as soon as the race started, ਲਾਸਟ ਤੇ ਹੁੰਦਾ ਸੀ, every quarter of mile ਸਾਰੇ ਸਲੋ ਹੁੰਦੇ ਆ, ਉਹ ਤੇਜ਼ ਹੁੰਦਾ ਸੀ, ਸਾਰੇ ਸਲੋ ਹੁੰਦੇ ਆ, ਉਹ ਹੋਰ ਤੇਜ਼ ਹੁੰਦਾ ਸੀ। ਵਾਈ? ਹਾਰਟ ਹੈ ਕਿ ਚੱਲ ਹੋਰ ਹੋਰ ਹੋਰ, ਹੁਣ ਹੋਰ ਹੈ ਨਾ, ਦੇਖ ਮੈਂ ਹੋਰ ਜਾਨ ਲਾਊਂਗਾ, ਥੱਕੀ ਬੋਡੀ ਕੋਈ ਗੱਲ ਨਹੀਂ, ਹਾਰਟ ਹੈਗਾ, ਹੋਰ ਹੋਰ ਚੱਲ, ਜਾਨ ਲਾ ਦੇ ਬਸ, ਤੂੰ ਚੱਲੀ ਚੱਲ। ਐਂਡ ਇਹ ਚੀਜ਼ ਨਾਲ ਉਹ ਜਿੱਤ ਜਾਂਦਾ ਹੈ ਐਵਰੀ ਰੇਸ, ਐਵਰੀ ਕੁਆਟਰ ਆਫ ਦਾ ਮਾਈਲ, ਫਾਸਟ, ਕਿਉਂਕਿ ਜਿੱਦਾਂ ਰੇਸ ਸਟਾਰਟ ਹੁੰਦੀ ਹੈ, ਜਿਵੇਂ ਯੂਸੇਨ ਬੋਲਟ ਹੈ, ਫਾਸਟ ਸਟਾਰਟ ਕਰਦਾ, ਐਂਡਿੰਗ 'ਚ ਥੋੜਾ ਨਾਰਮਲ ਹੋ ਕੇ ਫਿਰ ਸਪੀਡ ਸਲੋ ਇਦਾਂ ਆਉਣ ਲੱਗ ਜਾਂਦੀ ਹੈ, ਜਿਵੇਂ 25th ਮੀਟਰ ਤੇ ਹਾਈਐਸਟ ਸਪੀਡ ਹੁੰਦੀ ਹੈ, ਫਿਰ ਹੌਲੀ ਆਉਂਦੀ ਹੈ। ਉਹ ਹਾਰਸ ਦੀ ਵੱਧਦੀ ਰਹਿੰਦੀ ਹੈ, ਐਂਡ ਉਹ ਜਿੱਤਦਾ ਰਹਿੰਦਾ। ਸਾਰੇ ਕਹਿੰਦੇ ਯਾਰ ਇਹਨੂੰ ਰਿਟਾਇਰ ਕਰੋ ਯਾਰ, ਕੋਈ ਜਿੱਤ ਹੀ ਨਹੀਂ ਰਿਹਾ। ਦੈਟ ਓਨਲੀ ਥਿੰਗ ਮੇਕਸ ਦ ਹਿਊਜ ਡਿਫਰੈਂਸ। ਐਂਡ ਇਹ ਸਟੋਰੀ ਇਦਾਂ ਦੀ ਸੀਗੀ ਕਿ ਇਟਸ ਨਾਟ ਅਬਾਊਟ ਕਿ ਤੁਸੀਂ ਕਿੱਥੋਂ ਆ ਰਹੇ ਹੋ, ਕਿੱਦਾਂ ਦਾ ਤੁਹਾਡਾ ਸਕਿੱਲ ਹੈ, ਸਕਿੱਲ ਸਭ ਕੁਝ ਸਿੱਖ ਸਕਦਾ ਕੋਈ, ਮੈਂ ਇਦਾਂ ਦਾ ਨਹੀਂ ਸੀਗਾ, ਆਈ ਲਰਨਡ ਸਾਰਾ ਕੁਝ ਸਿੱਖਿਆ ਹੋਇਆ, ਸਟੋਰੀਜ਼ ਕਿੱਦਾਂ ਬੋਲਣੀਆਂ ਇਮੈਜਿਨ ਕਰਕੇ ਸਭ ਕੁਝ, ਪਰ ਜੋ ਹਾਰਟ ਹੈ ਨਾ, ਮੈਂ ਹਟਦਾ ਨਹੀਂ, ਜਿੱਤ ਕੇ ਰਹੂੰਗਾ, ਮੈਂ ਹਟਦਾ ਨਹੀਂ, ਆਈ ਰੀਅਲੀ ਵਾਂਟ ਟੂ ਵਿਨ, ਆਈ ਵਿਲ ਗੋ ਔਨ ਐਂਡ ਔਨ, ਮੈਂ ਆਪਣੇ ਆਪ ਨੂੰ ਬੈਟਰ ਕਰੂੰਗਾ, ਹੋਰ ਤੇਜ਼। ਉਹ ਚੀਜ਼ ਬੰਦੇ ਨੂੰ ਜਿੱਤਾ ਮਤਲਬ ਦੈਟ ਮੇਕਸ ਯੂ ਵਿਨ, ਇਹ ਚੀਜ਼ ਵਿਨਰ ਦੇ ਵਿੱਚ ਹੁੰਦੀ ਹੈ। ਇਹ ਸਟੋਰੀ ਇਜ਼ ਦ ਕਲੋਜ਼ੈਸਟ ਟੂ ਮਾਈ ਹਾਰਟ, ਕਿ ਬਸ ਲੈਫਟ ਵੈਂਟ੍ਰੀਕਲ। ਤੇ ਜੇ ਤੁਹਾਨੂੰ ਕਦੇ ਲੱਗੇ ਮੈਂ ਲੋ ਆ ਨਾ, ਯੂ ਡੋਂਟ ਹੈਵ ਟੂ ਸੈਂਡ ਮੀ ਆਰ ਯੂ ਕੰਸਿਸਟੈਂਟ, ਜਸਟ ਸੈਂਡ ਮੀ ਲੈਫਟ ਵੈਂਟ੍ਰੀਕਲ, ਆਈ ਬੀ ਲਾਈਕ ਹੈਗਾ ਦਮ, ਚੱਲੇ ਹੋਏ ਆ, ਯੂ ਡੋਂਟ ਹੈਵ ਟੂ ਆਸਕ ਮੀ। ਇਹ ਚੀਜ਼ ਹੈ, ਇਹ ਸਟੋਰੀ ਹੈ ਸਾਰਿਆਂ ਲਈ। Yeah, great. Yeah, that's the thing ਕਿ ਇਹਦੇ ਚ ਐਟੀਟਿਊਡ ਮੇਨ ਆ ਜਾਂਦਾ, ਕਿ ਐਟੀਟਿਊਡ ਉਹ ਬੰਦੇ ਦੇ ਅੰਦਰ ਹੀ ਹੁੰਦਾ ਹੈਗਾ। ਸਕਿੱਲਸ ਯੂ ਕੈਨ ਲਰਨ, ਬਟ ਯੂ ਹੈਵ ਟੂ ਹੈਵ ਅ ਐਟੀਟਿਊਡ ਆਫ ਵਿਨਿੰਗ, ਕਿ ਮੈਂ ਹਾਰਨਾ ਨਹੀਂ ਹੈ, ਜਿਵੇਂ ਆਪਾਂ ਗੱਲ ਕੀਤੀ। ਯਾ, ਸੋ ਇਹ ਸਟੋਰੀ ਸੀਗੀ। ਹਰਪ੍ਰੀਤ ਤੂੰ ਚੁੱਪ ਹੋ ਗਿਆ ਭਾਈ, ਬੋਲਣ ਤੋਂ ਛੱਡੇ ਨਹੀਂ ਤੁਸੀਂ। ਭਾਈ, great storytelling. Bro, amazing, it was amazing, seriously it was amazing, ਹਨਾ। ਮਤਲਬ ਮੈਨੂੰ ਪਹਿਲਾਂ ਤਾਂ ਮੈਨੂੰ ਲੱਗ ਰਿਹਾ ਸੀ, ਮੈਂ ਕਿਹਾ ਕਿੱਦਾਂ ਰਿਲੇਟ ਹੋ ਗਈ, ਹਨਾ, ਤੇ ਮੁੜ ਕੇ ਤਾਂ ਐਂਡ ਤੇ ਕਨਫਿਊਜ਼ਨ ਕੱਢਿਆ। ਓਹੋ ਬਈ, ਜਦੋਂ ਉਹ ਮਤਲਬ ਤੁਸੀਂ ਕਿਹਾ ਵੀ ਘੋੜਾ ਜਿੱਤਣ ਲੱਗਿਆ, ਉਹ ਮੈਂ ਕਿਹਾ ਕਿ ਜਿੱਤ ਗਿਆ ਹੋਊਗਾ, ਚੱਲ ਠੀਕ ਆ, ਉਹ ਜਿੱਤ ਗਿਆ ਹੋਊਗਾ। ਪਰ ਜਦੋਂ ਤੁਸੀਂ ਉਹਨੂੰ ਦੱਸਿਆ ਵੀ ਐਂ ਹੋ ਰਿਹਾ, ਕਿਉਂ ਹੋ ਰਿਹਾ, ਕੀ ਕਰਕੇ ਹੋ ਰਿਹਾ, ਸਾਰੇ ਬੰਦਿਆਂ 'ਚ ਤੁਸੀਂ ਰਿਲੇਟ ਕੀਤਾ, ਕਨੈਕਟ ਕੀਤਾ ਸਟੋਰੀ ਨੂੰ, ਇਟ ਵਾਸ ਅਮੇਜ਼ਿੰਗ। ਐਂਡ ਗੈਸ ਮਤਲਬ ਵਾਟ, ਜਿਹੜਾ 16 ਮਿਲੀਅਨ ਦਾ ਹਾਰਸ ਵਿਕਿਆ ਸੀ ਨਾ, that only earned $10,000 in lifetime. ਓ Imagine. ਤੇ ਜਿਹੜੇ ਲੋਕਾਂ ਨੂੰ ਆਪਾਂ ਸੋਚਦੇ ਨਾ ਇਹ ਬਹੁਤ ਤਗੜੇ ਆ,
ਹੂੰ ਮੇਰਾ ਵੀ ਹੋਇਆ ਮੈਂ ਆਈਵ ਸੀਨ ਅ ਲੋਟ ਆਫ ਮੈਂ ਕਿਹਾ ਯਾਰ ਇਹ ਵਧੀਆ ਹੋਊਗਾ ਯਾਰ ਚੱਲ ਹੂੰ ਫਸ ਐਗਜ਼ੈਕਟਲੀ ਸੋ ਕਦੇ ਵੀ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਇੱਕ ਬੰਦਾ ਐਕਸਪੀਰੀਅੰਸਡ ਆ ਤੇ ਉਹਨੂੰ ਉਹੀ ਹਮੇਸ਼ਾ ਜਿੱਤੂਗਾ ਇਫ ਯੂ ਹੈਵ ਸਮ ਸਕਿੱਲ ਸੈਟਸ ਕਿ ਜਿਹੜੇ ਤੁਸੀਂ ਅਰਨ ਕਰ ਸਕਦੇ ਹੋ ਕਿਉਂਕਿ ਹਰ ਇੱਕ ਦੇ ਕੋਲ ਸੇਮ ਟਾਈਮ ਹੁੰਦਾ ਸੇਮ ਤਰ੍ਹਾਂ ਦਾ ਦਿਮਾਗ ਹੁੰਦਾ ਪਰ ਡਿਪੈਂਡ ਕੀ ਕਰਦਾ ਕਿ ਤੁਸੀਂ ਉਹਨੂੰ ਕਿੱਦਾਂ ਯੂਜ਼ ਚ ਲੈਂਦੇ ਹੋ ਤੁਸੀਂ ਉਹਨੂੰ ਕਿੱਦਾਂ ਦੀ ਪੈਡੀਗਰੀ ਪਾ ਰਹੇ ਹੋ ਫੀਡ ਪਾ ਰਹੇ ਹੋ ਜਿਵੇਂ ਘੋੜੇ ਨੂੰ ਪਾਈ ਸੀ ਤੁਸੀਂ ਉਹਨੂੰ ਕਿੱਦਾਂ ਦਾ ਮਟੀਰੀਅਲ ਦੇ ਰਹੇ ਹੋ ਬੁੱਕਸ ਦੇ ਰਹੇ ਹੋ ਪੋਡਕਾਸਟ ਦੇ ਰਹੇ ਹੋ ਪਰਸਨਲ ਐਕਸਪੀਰੀਅੰਸ ਦੇ ਰਹੇ ਹੋ ਪ੍ਰੋਫੈਸ਼ਨਲ ਐਕਸਪੀਰੀਅੰਸ ਦੇ ਰਹੇ ਹੋ ਕੁਝ ਵੀ ਹੋ ਸਕਦਾ ਦੈਟ ਮੈਟਰਸ ਆਫਟਰ ਦੈਟ ਕਿ ਤੁਹਾਡਾ ਲਾਈਫ ਸਟਾਈਲ ਕਿੱਦਾਂ ਦਾ ਲਾਈਫ ਸਟਾਈਲ ਇਨ ਦਾ ਸੈਂਸ ਕਿ ਤੁਸੀਂ ਖਾਣਾ ਪੀਣਾ ਹੈਲਦੀ ਵਗੈਰਾ ਸਾਰਾ ਕੁਝ ਉਹ ਲਗਾ ਲਓ ਲਾਈਫ ਸਟਾਈਲ 'ਚ ਵੈਸੇ ਸਾਰਾ ਕੁਝ ਹੀ ਆ ਗਿਆ ਬਟ ਸਟਿਲ ਹੈ ਨਾ ਮਾਈਂਡਸੈਟ ਮੇਨ ਚੀਜ਼ ਆ ਗਈ ਤੁਸੀਂ ਅਗਰ ਤੁਹਾਡਾ ਮਾਈਂਡਸੈਟ ਸਹੀ ਆ ਗਿਆ ਤੁਸੀਂ ਨਹੀਂ ਰੁਕਦੇ ਤੁਸੀਂ ਕੁਝ ਮਰਜ਼ੀ ਜਿਹੜਾ ਕੁਝ ਚਾਹੋਗੇ ਉਹ ਕਰ ਜਾਓਗੇ ਜਿਹੜਾ ਕਿ ਮੈਨੂੰ ਹੁਣ ਬਾਈ ਦੇ ਵਿੱਚ ਦਿਖਦਾ ਪਿਆ ਬਾਈ ਪ੍ਰਣੋਏ ਦੇ ਵਿੱਚ ਐਂਡ ਬਾਈ ਪ੍ਰਣੋਏ ਇਟ ਵਾਸ ਦੀ ਬੈਸਟ ਐਪੀਸੋਡ ਦੈਟ ਆਈ ਹੈਵ ਹੈਡ ਥੈਂਕ ਯੂ ਐਂਡ ਥੈਂਕ ਯੂ ਸੋ ਮਚ ਆਈ ਹੋਪ ਕਿ ਭਾਈ ਜਿਹੜਾ ਤੁਸੀਂ ਚਾਹੁੰਦੇ ਹੋ ਲਾਈਫ ਦੇ ਵਿੱਚ ਉਹ ਜ਼ਰੂਰ ਹੋਵੇ ਐਂਡ ਹਾਂ ਗੱਲ ਯਾਦ ਆ ਗਈ ਮੇਰੇ ਕਿ ਜੋ ਤੁਸੀਂ ਦੱਸਦੇ ਪਏ ਸੀ ਨਾ ਕਿ ਮੈਂ ਕਿਹਾ ਜੀ ਤੁਹਾਨੂੰ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਦੇਖਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਸੀ ਆਈ ਵਾਂਟ ਟੂ ਬੀ ਸਕਸੈਸ ਕੀ ਕਹਿੰਦੇ ਆ ਫਾਈਨੈਂਸ਼ੀਅਲ ਫ੍ਰੀ ਠੀਕ ਆ ਮੈਂ ਆਖਿਆ ਯਾਰ ਬਾਈ ਆ ਕਿਉਂ ਬੋਲਿਆ ਤੁਸੀਂ ਨਾਲ ਦੀ ਨਾਲ ਕਰੈਕਟ ਕਰਤਾ ਆਈ ਵਿਲ ਬੀ ਫਾਈਨੈਂਸ਼ੀਅਲੀ ਫ੍ਰੀ ਟਿਲ ਦੈਟ ਡੇ ਠੀਕ ਆ ਉਹ ਗੱਲ ਬਿਲਕੁਲ ਸਹੀ ਨੈਕਸਟ ਈਅਰ ਆਈ ਵਿਲ ਡੈਫੀਨਿਟਲੀ ਆ ਸਭ ਤੋਂ ਵਧੀਆ ਗੱਲ ਸੀ ਮੈਂ ਕਿਹਾ ਬਾਈ ਤੁਸੀਂ ਜੇਕਰ ਵਿਸ਼ ਕਰੋਗੇ ਨਾ ਵਿਸ਼ੇਸ ਕਦੇ ਪੂਰੀਆਂ ਨਹੀਂ ਹੁੰਦੀਆਂ ਜੇਕਰ ਤੁਸੀਂ ਕਹੋਗੇ ਕਿ ਹਾਂ ਇਹ ਮੈਂ ਕਰ ਦੂੰਗਾ ਤਾਂ ਹੀ ਪੂਰਾ ਹੋਊਗਾ ਕਿਉਂਕਿ ਵਿਸ਼ੇਸ ਵੀ ਉਹਦੀ ਟਰੂ ਹੁੰਦੀਆਂ ਜਦੋਂ ਤੁਸੀਂ ਉਹਨੂੰ ਡੈਫੀਨਿਟਲੀ ਮੰਨਦੇ ਹੋ ਹਾਂ ਗਾਇਜ਼ ਇਹੀ ਰੀਜ਼ਨ ਕਰਕੇ ਇਹਦਾ ਪੋਡਕਾਸਟ ਸੁਣੋ ਇਹ ਵਧੀਆ ਗੱਲਾਂ ਕਰਦਾ ਨਹੀਂ ਨਹੀਂ ਭਾਈ ਨਹੀਂ ਨਹੀਂ ਭਾਈ ਮਤਲਬ ਸਹੀ ਗੱਲ ਆ ਨਾ ਤਾਂ ਆਪਾਂ ਹਾਸੀ ਮਜ਼ਾਕ ਬਹੁਤ ਕੀਤਾ ਹਾਲਾਂਕਿ ਮੈਂ ਇਹ ਪੋਡਕਾਸਟ ਸਟਾਰਟਿੰਗ 'ਚ ਹੀ ਬੋਲਤਾ ਸੀ ਵੀ ਇਹ ਐਂਟਰਟੇਨਮੈਂਟ ਲਈ ਵੀ ਹੋ ਸਕਦਾ ਬਟ ਮੇਨ ਫੋਕਸ ਸਾਡਾ ਲਾਈਫ ਤੇ ਹੋਊਗਾ ਬਟ ਇਟ ਵਾਸ ਦੀ ਬੈਸਟ ਐਪੀਸੋਡ ਬੈਸਟ ਮੈਂ ਕਿੰਨੇ ਵਾਰੀ ਬੋਲਣਾ ਘੱਟ ਹੋਊਗਾ ਥੈਂਕ ਯੂ ਸੋ ਤਾਂ ਮਚ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੂੰਗਾ ਪਹਿਲਾਂ ਤਾਂ ਯੂ ਕਾਲ ਹਾਂਜੀ ਕਿਉਂਕਿ ਮੈਂ ਨਹੀਂ ਆਪਣੇ ਵੀਰੇ ਆਪ ਨੂੰ ਹਲੇ ਨਹੀਂ ਮੰਨਦਾ ਕਿ ਮੈਂ ਕੁਝ ਇਦਾਂ ਕੀਤਾ ਹੈ ਕਿ ਜੇ ਉਹ ਨਾ ਲੋਕ ਮੈਨੂੰ ਸੁਣਨ ਬਟ ਸਟਿਲ ਥੈਂਕ ਯੂ ਸੋ ਮਚ ਹਲੇ ਆਈ ਐਮ ਆਲਸੋ ਇਨ ਵਰਕ ਇਨ ਪ੍ਰੋਗਰੈਸ ਵੈਰੀ ਸਮਾਲ ਤੇ ਕੋਈ ਇੰਨਾ ਵੱਡਾ ਬਿਜ਼ਨਸਮੈਨ ਵੀ ਨਹੀਂ ਹੈਗਾ ਹਲੇ ਬਟ ਥੈਂਕ ਯੂ ਸੋ ਮਚ ਭੁਪਿੰਦਰ ਤੇ ਹਰਪ੍ਰੀਤ ਤੁਸੀਂ ਮੈਨੂੰ ਬੁਲਾਇਆ ਐਂਡ ਯੂ ਗੇਵ ਮੀ ਦੈਟ ਰਿਸਪੈਕਟ ਥੈਂਕ ਯੂ ਯੂ ਸੋ ਵੈਲਕਮ ਬ੍ਰਦਰ ਨਹੀਂ ਬ੍ਰਦਰ ਵੈਲਕਮ ਤੇ ਹਜੇ ਤਾਂ ਤੁਹਾਡੇ ਕੰਮ ਬਾਰੇ ਨਹੀਂ ਗੱਲਾਂ ਹੋਈਆਂ ਆਪਾਂ ਇੱਕ ਵਾਰੀ ਫੇਰ ਸ਼ਾਇਦ ਹੋ ਸਕਦਾ ਕੋਈ ਪੋਡਕਾਸਟ ਕਰੀਏ ਜ਼ਰੂਰ ਅਗਰ ਤੁਹਾਡੇ ਕੋਲ ਟਾਈਮ ਹੋਇਆ ਤਾਂ ਵੀ ਵਿਲ ਡੂ ਕਿ ਜਿੱਥੇ ਆਪਾਂ ਲੋਕਾਂ ਨੂੰ ਫਾਈਨੈਂਸ਼ੀਅਲ ਕੋਈ ਨੌਲੇਜ ਦੇ ਸਕੀਏ ਕਿੱਦਾਂ ਜਿੱਦਾਂ ਇਹਨਾਂ ਦੀ ਰਿਕੁਐਸਟ ਹੋਗੀ ਆਪਾਂ ਉਦਾਂ ਪ੍ਰੋਸੀਡ ਕਰਾਂਗੇ ਹਾਂ ਬਿਲਕੁਲ ਤਾਂ ਰਾਈਟ ਹੈਪੀ ਵੀਰੇ ਇਹੀ ਆ ਪਰ ਆਪਾਂ ਕਰ ਦਈਏ ਰੈਪ ਅਪ ਠੀਕ ਹੈ ਥੈਂਕ ਯੂ ਸੋ ਮਚ ਸਾਰਿਆਂ ਦਾ ਹਾਂਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਹਾਨੂੰ ਪਤਾ ਕਿ ਥੋੜਾ ਪੋਡਕਾਸਟ ਲੰਬਾ ਹੋ ਗਿਆ ਪਰ ਅਗਰ ਤੁਸੀਂ ਪੋਡਕਾਸਟ ਦੇ ਹਜੇ ਤੱਕ ਤੁਸੀਂ ਰੁਕੇ ਹੋਏ ਹੋ ਨਾ ਤਾਂ ਆਈ ਐਮ 101% ਸ਼ੋਰ ਪਹਿਲਾਂ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਤੁਹਾਨੂੰ ਜੇਕਰ ਕੋਈ ਥੋੜਾ ਬਹੁਤਾ ਸਿੱਖਣ ਨੂੰ ਮਿਲਿਆ ਤਾਂ ਚੰਗੀ ਗੱਲ ਆ ਬਟ ਹੇਅਰ ਆਈ ਐਮ 101% ਸ਼ੋਰ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਆਈ ਹੋਪ ਕਿ ਤੁਸੀਂ ਆਪਦੇ ਡ੍ਰੀਮਸ ਨੂੰ ਅਚੀਵ ਕਰ ਪਾਓ ਤੇ ਇਹ ਚੈਨਲ ਤੇ ਬਣੇ ਰਹੋ ਤੁਹਾਨੂੰ ਅੱਗੇ ਵੀ ਇਦਾਂ ਦੀਆਂ ਬਹੁਤ ਸਾਰੀਆਂ ਸਟੋਰੀਜ਼ ਅਸੀਂ ਲੈ ਕੇ ਆਉਂਦੇ ਰਵਾਂਗੇ ਟਿਲ ਦੈਨ ਵਿਲ ਸੀ ਯੂ ਬਾਏ ਬਾਏ